वाह क्या जुगलबंदी है। अतवादियों की धरती, हवा छूक दियां गोलियां ते DSP के बंगले ते गाँधी परियां वर्गी खूबसूरत दी इन्नी सोल कि सिक्योरिटी वाले अपनी ड्यूटी भुल के कल नूं डिगे बोट नूं मोड़ आलने पाउण दी कोशिश कर रहे हैं। ਤੁਸੀਂ ਉਹਦੀ ਮਾਂ ਦਾ ਚੀਕ ਝਾੜਾ ਨਹੀਂ ਸੁਣਿਆ। ਸਵੇਰੇ ਸਾਜਰੇ ਦੀ ਲੱਗੀ ਚੀਚੀ ਕਰਨ। ਮੈਂ ਜਾ ਕੇ ਵੇਖਿਆ ਤਾਂ ਮਾਸ ਦਾ ਨਿੱਕਾ ਜਿਹਾ ਲੋਥੜਾ ਜ਼ਮੀਨ ਤੇ ਡਿੱਗਿਆ ਪਿਆ ਸੀ। ਚਿੜੀ ਵਿਚਾਰੀ ਕੀ ਕਰਦੀ, ਬਸ ਉੱਡੀ ਫਿਰਦੀ ਸੀ ਚਾਰ ਚਫੇਰੇ। ਮੈਂ ਗਈ ਤਾਂ ਮੇਰੇ ਦੁਆਲੇ ਹੋ ਗਈ, ਤਰਲੇ ਕੱਢਦੀ। ਤੇ ਫਿਰ ਆਪਾਂ ਤੋਂ ਰਿਹਾ ਨਾ ਗਿਆ, ਹਟਾ ਕੇ ਸਾਰੇ ਸਿਕਿਉਰਿਟੀ ਵਾਲੇ ਲਾ ਦਿੱਤੇ ਚਿੜੀ ਭੈਣ ਜੀ ਦੀ ਸੇਵਾ 'ਚ। ਭਾਵੇਂ ਕੋਈ ਪਿੱਛੋਂ ਟੈਰਰਿਸਟ ਆ ਕੇ DSP ਦੇਵਰਾਜ ਸਿੰਘ ਨੂੰ ਗੋਲੀ ਮਾਰ ਜਾਵੇ। ਐਂ ਕਿਵੇਂ ਮਾਰ ਜਾਵੇ ਗੋਲੀ? ਮੈਂ ਜੋ ਖੜੀ ਹਾਂ ਤੁਹਾਡੀ ਸਿਕਿਉਰਿਟੀ ਦੇ ਵਿੱਚ, ਐਂ ਆ ਕੇ ਖੜ ਜਾਵਾਂਗੀ ਤੁਹਾਡੇ ਤੇ ਉਸ ਗੋਲੀ ਦੇ ਵਿਚਕਾਰ। ਕਦੇ ਗੋਲੀ ਚੱਲਦੀ ਵੇਖੀ ਆ ਕਿਤੇ? ਪਿਛਲੇ 10 ਦਿਨਾਂ ਤੋਂ ਇਹੀ ਤਾਂ ਵੇਖ ਰਹੀ ਹਾਂ। ਖਿੜਕੀ ਖੋਲੋ ਤਾਂ ਗੋਲਿਆਂ ਦੇ ਧਮਾਕੇ ਸੁਣਾਈ ਦਿੰਦੇ ਨੇ। ਹਾਏ, ਆਸਮਾਨਾਂ ਨੂੰ ਛੂੰਦੇ ਪਹਾੜ, ਰੂਹ ਦੇ ਗੋੜਿਆਂ ਵਰਗੇ ਬੱਦਲ, ਪਹਾੜਾਂ ਉੱਤੇ ਮਾਣ ਨਾਲ ਸਿਰ ਚੁੱਕੀ ਖੜੇ ਦੇਵਦਾਰ ਤੇ ਚੀਰ ਦੇ ਦਰਖਤ। ਨਿੱਕੀ ਹੁੰਦੀ ਮੈਂ ਸੁਪਨਿਆਂ ਵਿੱਚ ਵੇਖਦੀ ਹੁੰਦੀ ਸਾਂ। ਜਦੋਂ ਤੁਹਾਡੀ ਇਸ ਇਲਾਕੇ ਵਿੱਚ ਪੋਸਟਿੰਗ ਹੋਈ ਤਾਂ ਮੈਂ ਬਹੁਤ ਖੁਸ਼ ਸਾਂ, ਪਰ ਇਹਨਾਂ ਅੱਤਵਾਦੀਆਂ ਨੇ ਮੇਰੇ ਸੁਪਨਿਆਂ ਦਾ ਨਾਸ਼ ਮਾਰ ਦਿੱਤਾ। ਦੇਵ, ਇਹਨਾਂ ਨੂੰ ਡਰ ਨਹੀਂ ਲੱਗਦਾ? ਡਰ? ਡਰ ਸਿਰਫ ਜੰਗ ਦੇ ਮੈਦਾਨ ਤੋਂ ਬਾਹਰ ਲੱਗਦਾ, ਅੰਦਰ ਨਹੀਂ। ਹੁਣ ਤੂੰ ਵੀ ਅੰਦਰ ਆ ਗਈ ਹੈ, ਹੋਰ ਹਫ਼ਤੇ 10 ਦਿਨਾਂ ਨੂੰ ਤੇਰਾ ਡਰ ਵੀ ਲੈ ਜਾਏਗਾ। ਫਿਰ ਤੂੰ ਵੀ ਖਿੜਕੀ ਖੋਲ ਕੇ ਵੇਖ ਲਿਆ ਕਰੇਂਗੀ ਅਸਮਾਨਾਂ ਨੂੰ ਛੂੰਦੇ ਪਹਾੜ, ਰੂਹ ਦੇ ਗੋੜਿਆਂ ਵਰਗੇ ਬੱਦਲ ਤੇ ਇਹਨਾਂ ਉੱਤੇ ਮਾਂ ਨਾਲ ਸਿਰ ਚੁੱਕੀ ਖੜੇ ਚੀਲ ਤੇ ਦੇਵਦਾਰ ਦੇ ਦਰਖਤ, ਜਿਹੜੀ ਤੂੰ ਨਿੱਕੀ ਹੁੰਦੀ ਸੁਪਨਿਆਂ 'ਚ ਵੇਖਿਆ ਕਰਦੀ ਸੀ। ਅਨੀਤ, ਇੱਕ ਗੱਲ ਪੁੱਛਾਂ? ਹਾਂ। ਤੂੰ ਵੱਡੀ ਕਦ ਹੋਵੇਂਗੀ? ਕੀ ਮੈਂ ਨਿੱਕੀ ਹਾਂ? ਬਹੁਤ ਨਿੱਕੀ, ਕਿਸੇ ਕਿਤਾਬ 'ਚ ਪਈ ਗੁਲਾਬ ਦੀ ਪੱਤੀ ਜਿੰਨੀ। ਇਹਨਾਂ ਕਿਤਾਬਾਂ ਕਵਿਤਾਵਾਂ ਦੀ ਦੁਨੀਆ ਤੋਂ ਬਾਹਰ ਆ ਕੇ ਵੇਖੋ ਮੈਡਮ, ਇਹ ਦੁਨੀਆ ਉਨੀ ਹੁਸੀਨ ਨਹੀਂ ਆ ਜਿੰਨੀ ਤੂੰ ਸਮਝਦੀ ਹੈ। ਇਹ ਜੰਗਲ ਜਿਨ੍ਹਾਂ ਨੂੰ ਤੂੰ ਕੁਦਰਤ ਦੇ ਨਜ਼ਾਰੇ ਸਮਝਦੀ ਹੈ ਨਾ, ਅਸਲ ਵਿੱਚ ਇੱਕ ਜੰਗ ਦਾ ਮੈਦਾਨ ਨੇ, ਜਿਸ ਵਿੱਚ ਇੱਕ ਤੋਂ ਵੱਧ ਇੱਕ ਖਤਰਨਾਕ ਅੱਤਵਾਦੀ ਤੁਰੇ ਫਿਰਦੇ ਨੇ। ਅੱਜ ਤਾਂ ਹੋ ਗਿਆ, ਗਾਂ ਤੋਂ ਸਿਕਿਉਰਿਟੀ ਵਾਲਿਆਂ ਨੂੰ ਗੇਟ ਤੋਂ ਨਹੀਂ ਹਿੱਲਣ ਦੇਣਾ। ਤੇ ਹਾਂ, ਕੰਮ ਵਾਲੀ ਨੂੰ ਛੁੱਟੀ ਕਿਉਂ ਦਿੱਤੀ ਅੱਜ? ਉਹਦੀ ਬੇਟੀ ਦੀ ਪ੍ਰੋਬਲਮ ਸੀ ਸਕੂਲ ਵਿੱਚ ਕੋਈ। ਅਨੀਤ, ਇਹ ਸਿਕਿਉਰਿਟੀ ਵਾਲੇ, ਕੰਮ ਵਾਲੇ, ਇਹ ਸਭ ਛੋਟੇ ਲੋਕ ਨੇ, ਨੌਕਰ ਟਾਈਪ। ਇਹਨਾਂ ਨੂੰ ਬੜਾ ਖਿੱਚ ਕੇ ਰੱਖਣਾ ਪੈਂਦਾ। ਹੁਣ ਦੱਸ ਕਿਵੇਂ ਸਾਰਾ ਦਿਨ ਗੁਜ਼ਾਰੇਂਗੀ ਤੂੰ ਬੰਗਲੇ ਵਿੱਚ? ਦੇਵ, ਉਹ ਤਾਂ ਵਿਚਾਰੀ ਜਾਂਦੀ ਨਹੀਂ ਸੀ, ਮੈਂ ਆਪ ਕਿਹਾ ਸੀ ਉਸਨੂੰ। ਮੈਂ ਸੋਚਿਆ ਕਿਤੇ ਉਹਦੀ ਬੇਟੀ ਦੀ ਪੜ੍ਹਾਈ ਵਿੱਚ ਹੀ ਨਾ ਰਹਿ ਜਾਵੇ। ਬਾਕੀ ਮੇਰੇ ਕੋਲੇ ਅੱਜ ਢੇਰ ਸਾਰੇ ਕੰਮ ਹੈ। ਸਵੇਰੇ ਸਵੇਰੇ ਲਾਉਣ ਵਿੱਚ ਕੀੜੇ ਮਾਰ ਦਵਾਈ ਦਾ ਸਪਰੇਅ ਕੀਤਾ। ਅਸਰ ਘਟ ਜਾਏਗਾ ਤਾਂ ਗੁਲਾਬ ਦੀ ਛਾਂਟੀ ਕਰਾਂਗੀ। ਤੁਸੀਂ ਦੇਖਿਆ ਨਹੀਂ ਕਿੱਡਾ ਸੋਹਣਾ ਫੁੱਲ ਖਿੜਿਆ ਗੁਲਾਬ ਦਾ? ਪਤਾ ਨਹੀਂ ਕਿਸ ਬੇਵਕੂਫ ਨੇ ਉਸਦਾ ਨਾਮ ਗੁਲਾਬ ਰੱਖ ਦਿੱਤਾ। ਉਹ ਤਾਂ ਦੁੱਧ ਵਰਗਾ ਚਿੱਟਾ ਹੈ। ਲੱਗਦਾ ਮੈਂ ਫੇਰ ਫੁੱਲਾਂ ਪੱਤੀਆਂ ਦੀਆਂ ਗੱਲਾਂ ਸ਼ੁਰੂ ਕਰ ਦਿੱਤੀਆਂ। ਦੇਵ, ਤੁਸੀਂ ਮੈਥੋਂ ਖੁਸ਼ ਨਹੀਂ ਹੋ ਨਾ? ਦੇਵ, ਕੀ ਹੂੰ ਲਾਈ ਹੈ? ਮੈਂ ਪੁੱਛ ਰਹੀ ਹਾਂ, ਤੁਸੀਂ ਮੈਥੋਂ ਖੁਸ਼ ਹੋ? ਕੀ ਮਤਲਬ? ਮਤਲਬ ਮੈਂ ਤੁਹਾਡੇ ਹਿਸਾਬ ਦੀ ਔਰਤ ਨਹੀਂ ਹੈ ਨਾ। ਅਨੀਤ, ਜਿੰਨਾ ਤੈਨੂੰ ਇਸ ਘਰ ਨਾਲ ਮੋਹ ਹੈ ਨਾ, ਤੂੰ ਸੱਚਮੁੱਚ ਬਹੁਤ ਜ਼ਿਆਦਾ ਮੇਰੇ ਹਿਸਾਬ ਦੀ ਹੈ। ਸੱਚ ਪੁੱਛੇ ਤਾਂ ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਕੋਈ ਘਰ ਇੰਨਾ ਖੂਬਸੂਰਤ ਵੀ ਹੋ ਸਕਦਾ ਹੈ। ਇਹ ਬੇਲ ਬੂਟੇ ਮੈਨੂੰ ਬਹੁਤ ਭੈੜੇ ਲੱਗਦੇ ਸਨ, ਕਿਉਂਕਿ ਟੈਰਰਿਸਟ ਇਹਨਾਂ ਦੇ ਪਿੱਛੇ ਲੁੱਕ ਕੇ ਸਾਡੇ ਤੇ ਅਟੈਕ ਕਰਦੇ ਸਨ। ਪਰ ਅਜੇ ਹੀ ਬੇਲ ਬੂਟੇ ਮੇਰੇ ਘਰ ਨੂੰ ਮਹਿਕਾ ਰਹੇ ਨੇ। ਬਸ ਥੋੜੀ ਜਿਹੀ ਚੱਲੀ ਹੈ ਤੂੰ, ਕਿਸੇ ਪਹਾੜੀ ਸੜਕ ਵਾਂਗ ਪਤਾ ਨਹੀਂ ਕਿੱਧਰ ਮੋੜ ਕੱਟ ਜਾਨੀ ਹੈ। ਸ਼ੁਕਰ ਹੈ ਮੇਰੇ ਘਰ ਵਾਲੇ ਨੇ ਕੋਈ ਕਵਿਤਾ ਵਰਗੀ ਗੱਲ ਤਾਂ ਕੀਤੀ। ਪਰ ਜਨਾਬ, ਸੜਕ ਬੜੀ ਰੁੱਖੀ ਜਿਹੀ ਉਪਮਾ ਹੈ। ਜੇ ਕਿਤੇ ਪਹਾੜੀ ਨਦੀ ਕਹਿ ਦਿੰਦੇ ਤਾਂ ਮਜ਼ਾ ਆ ਜਾਂਦਾ। ਲੱਗਦਾ ਹੋਰ 2 ਮਹੀਨੇ ਤੱਕ ਮੈਂ ਵੀ ਤੇਰੇ ਵਰਗਾ ਹੋ ਜਾਵਾਂਗਾ ਤੇ ਛੱਡ ਕੇ ਰਿਵਾਲਵਰ ਕਵਿਤਾਵਾਂ ਲਿਖਿਆ ਕਰਾਂਗਾ ਤੇ ਨਾਲੇ ਵਾਜਾ ਵਜਾਇਆ ਕਰਾਂਗਾ ਤੇ ਮੈਂ ਗਾਇਆ ਕਰਾਂਗੀ। ਫੇਰ ਹੋਏਗੀ ਸਹੀ ਚੁਗਲਬੰਦੀ। ਇਹ ਕੀ ਤਰੀਕਾ ਅੰਦਰ ਆਉਂਦਾ? ਨੌਕ ਨਹੀਂ ਕੀਤਾ ਜਾਂਦਾ ਤੇਰੇ ਕੋਲੋਂ? ਸੌਰੀ ਜਨਾਬ, ਗਲਤੀ ਹੋ ਗਈ ਜੀ। ਸਾਲਾ ਸੌਰੀ ਦਾ ਤੇ ਕੀ ਗੰਦ ਪਾਇਆ ਤੁਸੀਂ ਰਾਤ ਥਾਣੇ 'ਚ? ਕੌਣ ਸੀ ਉਹ ਜਨਾਨੀ ਤੇ ਸਟਾਫ ਵਿੱਚੋਂ ਖੇ ਖਾਣ ਵਾਲਾ ਕੌਣ ਸੀ? ਜਨਾਬ, ਇੱਕ ਤਾਂ ਜੀ ਆਪਣਾ ਲੱਛੂ ਸੀ ਤੇ ਨਾਲ ਉਹ 2 ਨਵੇਂ ਮੁੰਡੇ ਜੀ, ਬਿੱਕਰ ਤੇ ਗਾਮਾ ਗੁਰਦਾਸਪੁਰੀਆ। ਉਹ ਜਿਹੜਾ ਆਪਾਂ ਏਰੀਆ ਕਮਾਂਡਰ ਚੱਕਿਆ ਸੀ ਨਾ ਜੀ ਗੋਪਾਲਪੁਰਿਓਂ, ਉਸੇ ਦੀ ਵੱਡੀ ਭੈਣ ਸੀ ਜੀ। ਸੱਦਿਆ ਤਾਂ ਜੀ ਉਹਨੂੰ ਪੁੱਛ ਗਿੱਛ ਵਾਸਤੇ ਸੀ, ਪਰ ਪਤਾ ਨਹੀਂ ਜੀ ਸਾਲਾਂ ਦੇ ਮਨ 'ਚ ਕੀ ਆਈ, ਥਾਣਾ ਬੰਦ ਕਰ ਲਿਆ ਤੇ ਸਾਰੀ ਰਾਤ।
तू अंदर जा ते ब्रेकफास्ट लवा मेरे वास्ते। ते तू कित्थे मरिया सी? वो तो साले नवे है, तू तो पुराना। तैनू नहीं पता नैशनल लेवल का मामला है। जनाब ढूई च पीड़ जी सी जी, दिमाग ही नहीं काम किया। मैं तो जी दवाई ला के क्वार्टर चला गया सी। जे मैनू पता हुंदा जी सालियां ने आ चंद चाड़ना, मैं काहनू मेरा मतलब ध्यान रखदा जी। बाकी मुंडे तो जनाब नू पता है जी, दलेर है, काम आने वाले है। जदों जनाब ते पिछली बारी हमला होया, आही दो मुंडे सी जी जिन्हां ने डॉक्टरी होगी कुड़ी दी। अद्धी नगरी तो जनाब इकट्ठी होके आ गई सी जी, हार के भेजनी पई हस्पताल। गां डॉक्टर भी साला अपने हिसाब दा नहीं सी जी। फिर हुण की करांगे? उत्तों फोन ते फोन आई जांदे आ मैनू। जनाब दी मेहरबानी हो जाए आपे हो जू सब कुछ। बाकी बहुत हो गई जी मुंडिਆਂ ਨਾਲ, मैं आप लाइयां सालियां दे। ਉਹ ਲਾਈਆਂ ਲੋਈਆਂ ਨੂੰ ਸਵਾਹ ਗੋਲ ਦੇ ਸਾਲੇ ਮਲੰਗ ਇਹ। ਇਹਨਾਂ ਨੂੰ ਤਾਂ ਗੋਲੀ ਮਾਰ ਦੇਣੀ ਚਾਹੀਦੀ ਹੈ। ਸਾਲਿਆਂ ਨੇ ਮੇਰੀ ਸਾਰੀ ਕੀਤੀ ਕਰਾਈ ਖੂਹ 'ਚ ਪਾ ਕੇ ਰੱਖਤੀ। ਚੰਗਾ ਜਾ ਹੁਣ ਤੂੰ, ਵੇਖਦੇ ਆ ਕੀ ਕਰਨਾ। जी सर। ਲੱਗਦਾ ਹੈ ਪੁਲਿਸ ਵਾਲਿਆਂ ਤੋਂ ਭਰੋਸਾ ਖਤਮ ਹੋ ਗਿਆ ਰਾਣੀ ਅਨੀਤ ਦਾ। ਜਿਸ ਪੁਲਿਸ ਵਾਲੇ ਨਾਲ ਮੇਰਾ ਵਾਹ ਪਿਆ ਹੈ, ਉਸ ਤੇ ਤਾਂ ਭਰੋਸਾ ਸ਼ਾਇਦ ਕਦੇ ਖਤਮ ਨਾ ਹੋਵੇ। ਪਰ ਦੇਵ, ਮੈਂ ਸੋਚਦੀ ਹਾਂ ਜੇ ਪੁਲਿਸ ਥਾਣੇ ਵਿੱਚ ਇੱਕ ਔਰਤ ਨਾਲ ਇਹ ਸਭ ਕੁਝ ਹੋ ਸਕਦਾ ਹੈ ਤਾਂ ਕਿਸ ਮੂੰਹ ਨਾਲ ਭਰੋਸਾ ਕਰਨਗੇ ਲੋਕੀ ਪੁਲਿਸ ਤੇ। ਠੀਕ ਕਹਿੰਦੀ ਆ ਤੂੰ। ਕੁਝ ਕੁ ਬੰਦਿਆਂ ਕਰਕੇ ਪੂਰਾ ਮਹਿਕਮਾ ਬਦਨਾਮ ਹੋ ਜਾਂਦਾ। ਰੋਜ਼ ਅਖਬਾਰਾਂ ਵਿੱਚ ਕਿੰਨਾ ਕੁਝ ਲਿਖਿਆ ਹੁੰਦਾ ਪੁਲਿਸ ਵਾਲਿਆਂ ਦੇ ਖਿਲਾਫ। ਕਿਉਂਕਿ ਪੁਲਿਸ ਵਾਲਿਆਂ ਖਿਲਾਫ ਲਿਖਣਾ ਸੌਖਾ ਹੁੰਦਾ, ਬੱਚੇ ਹੁੰਦੇ ਨੇ ਇਹ ਕਾਨੂੰਨ ਦੀਆਂ ਬੈਲਟਾਂ ਵਿੱਚ। ਬਾਕੀ ਤੂੰ ਜਿਵੇਂ ਮੇਰੇ ਤੇ ਭਰੋਸਾ ਕੀਤਾ ਨਾ, ਮੈਨੂੰ ਬਹੁਤ ਚੰਗਾ ਲੱਗ ਰਿਹਾ। ਜਦੋਂ ਮੇਰੀਆਂ ਸਹੇਲੀਆਂ ਨੂੰ ਪਤਾ ਲੱਗਾ ਸੀ ਨਾ ਕਿ ਮੇਰੀ ਮੰਗਣੀ ਇੱਕ ਪੁਲਿਸ ਵਾਲੇ ਨਾਲ ਹੋਈ ਹੈ, ਤਾਂ ਪਤਾ ਕਿੰਨਾ ਡਰਾਉਂਦੀਆਂ ਸੀ ਮੈਨੂੰ। ਪੁਲਿਸ ਵਾਲੇ ਬੜੇ ਜ਼ਾਲਿਮ ਹੁੰਦੇ ਨੇ, ਪੁਲਿਸ ਵਾਲੇ ਕੁੱਟਦੇ ਨੇ, ਮਾਰਦੇ ਨੇ। ਅੱਛਾ, ਫਿਰ ਤਾਂ ਬੜੀ ਮਾੜੀ ਇਮੇਜ ਆ ਸਾਡੀ ਪੁਲਿਸ ਵਾਲਿਆਂ ਦੀ, ਖਾਸ ਕਰਕੇ ਔਰਤਾਂ ਵਿੱਚ। ਹਾਂ, ਮੇਰੇ ਤੇ ਵੀ ਇਹੋ ਚੀਜ਼ ਸੀ, 100 ਵਿੱਚੋਂ 0। ਪਰ ਜਦੋਂ ਮੈਂ ਤੁਹਾਨੂੰ ਮਿਲੀ ਤਾਂ ਪਤਾ ਲੱਗਾ ਕਿ ਸਾਰੇ ਪੁਲਿਸ ਵਾਲੇ ਇੱਕੋ ਜਿਹੇ ਨਹੀਂ ਹੁੰਦੇ। ਘੱਟੋ ਘੱਟ ਮੇਰਾ ਦੇਵ ਤਾਂ ਹਰ ਕਿਸ ਨਹੀਂ ਹੈ ਨਾ ਦੇਵ। ਸੱਚਮੁੱਚ ਚੱਲੀ ਆ ਤੂੰ, ਮੇਰੀ ਚੱਲੀ ਕਿਸੇ ਪਹਾੜੀ ਨਦੀ ਵਾਂਗ। ਤੈਥੋਂ ਤਾਂ ਭੱਜ ਕੇ ਰਹਿਣਾ ਪੈਣਾ, ਪਤਾ ਨਹੀਂ ਕਦੋਂ ਮੋੜ ਕੱਟ ਕੇ ਦੂਰ ਚਲੀ ਜਾਵੇਂ ਤੂੰ। ਤੁਹਾਨੂੰ ਛੱਡ ਕੇ ਕਿਤੇ ਨਹੀਂ ਜਾਵਾਂਗੀ। ਜੇ ਮੋੜ ਕੱਟਣਾ ਵੀ ਪਿਆ ਤਾਂ ਤੁਹਾਨੂੰ ਨਾਲ ਬਹਾ ਕੇ ਲੈ ਜਾਊਂਗੀ। ਇਹ ਤਾਂ ਹੋਰ ਵੀ ਜ਼ਿਆਦਾ ਖਤਰਨਾਕ ਹੈ। ਮੈਨੂੰ ਚੰਗੀ ਤਰ੍ਹਾਂ ਤੈਰਨਾ ਵੀ ਨਹੀਂ ਆਉਂਦਾ। ਜਦੋਂ ਅੱਗੋਂ ਪਿਆਰ ਦਾ ਹੜ ਆਇਆ ਹੋਵੇ ਨਾ, ਤਾਂ ਤੈਰੀ ਦਾ ਨਹੀਂ ਸਗੋਂ ਡੁੱਬ ਚਾਹੀਦਾ। ਗਲਤ ਥਾਂ ਤੇ ਗਲਤ ਗੱਲਾਂ ਕਰ ਰਹੀ ਹੈ ਤੂੰ। ਤੈਨੂੰ ਪਤਾ ਜਦੋਂ ਸਾਡੇ ਪੁਲਿਸ ਵਾਲਿਆਂ ਨਾਲ ਕੋਈ ਬੰਦਾ ਇਹੋ ਜਿਹੀ ਗੱਲ ਕਰਦਾ, ਅਸੀਂ ਉਸ ਬਾਰੇ ਕੀ ਸੋਚਦੇ ਹਾਂ? ਕੀ? ਇਹ ਕਿ ਉਹ ਬੰਦਾ ਬੜਾ ਐਕਸਪੀਰੀਅੰਸਡ ਹੈ। ਦੇਵ, ਦਿਸ ਇਜ਼ ਨਾਟ ਫੇਅਰ। ਮੈਂ ਉਸ ਟਾਈਪ ਦੀ ਔਰਤ ਨਹੀਂ ਆ। ਮੈਨੂੰ ਪਤਾ, ਮੈਂ ਸਿਰਫ ਮਜ਼ਾਕ ਕਰ ਰਿਹਾ ਸਾਂ। ਫਿਰ ਅੱਗੇ ਤੋਂ ਕਦੇ ਨਾ ਕਰਿਓ ਇਹੋ ਜਿਹਾ ਮਜ਼ਾਕ। ਮੈਂ ਸਿਰਫ ਵਿਆਹ ਤੋਂ ਬਾਅਦ ਪਿਆਰ ਕੀਤਾ ਹੈ ਤੇ ਤੁਹਾਨੂੰ ਕੀਤਾ ਹੈ, ਬਸ। ਅੱਛਾ, ਕਿੰਨਾ ਕੁ? ਇੰਨਾ ਜ਼ਿਆਦਾ ਕਿ ਕੋਈ ਸਾਬਿਤ ਕਰਨ ਲਈ ਕਵੇ ਤਾਂ ਮੈਂ ਆਪਣੀ ਜਾਨ ਵੀ ਦੇ ਸਕਦੀ ਹਾਂ ਤੇ ਕਿਸੇ ਦੀ ਜਾਨ ਲੈ ਵੀ ਸਕਦੀ ਹਾਂ। ਤੂੰ ਜੋ ਗੋਲੀਆਂ ਦੀ ਆਵਾਜ਼ ਤੋਂ ਡਰ ਕੇ ਖਿੜਕੀ ਨਹੀਂ ਖੋਲਦੀ, ਜੋ ਇੱਕ ਆਲੇ ਨੂੰ ਡਿੱਗੇ ਬੋਟ ਨੂੰ ਨਹੀਂ ਦੇਖ ਸਕਦੀ, ਤੇ ਜਿਸ ਨੂੰ ਵਾਲ ਕਲੌਕ ਦੀ ਟੁਣਕਾਰ ਵੀ ਡਿਸਟਰਬ ਕਰਦੀ ਹੈ ਤੂੰ। ਪਰ ਇਹ ਨਾ ਭੁੱਲੋ ਦੇਵ, ਪਿਛਲੇ 10 ਦਿਨਾਂ ਵਿੱਚ ਮੈਂ 3 ਵਾਰੀ ਆਪਣੇ ਲਾਨ ਵਿੱਚ ਕੀੜੇ ਮਾਰ ਦਵਾਈ ਦਾ ਸਪਰੇਅ ਕੀਤਾ ਹੈ। ਮੇਰੀਆਂ ਅੱਖਾਂ ਦੇ ਸਾਹਮਣੇ ਕੀੜੇ ਪੁੜਕ ਕੇ ਡਿੱਗ ਰਹੇ ਸੀ, ਪਰ ਮੈਨੂੰ ਰਤਾ ਵੀ ਅਫਸੋਸ ਨਹੀਂ ਹੋਇਆ ਕਿਉਂਕਿ ਮੇਰੇ ਲਾਨ ਨੂੰ ਖਰਾਬ ਕਰ ਰਹੇ ਸੀ। ਨਿਰਦੋਸ਼ ਬੂਟਿਆਂ ਦੀਆਂ ਜੜ੍ਹਾਂ ਨੂੰ ਚੂਸ ਰਹੇ ਸੀ, ਉਹ ਉਹਨਾਂ ਨੂੰ ਮਾਰ ਰਹੇ ਸੀ। चरख दे गेड़े जींदी मरदी, पूणी पूणी होके खुरदी। चरख दे गेड़े जींदी मरदी,
ਪੂਣੀ ਪੂਣੀ ਹੋ ਕੇ ਖੁਰਦੀ ਤਕਲੇ ਵਿੰਨੀ ਐਸੀ ਜਿੰਦ ਦੀ ਕੂਕ ਸੁਣ ਕੇ मैं उतर पहाड़ों आया हाँ तेरी हुक सुन के मैं उतर पहाड़ों आया हाँ तेरी हुक सुन के चरखे दे गेड़े जींदी मरदी पूनी पूनी के खुरदी। एक्सक्यूज मी, जी ਤੁਸੀਂ ਡੀਐਸਪੀ ਸਾਹਿਬ ਨੂੰ ਮਿਲਣ ਆਏ ਹੋ? ਉਦੋਂ ਹੋ ਡੀਐਸਪੀ ਨਹੀਂ ਸੀ। ਇਹ ਤਸਵੀਰ ਸ਼ਾਇਦ ਉਦੋਂ ਦੀ ਹੈ। ਜੀ ਮੈਨੂੰ ਨਹੀਂ ਸੀ ਪਤਾ ਕਿ ਉਸਦਾ ਵਿਆਹ ਹੋ ਗਿਆ। ਜੀ ਹਾਲੇ 4 ਮਹੀਨੇ ਹੋਏ ਨੇ ਸਾਡੇ ਵਿਆਹ ਨੂੰ, ਪਰ ਉਹਨਾਂ ਨਾਲ ਇੱਥੇ ਰਹਿਣ ਲਈ ਮੈਂ ਪਿਛਲੇ ਹਫਤੇ ਹੀ ਆਈ ਹਾਂ। ਲੱਗਦਾ ਹੈ ਬਹੁਤ ਪਹਿਲਾਂ ਤੋਂ ਮਿਲੇ ਹੋਏ ਹੋ ਤੁਸੀਂ ਦੇਵ ਨੂੰ। ਦੇਵ, ਹਾਂ ਇਹੀ ਨਾਂ ਸੀ ਉਸਦਾ। ਚਲੋ ਕੁਛ ਤਾਂ ਹੈ ਜਿਸ ਤੋਂ ਮੈਂ ਤਸੱਲੀ ਕਰ ਸਕਾਂ ਕਿ ਮੈਂ ਗਲਤ ਥਾਂ ਤੇ ਨਹੀਂ ਆ ਗਿਆ। ਜੀ ਨਹੀਂ, ਤੁਸੀਂ ਬਿਲਕੁਲ ਠੀਕ ਥਾਂ ਤੇ ਆਏ ਹੋ। ਦੇਵ ਹੁਣ ਡੀਐਸਪੀ ਹੋ ਗਏ ਨੇ। ਤੁਸੀਂ ਬੈਠੋ, ਮੈਂ ਤੁਹਾਡੇ ਲਈ ਚਾਹ ਬਣਾ ਕੇ ਲਿਆਉਣੀ ਆ। ਦੇਵ ਵੀ ਬਸ ਆਉਂਦੇ ਹੀ ਹੋਣਗੇ। जोगिया तेरा वे ख्याल जोगिया तेरा वे ख्याल जोगिया सोचां दियां जूने पईयां जिंदा दा तू आके पुछ हाल जोगिया तेरा वे ख्याल जोगिया ਰਾਹਾਂ ਦੇ ਵਿੱਚ ਸੂਲਾਂ ਉਗੀਆਂ ਚੌਂਕਾਂ ਵਿੱਚ ਸਲੀਬਾਂ ਗੱਡੀਆਂ ਰਹਿਬਰੀ ਦੇ ਨਾਂ ਤੇ ਰਹਿਬਰ ਰਾਈਆਂ ਦੇ ਨਾਲ ਮਾਰਨ ਠੱਗੀਆਂ ਜਿੰਦ ਮੇਰੀ ਕੱਚ ਦੀ ਬਰੂਦ ਦਾ ਇਰਾਵੇ ਪਾੜੇ ਵਿੱਚ ਜਾਨ ਮੇਰੀ ਮੰਗਣ ਮਲਾਵੇ ਪਾੜੇ ਵਿੱਚ ਜਾਨ ਮੇਰੀ ਮੰਗਣ ਮਲਾਵੇ ਪਤਣਾ ਤੇ ਅੱਗ ਲੱਗੀ ਪਾਣੀਆਂ ਦਾ ਰੰਗ ਹੋਇਆ ਲਾਲ ਜੋਗੀਆ तेरा भी ख्याल जोगिया ਬਿਊਟੀਫੁਲ, ਡੀਸੈਂਟ। ਕਿੰਨਾ ਸੋਹਣਾ ਗਾਉਂਦੇ ਹੋ ਤੁਸੀਂ। ਦੇਵ ਨੇ ਕਦੇ ਜ਼ਿਕਰ ਹੀ ਨਹੀਂ ਕੀਤਾ ਕਿ ਉਹਨਾਂ ਦਾ ਇੰਨਾ ਚੰਗਾ ਗਾਉਣ ਵਾਲਾ ਕੋਈ ਦੋਸਤ ਵੀ ਹੈ। ਜ਼ਰੂਰ ਕਰਦਾ ਜੇ ਮੈਂ ਉਸਦਾ ਦੋਸਤ ਹੁੰਦਾ ਤਾਂ। ਹੁਣ ਕਿਸੇ ਦੁਸ਼ਮਣ ਦਾ ਜ਼ਿਕਰ ਕੋਈ ਇੰਨੀ ਖੂਬਸੂਰਤ ਬੀਵੀ ਅੱਗੇ ਕੀ ਕਰੇਗਾ। ਤੁਸੀਂ ਦੁਸ਼ਮਣ ਹੋ ਦੇਵ ਦੇ? ਪਰ ਲੱਗਦਾ ਤੁਸੀਂ ਦੋਸਤ ਸਮਝ ਰਹੇ ਹੋ। ਹੋਰ ਕੌਣ ਆਉਂਦਾ ਇਸ ਤਰ੍ਹਾਂ ਘਰ ਵਿੱਚ ਬਿਨਾਂ ਦਸਤਕ ਦਿੱਤੇ? ਚੋਰ, ਡਾਕੂ ਜਾਂ ਕਾਤਿਲ। ਤੁਸੀਂ ਕੀ ਹੋ? ਚੋਰ, ਡਾਕੂ ਜਾਂ ਕਾਤਿਲ? ਇਸ ਇਲਾਕੇ ਵਿੱਚ ਹੁਣ ਕੋਈ ਚੋਰ ਜਾਂ ਡਾਕੂ ਨਹੀਂ ਰਿਹਾ। ਸਾਰਿਆਂ ਨੇ ਅਸਾਲਟਾਂ ਚੱਕ ਲਈਆਂ ਨੇ ਤੇ ਉਹ ਮੂਵਮੈਂਟ ਵਿੱਚ ਸ਼ਾਮਿਲ ਹੋ ਗਏ ਨੇ। ਇਸ ਲਈ ਮੂਵਮੈਂਟ ਬੜੀ ਕਮਜ਼ੋਰ ਪੈ ਗਈ ਹੈ। ਇਸੇ ਤਰ੍ਹਾਂ ਹੀ ਹੁੰਦਾ ਹਰ ਮੂਵਮੈਂਟ ਨਾਲ ਜਦੋਂ ਹਥਿਆਰਬੰਦ ਸੰਘਰਸ਼ ਲੰਬਾ ਖਿੱਚਿਆ ਜਾਵੇ। ਸੌਰੀ, ਮੈਨੂੰ ਨਹੀਂ ਸੀ ਪਤਾ ਕਿ ਇਸ ਘਰ ਵਿੱਚ ਇੱਕ ਔਰਤ ਵੀ ਰਹਿੰਦੀ ਹੈ, ਵਰਨਾ ਮੈਂ ਜ਼ਰੂਰ ਦਸਤਕ ਦੇ ਕੇ ਆਉਂਦਾ। ਇਹ ਹਾਰਮੋਨੀਅਮ ਤੁਸੀਂ ਵਜਾਉਂਦੇ ਹੋ?
ਜੀ ਮੈਨੂੰ ਇਸ ਦਾ ਸ਼ੌਂਕ ਹੈ। ਚਾਹ ਵਿੱਚ ਸ਼ੱਕਰ ਕਿੰਨੀ? ਗਾਉਂਦੇ ਵੀ ਹੋ? ਜੀ ਥੋੜਾ ਬਹੁਤ, ਪਰ ਤੁਹਾਡੇ ਵਾਂਗ ਨਹੀਂ। ਅਸਲ ਵਿੱਚ ਦੇਵ ਨੂੰ ਮੇਰਾ ਬਹੁਤਾ ਗਾਉਣਾ ਪਸੰਦ ਨਹੀਂ। ਉਹਨਾਂ ਨੂੰ ਲੱਗਦਾ ਹੈ ਕਿ ਪੁਲਿਸ ਅਫਸਰ ਦੇ ਬੀਵੀ ਦੇ ਸਟੇਟਸ ਦੀ ਗੱਲ ਨਹੀਂ ਹੈ। ਉਹ ਸ਼ੁਰੂ ਤੋਂ ਹੀ ਇਸੇ ਤਰ੍ਹਾਂ ਦਾ ਹੈ ਜਿੰਨਾ ਕੁ ਮੈਂ ਉਸ ਨੂੰ ਜਾਣਦਾ। ਲੱਗਦਾ ਹੈ ਬਹੁਤ ਪੁਰਾਣਾ ਮਿਲੇ ਹੋਏ ਹੋ ਤੁਸੀਂ ਦੇਵ ਨੂੰ। ਪਰ ਮੈਂ ਦੇਵ ਦੀਆਂ ਸਾਰੀਆਂ ਐਲਬਮਸ ਦੇਖੀਆਂ ਨੇ। ਮੈਨੂੰ ਨਹੀਂ ਯਾਦ ਆ ਰਿਹਾ ਕਿ ਮੈਂ ਕਿਸੇ ਐਲਬਮ ਵਿੱਚ ਤੁਹਾਡੀ ਕੋਈ ਤਸਵੀਰ ਦੇਖੀ ਹੋਵੇ। ਐਲਬਮਾਂ ਵਿੱਚ ਦੋਸਤਾਂ ਦੀਆਂ ਤਸਵੀਰਾਂ ਲਗਾਈਆਂ ਜਾਂਦੀਆਂ ਨੇ। ਲੱਗਦਾ ਹੈ ਖਾਸੇ ਨਾਰਾਜ਼ ਹੋ ਦੇਵ ਨਾਲ ਕਿਸੇ ਗੱਲ ਉੱਤੇ। ਕੋਈ ਗੱਲ ਨਹੀਂ, ਉਹ ਆਉਣਗੇ ਨਾ, ਮੈਂ ਤੁਹਾਡੀ ਸੁਲ੍ਹਾ ਕਰਵਾ ਦਿਆਂਗੀ। ਦੇਵ ਮੇਰੀ ਗੱਲ ਕਦੇ ਨਹੀਂ ਮੋੜਦੇ। ਤੁਸੀਂ ਲਓ ਚਾਹ ਪੀਓ। ਇਹ ਕਿਤਾਬਾਂ ਵੀ ਤੁਸੀਂ ਪੜ੍ਹਦੇ ਹੋ? ਗਾਂਧੀ, ਟੋਲਸਟੋਏ, ਅੰਮ੍ਰਿਤਾ, ਤਸਲੀਮਾ। ਜੀ ਅਜੇ ਕੱਲ ਹੀ ਗੋਰਕੀ ਦਾ ਮਾਂ ਖਤਮ ਕੀਤਾ ਹੈ। ਪਰ ਖਤਮ ਕਰਕੇ ਵੀ ਲੱਗਦਾ ਜਿਵੇਂ ਖਤਮ ਨਹੀਂ ਹੋਇਆ। ਇੱਕ ਝੁਰੜੀਆਂ ਵਾਲੀ ਬੁੱਢੀ ਔਰਤ ਆਪਣੀਆਂ ਲਿਸ਼ਕਦੀਆਂ ਹੋਈਆਂ ਅੱਖਾਂ ਨਾਲ ਕੱਲ ਦੀ ਮੇਰੇ ਘਰ ਵਿੱਚ ਕੁਝ ਤਲਾਸ਼ਦੀ ਹੋਈ ਫਿਰਦੀ ਹੈ। ਤੁਹਾਡੇ ਮੇਰੇ ਸ਼ੌਂਕ ਕਿੰਨੇ ਮਿਲਦੇ ਨੇ ਨਾ, ਪਰ ਤੁਸੀਂ ਆਪਣੇ ਬਾਰੇ ਤਾਂ ਕੁਝ ਦੱਸਿਆ ਹੀ ਨਹੀਂ। ਤੁਸੀਂ ਕੌਣ ਹੋ, ਕਿੱਥੋਂ ਆਏ ਹੋ? ਖੈਰ ਕੋਈ ਗੱਲ ਨਹੀਂ, ਦੇਵ ਆ ਕੇ ਦੱਸ ਦੇਣਗੇ। ਤੁਸੀਂ ਆਓ ਪਲੀਜ਼, ਚਾਹ ਠੰਡੀ ਹੋ ਰਹੀ ਹੈ। ਘੱਟੋ ਘੱਟ ਇਸ ਕਰੋ ਮੈਨੂੰ ਇਹੋ ਜਿਹੀ ਕਿਸੇ ਸ਼ੈ ਦੀ ਉਮੀਦ ਨਹੀਂ ਸੀ। ਮੈਨੂੰ ਡਰ ਲੱਗਣ ਲੱਗ ਪਿਆ ਕਿ ਮੈਂ ਜਿਸ ਕੰਮ ਲਈ ਆਇਆ ਕਿਥੇ ਉਹ ਅਧੂਰਾ ਨਾ ਰਹਿ ਜੇ। ਘੱਟੋ ਘੱਟ ਮੇਰੇ ਕਰਕੇ ਤੁਹਾਡਾ ਕੋਈ ਕੰਮ ਅਧੂਰਾ ਨਹੀਂ ਰਹਿੰਦਾ, ਆਈ ਪ੍ਰੋਮਿਸ। ਪਰ ਤੁਸੀਂ ਦੱਸੋ ਤਾਂ ਸਹੀ, ਤੁਸੀਂ ਕੌਣ ਹੋ ਤੇ ਕਿਸ ਕੰਮ ਆਏ ਹੋ? ਕਿਹਾ ਜਾ ਸਕਦਾ ਹੈ ਕਿ ਮੈਂ ਇੱਕ ਪੁਰਾਣਾ ਟੈਰਰਿਸਟ ਹਾਂ ਤੇ ਦੇਵ ਤੋਂ ਇੱਕ ਪੁਰਾਣਾ ਬਦਲਾ ਲੈਣ ਲਈ ਉਸ ਨੂੰ ਮਾਰਨ ਆਇਆ। ਜੀ ਮੈਂ ਸਮਝੀ ਨਹੀਂ। ਦੇਖੋ ਦੇਖੋ ਇਸ ਨੂੰ। ਸਿਕਿਉਰਿਟੀ ਸਿਕਿਉਰਿਟੀ, ਕੋਈ ਹੈ? ਕੋਈ ਹੈ ਇੱਥੇ? ਹਾਏ ਰੱਬਾ, ਮੈਂ ਤੁਸੀਂ ਕੌਣ ਨੂੰ ਕੀ ਕੀਤਾ ਹੈ? ਤੇ ਬਾਹਰ ਸਿਕਿਉਰਿਟੀ ਵਾਲੇ ਕਿੱਥੇ ਨੇ? ਕਿ ਤੁਸੀਂ ਸਾਰਿਆਂ ਨੂੰ ਮਾਰ ਦਿੱਤਾ ਹੈ? ਆਈ ਐਮ ਸੌਰੀ ਮਿਸਿਸ ਦੇਵ, ਮੈਨੂੰ ਨਹੀਂ ਸੀ ਪਤਾ ਕਿ ਇਸ ਘਰ ਵਿੱਚ ਇੱਕ ਔਰਤ ਵੀ ਰਹਿੰਦੀ ਹੈ, ਵਰਨਾ ਮੈਂ ਜਾ ਕੁਝ ਨਾ ਕਰਦਾ। ਚਲੇ ਜਾਓ ਇੱਥੋਂ, ਦੇਵ ਘਰ ਵਿੱਚ ਨਹੀਂ ਹੈ। ਆਈ ਐਮ ਸੌਰੀ ਮਿਸਿਸ Get out, ਦੇਵ, you terrorist! ਆਈ ਐਮ ਸੌਰੀ ਮਿਸਿਸ ਦੇਵ, ਪਰ ਹੁਣ ਮੈਂ ਇਹ ਕੰਮ ਬਿਲਕੁਲ ਵੀ ਅਧੂਰਾ ਛੱਡ ਕੇ ਨਹੀਂ ਜਾ ਸਕਦਾ। ਤੁਸੀਂ ਦੇਵ ਨੂੰ ਨਹੀਂ ਮਾਰ ਸਕਦੇ। ਮੈਨੂੰ ਤੁਹਾਡਾ ਬੇहद ਅਫਸੋਸ ਹੈ ਮਿਸਿਸ ਦੇਵ, ਪਰ ਮੈਂ ਸਿਰਫ ਇਸੇ ਕੰਮ ਲਈ ਇੱਥੇ ਆਇਆ। ਪਰ ਕਿਉਂ? ਕੀ ਵਿਗਾੜਿਆ ਤੁਹਾਡਾ ਦੇਵ ਨੇ? ਪੂਰੇ 5 ਸਾਲ ਹੋ ਗਏ ਨੇ ਇਸ ਘਟਨਾ ਨੂੰ। ਰੱਬ ਦੇ ਵਾਸਤੇ ਭੁੱਲ ਜਾਓ ਉਸ ਨੂੰ। ਨਹੀਂ ਭੁੱਲ ਸਕਦਾ, ਨਹੀਂ ਭੁੱਲ ਸਕਦਾ। ਦੇਵ ਨੇ ਜੋ ਕੀਤਾ ਉਹ ਭੁੱਲਣ ਯੋਗ ਨਹੀਂ। ਕੀ ਕੀਤਾ ਦੇਵ ਨੇ? ਅਖਬਾਰਾਂ ਵਿੱਚ ਸਾਫ਼-ਸਾਫ਼ ਲਿਖਿਆ ਕਿ ਤੁਹਾਡੀ ਪ੍ਰੇਮਿਕਾ ਨੇ ਛੱਤ ਨਾਲ ਲਟਕ ਕੇ ਆਤਮ ਹੱਤਿਆ ਕੀਤੀ ਸੀ। ਇਸ ਵਿੱਚ ਦੇਵ ਵਿਚਾਰੇ ਦਾ ਕੀ ਕਸੂਰ ਹੈ? ਕਸੂਰ ਹੈ, ਦੇਵ ਦਾ ਕਸੂਰ ਹੈ। ਤੁਸੀਂ ਮੇਰੀ ਨੀਲੂ ਨੂੰ ਨਹੀਂ ਜਾਣਦੇ, ਇਸ ਲਈ ਤੁਹਾਨੂੰ ਇਸ ਬਾਰੇ ਤਰਕ ਕਰਨ ਦਾ ਕੋਈ ਹੱਕ ਨਹੀਂ। ਉਸਦੇ ਤਾਂ ਸਾਹ ਵਿੱਚੋਂ ਵੀ ਜ਼ਿੰਦਗੀ ਧੜਕਦੀ ਸੀ। ਉਹ ਆਤਮ ਹੱਤਿਆ ਵਰਗੀ ਫਜ਼ੂਲ ਜਿਹੀ ਗੱਲ ਸੋਚ ਵੀ ਨਹੀਂ ਸੀ ਸਕਦੀ। ਮੇਰਾ ਪਤਾ ਜਾਣਨ ਲਈ, ਸਿਰਫ ਮੇਰਾ ਪਤਾ ਜਾਣਨ ਲਈ ਥਾਣੇ ਵਿੱਚ 5 ਦਿਨ ਤੇ 5 ਰਾਤਾਂ ਨੂੰ ਇੰਨਾ ਜ਼ਲੀਲ, ਇੰਨਾ ਟੌਰਚਰ ਕੀਤਾ ਗਿਆ ਕਿ ਪੜੋ, ਇਸ ਅਖਬਾਰ ਨੂੰ ਪੜੋ। ਇਸ ਵਿੱਚ ਵੀ ਲਿਖਿਆ ਪੁਲਿਸ ਦੇ ਇਸ ਅਤਿਆਚਾਰ ਦੇ ਖਿਲਾਫ। ਕਿਉਂਕਿ ਪੁਲਿਸ ਵਾਲਿਆਂ ਦੇ ਖਿਲਾਫ ਲਿਖਣਾ ਸੌਖਾ ਹੁੰਦਾ ਹੈ। ਬੰਨੇ ਹੁੰਦੇ ਨੇ ਕਾਨੂੰਨ ਦੀਆਂ ਬੈਲਟਾਂ ਨਾਲ ਉਹਨਾਂ ਦੇ ਹੱਥ। ਮੈਂ ਸ਼ਰਤ ਲਗਾ ਕੇ ਕਹਿ ਸਕਦਾ ਮਿਸਿਸ ਦੇਵ ਕਿ ਇਹ ਗੱਲ ਤੁਹਾਨੂੰ ਤੁਹਾਡੇ ਪਤੀ ਨੇ ਸਿਖਾਈ ਹੈ। ਮੈਂ ਖੁਦ ਵੀ ਤਾਂ ਸੋਚ ਸਕਦੀ ਹਾਂ। ਝੂਠ ਨਾ ਬੋਲੋ। ਤੁਹਾਡੇ ਵਰਗੀ ਸ਼ਾਨਦਾਰ ਔਰਤ ਕੋਲੋਂ ਇਹ ਉਮੀਦ ਨਹੀਂ ਕਰਦਾ ਮੈਂ। ਭਾਵੇਂ ਤੁਸੀਂ ਮੇਰੇ ਦੁਸ਼ਮਣ ਦੀ ਬੀਵੀ ਹੋ, ਪਰ ਤੁਹਾਡਾ ਬਹੁਤ ਅੱਛਾ ਪ੍ਰਭਾਵ ਹੈ ਮੇਰੇ ਤੇ ਮਿਸਿਸ ਦੇਵ। ਪਲੀਜ਼ ਝੂਠ ਨਾ ਬੋਲੋ। ਜੇ ਖੁਦ ਸੋਚ ਸਕਦੇ ਹੋ ਤਾਂ ਇਹ ਸੋਚੋ ਕਿ ਵਰਦੀ ਦੇ ਨਸ਼ੇ ਵਿੱਚ ਚੂਰ 4 ਪੁਲਿਸ ਵਾਲਿਆਂ ਵਿੱਚ ਜਦ ਇੱਕ ਇਕੱਲੀ ਔਰਤ ਘਿਰ ਜਾਂਦੀ ਹੋਏਗੀ ਤਾਂ ਕੀ ਵਾਪਰਦਾ ਹੋਏਗਾ ਉਸ ਨਾਲ। ਪਤਾ ਨਾ ਕੱਲ ਰਾਤ ਕੀ ਵਾਪਰਿਆ ਕਸਬੇ ਦੇ ਥਾਣੇ ਵਿੱਚ। ਤੇ ਤੁਹਾਨੂੰ ਨਹੀਂ ਪਤਾ ਕਿ ਦੇਵ ਉਸ ਗੱਲ ਨੂੰ ਲੈ ਕੇ ਕਿੰਨੇ ਖਫਾ ਸਨ। ਉਹ ਗੋਲੀ ਮਾਰ ਦਿੰਦੇ ਇਹੋ ਜਿਹੇ ਮੁਲਾਜ਼ਮਾਂ ਨੂੰ ਜੇ ਉਹਨਾਂ ਦੇ ਸਾਹਮਣੇ ਆ ਜਾਂਦੇ ਤਾਂ। ਉਹਨਾਂ ਦਾ ਚਿਹਰਾ ਗੁੱਸੇ ਨਾਲ ਲਾਲ ਹੋ ਗਿਆ ਸੀ। ਮੈਂ ਦਾਅਵੇ ਨਾਲ ਕਹਿ ਸਕਦੀ ਹਾਂ ਕਿ ਉਸ ਰਾਤ ਤੁਹਾਡੀ ਪ੍ਰੇਮਿਕਾ ਦੇ ਅਪਮਾਨ ਵਿੱਚ ਦੇਵ ਹਰਗਿਜ਼ ਸ਼ਾਮਿਲ ਨਹੀਂ ਹੋਣਗੇ। ਮੈਨੂੰ ਦੇਵ ਦੀ ਕਿਸਮਤ ਨਾਲ ਈਰਖਾ ਹੋ ਰਹੀ ਹੈ। ਬੜਾ ਹੀ ਝੂਠਾ ਤੇ ਮਕਾਰ ਆਦਮੀ ਹੈ, ਪਰ ਕਿੰਨਾ ਵਿਸ਼ਵਾਸ ਹੈ ਉਸ ਦੀ ਕਿਸਮਤ ਵਿੱਚ। ਝੂਠਾ और नहीं तू है, मकार ते फरेबी। गई बीती घटना की आड़ विच मेरे पति का कत्ल करना है तू, पर मैं ये नहीं होने देंगी। मैं बाहर जाकर रौला पाऊंगी। मिसेस देव, I'm sorry मिसेस देव। मैं अजय कुछ नहीं करना चाहता, पर मैनू I'm sorry मिसेस देव, मैनू ਤੁਹਾਡੇ ਤੇ ਹੱਥ ਨਹੀਂ ਸੀ ਚੁੱਕਣਾ ਚਾਹੀਦਾ। I'm sorry, I agree, I'm sorry, मैनू हथ नहीं सी चुकना चाहिए।
प्लीज आई एम सॉरी सॉरी मिसेस देव। ਤੁਸੀਂ ਮੇਰੇ ਨਾਲ ਧੋਖਾ ਕੀਤਾ ਹੈ। ਮੈਂ ਤੁਹਾਨੂੰ ਦੇਵ ਦਾ ਦੋਸਤ ਸਮਝਿਆ। ਇੱਕ ਅਜਨਬੀ ਹੁੰਦਿਆਂ ਹੋਇਆ ਵੀ ਤੁਹਾਡਾ ਇੰਨਾ ਆਦਰ ਕੀਤਾ। ਤੁਹਾਡੇ ਲਈ ਚਾਹ ਬਣਾ ਕੇ ਲਿਆਈ ਮੈਂ। ਉਸ ਲਈ ਥੈਂਕਸ, ਪਰ ਇਹ ਸਭ ਕੁਝ ਤੁਸੀਂ ਮੇਰੇ ਲਈ ਨਹੀਂ ਆਪਣੇ ਪਤੀ ਦੇ ਦੋਸਤ ਲਈ ਕੀਤਾ, ਤੇ ਤੁਹਾਡੇ ਲਈ ਇਹ ਕਰਨਾ ਜ਼ਰੂਰੀ ਵੀ ਸੀ। ਇਹ ਗਲਤਫਹਿਮੀ ਵੀ ਤਾਂ ਤੁਸੀਂ ਹੀ ਪੈਦਾ ਕੀਤੀ ਨਾ। ਤੁਸੀਂ ਆਪਣੇ ਵਾਂਗ ਇਸ ਘਰ ਵਿੱਚ ਆਏ। ਮੇਰਾ ਹਾਰਮੋਨੀਅਮ ਜਿਸ ਨੂੰ ਕਦੇ ਦੇਵ ਨੇ ਵੀ ਹੱਥ ਨਹੀਂ ਲਗਾਇਆ, ਮੇਰੀਆਂ ਕਿਤਾਬਾਂ ਫਰੋਲੀਆਂ, ਮੈਥੋਂ ਮੇਰੇ ਸ਼ੌਕ ਬਾਰੇ ਪੁੱਛਿਆ। ਕੌਣ ਅਤਵਾਦੀ ਕਰਦਾ ਇਸ ਤਰ੍ਹਾਂ? ਰੋਜ਼ ਅਖਬਾਰ ਪੜ੍ਹਦੀ ਹਾਂ, ਉਹ ਧੂੰਆਂ ਖਿਲਾਰਦੇ ਆਉਂਦੇ ਨੇ ਤੇ ਦੂਜਿਆਂ ਦੇ ਸੀਨੇ ਵਿੱਚ ਬਾਰੂਦ ਖਿਲਾਰ ਕੇ ਚਲੇ ਜਾਂਦੇ ਨੇ। 2 ਮਿੰਟ ਨਹੀਂ ਲਗਾਉਂਦੇ ਤੇ ਤੁਸੀਂ ਇੰਨੀ ਦੇਰ ਤੋਂ ਮੇਰੇ ਘਰ ਵਿੱਚ ਬੈਠੇ ਹੋ। ਤੁਸੀਂ ਭੁੱਲ ਰਹੇ ਹੋ ਮਿਸਿਸ ਦੇਵ ਕਿ ਤੁਹਾਡੇ ਪਤੀ ਸਮੇਂ ਘਰ ਨਹੀਂ, ਇਸ ਲਈ ਮੈਨੂੰ ਇੱਥੇ ਰੁਕਣਾ ਪਿਆ। ਮੈਂ ਇੱਥੇ ਦੇਵ ਲਈ ਆਇਆ, ਤੁਹਾਡੇ ਲਈ ਨਹੀਂ। ਤੇ ਮਾਫ ਕਰਨਾ, ਮੈਂ ਕੋਈ ਟੈਰਰਿਸਟ ਵੀ ਨਹੀਂ ਹਾਂ। ਹਾਂ, ਪਰ ਹੁਣੇ ਤਾਂ ਤੁਸੀਂ ਕਿਹਾ ਸੀ ਤੁਸੀਂ ਅਖਬਾਰ ਟੈਰਰਿਸਟ ਹੋ। ਅਖਬਾਰਾਂ ਨੇ ਲੋਕਾਂ ਦੀ ਭਾਸ਼ਾ ਬਦਲ ਦਿੱਤੀ ਹੈ। ਉਹ ਹਰ ਸ਼ੈ ਨੂੰ ਆਮ ਲੋਕਾਂ ਦੇ ਪੱਧਰ ਤੇ ਬਣਾ ਕੇ ਪੇਸ਼ ਕਰਨਾ ਚਾਹੁੰਦੇ ਨੇ। ਸ਼ਾਇਦ ਇਸੇ ਲਈ ਆਮ ਲੋਕਾਂ ਨੂੰ ਜਦ ਆਪਣੇ ਬਾਰੇ ਕੋਈ ਗੱਲ ਦੱਸਣੀ ਹੋਵੇ ਤਾਂ ਅਜਿਹੇ ਸ਼ਬਦ ਇਸਤੇਮਾਲ ਕਰਨੇ ਪੈਂਦੇ ਨੇ, ਤੇ ਕਦੇ-ਕਦੇ ਅਰਥ ਵੀ। ਪਰ ਤੁਸੀਂ ਤਾਂ ਸਮਝਦਾਰ ਹੋ, ਸਮਝ ਸਕਦੇ ਹੋ ਕਿ ਇੱਕ ਟੈਰਰਿਸਟ ਤਾਂ ਉਹ ਹੁੰਦਾ ਜੋ ਹਰ ਜਗ੍ਹਾ ਟੈਰਰ ਪੈਦਾ ਕਰਦਾ ਹੈ ਆਮ ਲੋਕਾਂ ਨੂੰ ਡਰਾਉਣ ਲਈ। ਪਰ ਸਾਡਾ ਇੱਕ ਮਿਸ਼ਨ ਹੈ, ਵੀ ਆਰ ਨਾਟ ਟੈਰਰਿਸਟ। ਹਰ ਟੈਰਰਿਸਟ ਇਹੀ ਆਖਦਾ ਹੈ, ਪਰ ਕੰਮ ਸਿਰਫ ਲੋਕਾਂ ਨੂੰ ਡਰਾਉਣ ਦਾ ਕਰਦਾ। ਤੁਸੀਂ ਵੀ ਤਾਂ ਮੈਨੂੰ ਡਰਾ ਰਹੇ ਹੋ। ਮੈਂ ਵੀ ਤਾਂ ਇੱਕ ਆਮ ਲੋਕ ਹੀ ਹਾਂ ਨਾ। ਇਸ ਗੱਲ ਲਈ ਮੈਂ ਤੁਹਾਡੇ ਤੋਂ ਮਾਫੀ ਮੰਗਦਾ ਹਾਂ ਮਿਸਿਸ ਦੇਵ। ਇਸ ਘਰ ਬਾਰੇ ਮੇਰੀ ਇਨਫੋਰਮੇਸ਼ਨ 8-10 ਦਿਨ ਪੁਰਾਣੀ ਹੈ। ਮੈਨੂੰ ਨਹੀਂ ਸੀ ਪਤਾ ਕਿ ਪਰ ਹੁਣ ਤਾਂ ਤੁਹਾਨੂੰ ਪਤਾ ਲੱਗ ਗਿਆ ਨਾ ਕਿ ਇਸ ਘਰ ਵਿੱਚ ਮੈਂ ਵੀ ਹਾਂ, ਡੀਐਸਪੀ ਦੇਵ ਦੀ ਪਤਨੀ। ਹਾਲੇ ਤਾਂ ਮੇਰਾ ਚੂੜਾ ਵੀ ਨਹੀਂ ਉਤਰਿਆ। ਜੇ ਤੁਸੀਂ ਉਹਨਾਂ ਨੂੰ ਮਾਰੋਗੇ ਤਾਂ ਮੈਂ ਵਿਧਵਾ ਹੋ ਜਾਵਾਂਗੀ। ਤੁਸੀਂ ਆਪਣਾ ਇਰਾਦਾ ਨਹੀਂ ਬਦਲ ਸਕਦੇ। ਮੂਵਮੈਂਟ ਵਿੱਚ ਨਿੱਜੀ ਜਜ਼ਬਾਤਾਂ ਲਈ ਕੋਈ ਥਾਂ ਨਹੀਂ ਹੁੰਦੀ। ਤਾਂ ਅਜਿਹੀਆਂ ਮੂਵਮੈਂਟਾਂ ਵਾਸਤੇ ਵੀ ਲੋਕਾਂ ਦੇ ਦਿਲਾਂ ਵਿੱਚ ਕੋਈ ਥਾਂ ਨਹੀਂ ਹੁੰਦੀ। ਕਿਹੜਾ ਸਿਧਾਂਤ, ਕਿਹੜੀ ਆਈਡੀਓਲੋਜੀ ਤੇ ਕਿਹੜਾ ਧਰਮ ਇਹ ਕਹਿੰਦਾ ਕਿ ਔਰਤਾਂ ਦੇ ਸੁਹਾਗ ਉਜਾੜ ਦਿਓ, ਬੱਚਿਆਂ ਨੂੰ ਅਨਾਥ ਬਣਾ ਦਿਓ? ਅਖਬਾਰ, ਲੱਗਦਾ ਅਖਬਾਰ ਬਹੁਤ ਜ਼ਿਆਦਾ ਪੜ੍ਹ ਰਹੇ ਹੋ ਅੱਜਕੱਲ। ਦੂਜੇ ਦਰਜੇ ਦੇ ਲੀਡਰ ਤੇ ਤੀਜੇ ਦਰਜੇ ਦੇ ਸੰਪਾਦਕ ਇਸਤੇਮਾਲ ਕਰਦੇ ਨੇ ਇਸ ਤਰ੍ਹਾਂ ਦੇ ਫਿਕਰੇ ਆਪਣੇ ਭਾਸ਼ਣ ਤੇ ਆਪਣੀਆਂ ਸੰਪਾਦਕੀਆਂ ਵਿੱਚ। ਤੁਹਾਡਾ ਬਹੁਤ ਅੱਛਾ ਪ੍ਰਭਾਵ ਹੈ ਮੇਰੇ ਤੇ ਮਿਸਿਸ ਦੇਵ, ਤੇ ਪਲੀਜ਼ ਇਸ ਤਰ੍ਹਾਂ ਦੀਆਂ ਸਾਧਾਰਨ ਦਲੀਲਾਂ ਦੇ ਕਿਸ ਨੂੰ ਖਤਮ ਨਾ ਕਰੋ। ਟੈਗੋਰ ਪੜਨ ਵਾਲੀ ਔਰਤ ਹੋ ਤੁਸੀਂ। ਟੈਗੋਰ ਮੇਰਾ ਪਤੀ ਨਹੀਂ ਹੈ। ਲੈ ਜਾਓ ਉਸ ਦੀਆਂ ਸਾਰੀਆਂ ਕਿਤਾਬਾਂ ਤੇ ਮੈਨੂੰ ਮੇਰਾ ਪਤੀ ਬਖਸ਼ ਦਿਓ। ਤੁਸੀਂ ਸਮਝਦੇ ਕਿਉਂ ਨਹੀਂ? ਦੇਵ ਨੇ ਜੋ ਕੀਤਾ ਉਹਦੀ ਡਿਊਟੀ ਸੀ। ਆਪਣੇ 5 ਸਾਥੀਆਂ ਨਾਲ 5 ਦਿਨ ਤੇ 5 ਰਾਤਾਂ ਇੱਕ ਨਿਰਦੋਸ਼ ਔਰਤ ਉੱਤੇ ਜ਼ੁਲਮ। ਕਿਹੜਾ ਕਾਨੂੰਨ ਤੇ ਕਿਹੜਾ ਸੰਵਿਧਾਨ ਇਹ ਡਿਊਟੀ ਸਿਖਾਉਂਦਾ ਮਿਸਿਸ ਦੇਵ? ਦੇਵ ਨੇ ਇਹੋ ਜਿਹਾ ਕੁਝ ਨਹੀਂ ਕੀਤਾ। ਉਹ ਇਹੋ ਜਿਹਾ ਸੋਚ ਵੀ ਨਹੀਂ ਸਕਦੇ। ਹਰ ਔਰਤ ਆਪਣੇ ਪਤੀ ਬਾਰੇ ਜਿਹਾ ਕਹਿੰਦੀ ਹੈ। ਕਾਸ਼ ਸੋਚਦੀ ਵੀ ਇਸੇ ਤਰ੍ਹਾਂ ਹੋਵੇ। ਮੈਨੂੰ ਦੇਵ ਤੇ ਪੂਰਾ ਭਰੋਸਾ ਹੈ। ਮੈਨੂੰ ਵੀ ਪੂਰਾ ਭਰੋਸਾ ਹੈ। ਉਹ ਸਿਰੇ ਦਾ ਕਮੀਨਾ ਹੈ, ਵਰਦੀ ਵਿੱਚ ਛੁਪਿਆ ਹੋਇਆ ਇਲਾਕੇ ਦਾ ਸਭ ਤੋਂ ਵੱਡਾ ਟੈਰਰਿਸਟ। ਕਮੀਨਾ ਉਹ ਨਹੀਂ, ਤੂੰ ਹੈ ਜੋ ਇੱਕ ਔਰਤ ਦੇ ਦਿਲ ਵਿੱਚ ਉਹਦੇ ਪਤੀ ਵਾਸਤੇ ਮੁਹੱਬਤ ਦੀ ਥਾਂ ਤੇ ਨਫ਼ਰਤ ਪੈਦਾ ਕਰਨ ਦੀ ਕੋਸ਼ਿਸ਼ ਕਰ ਰਿਹਾ। ਪਰ ਇਹੋ ਜਿਹਾ ਕੁਝ ਨਹੀਂ ਹੋਣ ਲੱਗਿਆ। ਤੂੰ ਵੱਧ ਤੋਂ ਵੱਧ ਦੇਵ ਨੂੰ ਮਾਰ ਸਕਦਾ ਹੈ, ਮੈਨੂੰ ਗੋਲੀ ਮਾਰ ਸਕਦਾ ਹੈ, ਪਰ ਮੇਰੇ ਦਿਲ ਵਿੱਚ ਦੇਵ ਵਾਸਤੇ ਇਹੋ ਜਿਹੀ ਕੋਈ ਵੀ ਸੋਚ ਪੈਦਾ ਨਹੀਂ ਕਰ ਸਕਦਾ। ਹੁਣੇ ਤੁਸੀਂ ਥੋੜੀ ਦੇਰ ਪਹਿਲਾਂ ਇੱਥੇ ਬੈਠੇ ਗਾ ਰਹੇ ਸੀ। ਮੈਂ ਤੁਹਾਡਾ ਗੀਤ ਤੇ ਤੁਹਾਡੀ ਆਵਾਜ਼ ਸੁਣ ਕੇ ਕੀਲੀ ਗਈ ਸਾਂ। ਇੱਕ ਪਲ ਲਈ, ਸ਼ਾਇਦ ਇੱਕ ਪਲ ਦੇ ਛੋਟੇ ਜਿਹੇ ਹਿੱਸੇ ਲਈ ਤੁਸੀਂ ਮੇਰੇ ਦਿਲ ਦੇ ਬਹੁਤ ਕਰੀਬ ਆ ਗਏ ਸੀ। ਮੈਂ ਅਚੰਭਿਤ ਸਾਂ। ਕੀ ਹੋ ਗਿਆ ਸੀ ਮੈਨੂੰ? ਕਿੱਥੇ ਸਾਂ ਮੈਂ? ਮੈਨੂੰ ਕਹਿੰਦਿਆਂ ਸ਼ਰਮ ਮਹਿਸੂਸ ਹੋ ਰਹੀ ਹੈ, ਪਰ ਉਸ ਘੜੀ 'ਚ ਤੁਸੀਂ ਮੇਰੇ ਦਿਲ ਵਿੱਚ ਵੀ ਲੈ ਜਾਂਦੇ ਤਾਂ ਲੈ ਜਾਂਦੇ। ਪਰ ਰੱਬ ਦਾ ਸ਼ੁਕਰ ਹੈ, ਬਹੁਤ ਜਲਦੀ ਤੁਹਾਡਾ ਅਸਲੀ ਚਿਹਰਾ ਨੰਗਾ ਹੋ ਗਿਆ। ਸੰਗੀਤ ਦੇ ਦੇਵਤੇ ਦੇ ਪੇਸ ਵਿੱਚ ਹੈਵਾਨ ਹੋ ਤੁਸੀਂ, ਨਿਰੇ ਕਾਤਿਲ। ਕੀ ਮਿਲਦਾ ਤੁਹਾਨੂੰ ਕਿਸੇ ਦੀ ਜਾਨ ਲੈ ਕੇ? ਕਿਸੇ ਦੀ ਜਾਨ ਲੈ ਕੇ ਕਿਸੇ ਨੂੰ ਕੁਝ ਮਿਲ ਸਕਦਾ ਹੈ, ਇਹ ਗੱਲ ਤਾਂ ਕੋਈ ਮੂਰਖ ਹੀ ਸੋਚ ਸਕਦਾ ਹੈ। ਜੇ ਸਭ ਕੁਝ ਸਮਝਦੇ ਹੋ ਤਾਂ ਕਿਉਂ ਕਰਦੇ ਹੋ ਤੁਸੀਂ ਕਤਲ? ਕਈ ਵਾਰ ਜ਼ਹਿਰ ਹੀ ਜ਼ਹਿਰ ਦਾ ਤੋੜ ਹੁੰਦੀ ਹੈ ਮਿਸਿਸ ਦੇਵ। ਹੁਣੇ ਜਦੋਂ ਮੈਂ ਤੁਹਾਡੇ ਘਰ ਆਇਆ
ਤਾਂ ਬਾਹਰ ਲੌਨ ਵਿੱਚ ਬਹੁਤ ਵਧੀਆ ਫੁੱਲ ਦੇਖੇ, ਬਹੁਤ ਅੱਛੀ ਬਾਗਬਾਨੀ ਕਰਦੇ ਹੋ ਤੁਸੀਂ, ਪਰ ਉਹਨਾਂ ਫੁੱਲਾਂ ਦੀ ਖੁਸ਼ਬੂ ਪਰ ਇੱਕ ਅਜੀਬ ਜੀ ਕਚਿਆਨ ਪੈਦਾ ਕਰਦੀ ਬੋ ਵੀ ਸੀ। ਹਾਂ, ਅੱਜ ਮੈਂ ਸਵੇਰੇ ਹੀ ਕੀੜੇਮਾਰ ਦਵਾਈ ਦਾ ਸਪਰੇਅ ਕੀਤਾ ਸੀ ਲੌਨ ਵਿੱਚ। ਇਸ ਨਾਲ ਤਾਂ ਕਿੰਨੇ ਹੀ ਕੀੜੇ ਮਕੌੜੇ ਮਰ ਗਏ ਹੋਣਗੇ। ਜ਼ਰਾ ਸੋਚੋ, ਤੁਹਾਨੂੰ ਕੀ ਮਿਲਿਆ ਇਹਨਾਂ ਕੀੜਿਆਂ ਦੀ ਜਾਨ ਲੈ ਕੇ? ਉਹ ਮੇਰੇ ਲੌਨ ਨੂੰ ਖਰਾਬ ਕਰ ਰਹੇ ਸਨ। ਹਰਿਆਵਲ ਦੇ ਰੰਗ ਵਿੱਚ ਛੁਪੇ ਹਰੇ ਰੰਗ ਦੇ ਕਮੀਨੇ ਕੀੜੇ ਮੇਰੇ ਲੌਨ ਨੂੰ ਖਰਾਬ ਕਰ ਰਹੇ ਸਨ। ਉਹ ਫੁੱਲਾਂ ਬੂਟੀਆਂ ਦੀਆਂ ਜੜ੍ਹਾਂ ਨੂੰ ਚੂਸ ਰਹੇ ਸਨ, ਉਹਨਾਂ ਨੂੰ ਖੋਖਲਾ ਕਰ ਰਹੇ ਸਨ। ਤੁਹਾਡਾ ਦੇਵ ਵੀ ਅਜਿਹੇ ਇੱਕ ਸਿਸਟਮ ਦਾ ਹਿੱਸਾ ਹੈ ਮਿਸਿਸ ਦੇਵ, ਜੋ ਸਮਾਜ ਦੀ ਸੁੰਦਰਤਾ ਦਾ ਨਾਸ ਮਾਰ ਰਿਹਾ ਹੈ। ਉਹ ਲੋਕ ਮਨੁੱਖਤਾ ਦੀਆਂ ਜੜ੍ਹਾਂ ਨੂੰ ਲੱਗੇ ਹੋਏ ਕੀੜੇ ਨੇ, ਤੇ ਸਾਡੀ ਆਰਗੇਨਾਈਜੇਸ਼ਨ ਨੇ ਫੈਸਲਾ ਕੀਤਾ ਹੈ ਅਜਿਹੇ ਕੀੜਿਆਂ ਉੱਪਰ ਜ਼ਹਿਰ ਛਿੜਕ ਦੇਣ ਦਾ। ਤੁਹਾਡੀ ਆਰਗੇਨਾਈਜੇਸ਼ਨ ਕੌਣ ਹੁੰਦੀ ਹੈ ਇਹੋ ਜਿਹਾ ਫੈਸਲਾ ਕਰਨ ਵਾਲੀ? ਜੇ ਕਿਤੇ ਕੋਈ ਜ਼ੁਲਮ ਹੋ ਰਿਹਾ ਹੈ ਤਾਂ ਉਹਨੂੰ ਠੀਕ ਕਰਨਾ ਰਾਜ ਦਾ ਕੰਮ ਹੈ, ਕਾਨੂੰਨ ਦਾ ਕੰਮ ਹੈ। ਤੁਸੀਂ ਕੌਣ ਹੁੰਦੇ ਹੋ? ਧਰਮ ਦੇ ਠੇਕੇਦਾਰ? ਕੌਣ ਕਹਿੰਦਾ ਤੁਹਾਨੂੰ ਇਹ ਸਭ ਕੁਝ ਕਰਨ ਲਈ? ਸਾਡਾ ਮਨ, ਸਾਡੀ ਅੰਤਰਾਤਮਾ। ਜ਼ੁਲਮ ਸਹਿਣਾ ਤੇ ਹੁੰਦਾ ਵੇਖਣਾ ਵੀ ਉਤਨਾ ਹੀ ਵੱਡਾ ਜ਼ੁਲਮ ਹੈ ਜਿੰਨਾ ਕਿ ਜ਼ੁਲਮ ਕਰਨਾ, ਤੇ ਸਾਡੀ ਆਤਮਾ ਇਸ ਜ਼ੁਲਮ ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ। ਆਈ ਐਮ ਸੌਰੀ ਮਿਸਿਸ ਦੇਵ, ਪਰ ਅੱਜ ਤੁਹਾਡੇ ਪਤੀ ਨੂੰ ਮਰਨਾ ਹੀ ਪਏਗਾ। ਨਹੀਂ, ਤੁਹਾਨੂੰ ਸਿਰਫ ਆਪਣੇ ਲੌਨ ਦੀ ਫਿਕਰ ਹੈ। ਮੈਨੂੰ ਵੀ ਦੇਸ਼ ਤੇ ਦੁਨੀਆ ਦਾ ਫਿਕਰ ਹੈ, ਪਰ ਦੇਵ ਨੇ ਇਹੋ ਜਿਹਾ ਕੀ ਕੀਤਾ ਜਿਸ ਨਾਲ ਇਸ ਦੁਨੀਆ ਨੂੰ ਕੁਝ ਖਤਰਾ ਪੈਦਾ ਹੋ ਗਿਆ ਹੋਵੇ? ਮੰਨ ਲੈਂਦੀ ਹਾਂ, ਇੱਕ ਪਲ ਲਈ ਮੰਨ ਲੈਂਦੀ ਹਾਂ, ਹਾਲਾਂਕਿ ਇਸ ਦੀ ਕੋਈ ਸੰਭਾਵਨਾ ਨਹੀਂ ਹੈ, ਪਰ ਮੈਂ ਤੁਹਾਡੇ ਕਹਿਣ ਤੇ ਮੰਨ ਲੈਂਦੀ ਹਾਂ ਕਿ ਦੇਵ ਨੇ ਤੁਹਾਡੇ ਪ੍ਰੇਮਿਕਾ ਤੇ ਤਸ਼ੱਦਦ ਕੀਤਾ। ਪਰ ਇਸ ਦਾ ਮਤਲਬ ਤਾਂ ਇਹ ਹੋਇਆ ਨਾ ਕਿ ਇਹ ਤੁਹਾਡੀ ਤੇ ਦੇਵ ਦੀ ਪਰਸਨਲ ਲੜਾਈ ਹੈ। ਮੂਵਮੈਂਟ ਦਾ ਤਾਂ ਇਸ ਵਿੱਚ ਕੁਝ ਨਹੀਂ ਹੈ ਨਾ, ਫਿਰ ਉਸ ਦੀ ਓਟ ਕਿਉਂ ਲੈ ਰਹੇ ਹੋ ਤੁਸੀਂ? ਇਹ ਤੁਹਾਡੀ ਪਰਸਨਲ ਲੜਾਈ ਹੈ, ਤੇ ਪਰਸਨਲ ਲੜਾਈਆਂ ਵਾਸਤੇ ਕੋਰਟ ਹੈ, ਕਚਹਿਰੀ ਹੈ, ਜਾਓ ਤੇ ਜਾ ਕੇ ਲਿਖਵਾ ਦਿਓ ਰਿਪੋਰਟ ਦੇਵ ਦੇ ਖਿਲਾਫ। ਕਿਸ ਕੋਲ ਲਿਖਾਵਾਂ ਦੇਵ ਦੇ ਖਿਲਾਫ ਰਿਪੋਰਟ? ਖੁਦ ਦੇਵ ਕੋਲ? ਉਹੀ ਤਾਂ ਹੈ ਸਾਰੀਆਂ ਰਿਪੋਰਟਾਂ ਨੂੰ ਸੁਣਨ ਤੇ ਉਹਨਾਂ ਤੇ ਅਮਲ ਕਰਨ ਵਾਲਾ ਉੱਚ ਅਧਿਕਾਰੀ। ਦੇਵ ਤੋਂ ਉੱਪਰ ਵੀ ਤਾਂ ਉੱਚ ਅਧਿਕਾਰੀ ਬੈਠੇ ਨੇ। ਇੱਕ ਪੁਲਿਸ ਵਾਲਾ ਦੂਜੇ ਪੁਲਿਸ ਵਾਲੇ ਦੇ ਖਿਲਾਫ ਵੱਧ ਤੋਂ ਵੱਧ ਕੀ ਕਰੇਗਾ ਮਿਸਿਸ ਦੇਵ? ਕੱਲ ਦੇਵ ਦੇ ਅਧਿਕਾਰ ਖੇਤਰ 'ਚ ਪੈਂਦੇ ਥਾਣੇ ਵਿੱਚ ਇੱਕ ਅਬਲਾ ਨਿਰਦੋਸ਼ ਔਰਤ ਨਾਲ ਉਹੀ ਹੋਇਆ ਜੋ ਅੱਜ ਤੋਂ 5 ਸਾਲ ਪਹਿਲਾਂ ਮੇਰੀ ਨੀਲੂ ਨਾਲ ਹੋਇਆ ਸੀ। ਦੇਵ ਗੋਲੀ ਮਾਰ ਦਿੰਦੇ ਇਹੋ ਜਿਹੇ ਹਾਂ, ਸਟਾਫ ਦੱਸ ਮੈਂਬਰ। ਚੁੱਕੇ ਹੋ ਤੁਸੀਂ ਮੈਨੂੰ ਕਿ ਉਹ ਬਹੁਤ ਖਫਾ ਸਨ। ਉਸ ਦਾ ਦਿਲ ਕਰਦਾ ਸੀ ਕਿ ਅਜਿਹਾ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਗੋਲੀ ਮਾਰ ਦੇਣ, ਪਰ ਕਾਨੂੰਨ ਦੀਆਂ ਬੈਲਟਾਂ ਨਾਲ ਉਹਨਾਂ ਦੇ ਹੱਥ ਬੰਨੇ ਹੋਏ ਸਨ ਵਗੈਰਾ ਵਗੈਰਾ। ਪਰ ਹੈਰਾਨੀ ਤਾਂ ਕਾਨੂੰਨ ਦੇ ਇਸ ਬੈਲਟ ਦੀ ਹੈ ਮਿਸਿਸ ਦੇਵ, ਕਿ ਅਪਰਾਧੀਆਂ ਨੂੰ ਗੋਲੀ ਮਾਰਨ ਵੇਲੇ ਬੈਲਟ ਹਮੇਸ਼ਾ ਬੰਨੀ ਹੁੰਦੀ ਹੈ ਕੱਸ ਕੇ, ਤੇ ਨਿਰਦੋਸ਼ਾਂ ਤੇ ਔਰਤਾਂ ਦੇ ਮਾਮਲੇ ਵਿੱਚ ਇਹ ਬੈਲਟ ਇੱਕ ਮਿੰਟ ਵਿੱਚ ਖੁੱਲ ਜਾਂਦੀ ਹੈ। ਕੁਝ ਨਹੀਂ ਹੋਏਗਾ ਉਹਨਾਂ ਸਟਾਫ ਮੈਂਬਰਾਂ ਨੂੰ। ਲੋਕਾਂ ਦਾ ਜ਼ੋਰ ਹੈ, ਉੱਪਰੋਂ ਸ਼ੋਰ ਹੈ, ਕਿਸੇ ਉਦਾਰਵਾਦੀ ਗਰੁੱਪ ਨਾਲ ਸਮਝੌਤੇ ਦੀ ਕੋਸ਼ਿਸ਼ਾਂ ਚੱਲ ਰਹੀਆਂ ਨੇ। ਕੁਝ ਦਿਨਾਂ ਲਈ ਉਹ ਅਧਿਕਾਰੀ ਸਸਪੈਂਡ ਕਰ ਦਿੱਤੇ ਜਾਣਗੇ, ਜਾਂਚ ਹੋਏਗੀ, ਕੋਈ ਗਵਾਹੀ ਦੇਣ ਨਹੀਂ ਆਏਗਾ ਤੇ ਉਹ ਸਾਫ਼ ਬਰੀ ਹੋ ਜਾਣਗੇ। ਮੁੜ ਕੇ ਜਦੋਂ ਡਿਊਟੀ ਤੇ ਆਣਗੇ ਤਾਂ ਉਹਨਾਂ ਦੇ ਮੋਢੇ ਤੇ ਇੱਕ ਹੋਰ ਸਟਾਰ ਲਸ਼ਕ ਰਿਹਾ ਹੋਏਗਾ, ਇੱਕ ਹੋਰ ਸਟਾਰ। ਤੁਹਾਨੂੰ ਲੱਗਦਾ ਹੈ ਕਿ ਮੇਰੀ ਤੇ ਦੇਵ ਦੀ ਪਰਸਨਲ ਲੜਾਈ ਹੈ, ਪਰ ਇਹ ਸੱਚ ਨਹੀਂ। ਮੇਰੀ ਲੜਾਈ ਤਾਂ ਆਪਣੇ ਆਪ ਨਾਲ ਸੀ, ਜੋ ਮੈਂ ਲੜਦਾ ਰਿਹਾ ਪੂਰੇ 5 ਸਾਲ ਪਹਾੜਾਂ ਦੀਆਂ ਇਹਨਾਂ ਗੁਫਾਵਾਂ ਵਿੱਚ, ਤੀਰਥ ਸਥਾਨਾਂ ਦੇ ਕੰਢਿਆਂ ਤੇ, ਸਾਧੂਆਂ ਦੇ ਡੇਰਿਆਂ ਤੇ ਜੋਗੀਆਂ ਤੇ ਟਿੱਲਿਆਂ ਤੇ। ਹਰ ਅੱਤਵਾਦੀ ਅੱਤ ਵਿੱਚੋਂ ਪੈਦਾ ਹੁੰਦਾ ਹੈ। ਮੈਂ ਵੀ ਉਸੇ ਅੱਤ ਦਾ ਹਿੱਸਾ ਹਾਂ ਜੋ ਫੈਲੀ ਹੋਈ ਹੈ ਸਾਰੇ ਸਮਾਜ ਵਿੱਚ। ਇਸੇ ਹੀ ਸਮਾਜ ਨੇ ਮੈਨੂੰ ਦਿੱਤੀ ਹੈ। ਮੈਂ ਕੋਈ ਮਾਂ ਦੇ ਕੁੱਖੋਂ ਨਾਲ ਲੈ ਕੇ ਪੈਦਾ ਨਹੀਂ ਸੀ ਹੋਇਆ। ਨੀਲੂ ਤਾਂ ਸਗੋਂ ਵਰਜਦੀ ਸੀ ਅੱਧ ਇਸ ਖੇਡ ਤੋਂ ਮੈਨੂੰ, ਪਰ ਇੱਕ ਦਿਨ ਖੁਦ ਹੀ ਅੱਧ ਦਾ ਸ਼ਿਕਾਰ ਹੋ ਗਈ। ਉਸ ਦੀ ਮੌਤ ਨੇ ਮੈਨੂੰ ਇੰਨਾ ਤੋੜ ਦਿੱਤਾ ਸੀ ਕਿ ਮੈਂ ਜ਼ਿੰਦਗੀ ਨਾਲੋਂ ਹੀ ਟੁੱਟ ਗਿਆ ਸਾਂ। ਮੇਰੀ ਮੂਵਮੈਂਟ ਤੇ ਮੇਰੀ ਕਮਿਟਮੈਂਟ ਪਿੱਛੇ ਰਹਿ ਗਈ ਸੀ। ਅਰਥ ਗਵਾਚ ਗਏ ਸਨ ਮੇਰੇ ਲਈ ਜੀਵਨ ਦੇ, ਤੇ ਮੈਂ ਭਟਕ ਰਿਹਾ ਸਾਂ ਸ਼ਬਦਾਂ ਦੇ ਜੰਗਲ ਵਿੱਚ। ਮੈਂ ਸੰਨਿਆਸੀ ਹੋ ਗਿਆ ਸਾਂ ਮਿਸਿਸ ਦੇਵ, ਸੰਨਿਆਸੀ, ਤੇ ਤੂਣੀ ਰਮਾ ਕੇ ਬੈਠ ਗਿਆ ਸਾਂ ਪਹਾੜ ਦੀ ਛੋਟੀ ਤੇ। ਮਜ਼ਾਕ ਉਡਾਉਂਦੇ ਸਨ ਮੇਰੇ ਸਾਥੀ ਮੇਰਾ ਕਿ ਮੈਂ
ਹੀਰ ਦੇ ਇਸ਼ਕ ਵਿੱਚ ਜਗ ਜਹਾਨ ਛੱਡ ਕੇ ਰਾਂਝਾ ਬਣ ਗਿਆ। पर मैं खुश सा पता है क्यों? क्योंकि मेरे हाथ विच बंदूक नहीं सी ते नीलू हमेशा चाहती सी मैं अंतर्मगन हो गया। मैनू लगा कि मेरी श्रद्धांजलि होगी उसने। मैं अंतर्मगन हो गया। भावें कदे कदे हथ खुलियां अखां दियां चीथां विचों मैनूं एक खौफनाक मंजर दिखाई दिंदा। किसे सुनसान राह ते हड्डा रोड़ी दे कुत्तियां विच घिरी छोटी मासूम कुड़ी चीखदी ते विरलाप करदी। कदे किसे होर विरल विच झूठे पुलिस मुकाबलियां विच कीड़ियां वांग रिंगदे आम लोग नजर आंदे, पर मैं सगों कस के अखां बंद कर लैंदा। पता है क्यों? क्योंकि हुण मेरे हाथ विच बंदूक नहीं सी ते नीलू हमेशा यही चाहती सी। पर कुछ दिन पहला किसी मेले विचों पुराना अखबार मेरे हाथ लगा। देखो इसनू। ਇਹ ਤਾਂ ਤੁਹਾਡੀ ਤਸਵੀਰ ਹੈ ਤੇ ਤੁਹਾਡੇ ਮਾਰੇ ਜਾਣ ਦੀ ਖਬਰ। नहीं, ਇਹ तस्वीर मेरी नहीं, पर खबर मेरे मारे जान दी है। मैनू मर खप गया समझ के पहला तो पुलिस वाले ने मेरे सिर ते 10 लाख का इनाम लाया ते फिर एक लाश नूं विखा के इनाम हासिल कर लिया। हाँ मिसिस देव, हाँ पुलिस रिकॉर्ड के मुताबिक मैं आज तो कई साल पहला मर चुका। नाके ते होए एक झूठे पुलिस मुकाबले विच ते पता उस झूठे पुलिस मुकाबले च कौन मरिया सी? 5 पैरां दा इकलौता भरा ते एक विधवा मां दा 17 साल दा मासूम पुੱਤ मरिया सी मिसिस देव। ते ਕਿਹੜਾ ਪੁਲਿਸ ਅਧਿਕਾਰੀ ਸੀ ਜਿਸ ਨੂੰ ਇਸ ਨਾਮ ਦਾ ਸਭ ਤੋਂ ਵੱਡਾ ਹਿੱਸਾ ਮਿਲਿਆ? ਤੁਹਾਡਾ ਦੇਵ ਇਲਾਕੇ ਦੇ ਸਭ ਤੋਂ ਵੱਡੇ ਆਤੰਕਵਾਦੀ ਨੂੰ ਮਾਰ ਕੇ ਡੀਐਸਪੀ ਬਣ ਗਿਆ। ਤੁਹਾਡਾ ਦੇਵ। अन्नी जंग है, अन्नी जंग। कुछ नहीं वेखती, कुछ नहीं सोचती, किसी रिश्ते का लिहाज नहीं करती, बस मारती है। 5 भैणां सन उसदियां ते की कसूर से उसका? यही कि उसकी शक्ल मेरे नाल मिलती है। मैं मर गया सी पर मेरा ना चलता सी। कदे पुलिस वरत लैंदी तां कदे चोर डाकू। दोहां दा मकसद इको सी, टैरर पैदा करना। फिर मैं सोचा कि जी मेरा नाम इन्ना ही कीमती है तो इसनूं सिर्फ मैं वरतांगा, टैरर नूं पैदा करने लई नहीं, टैरर नूं मिटाउण लई। ते फिर मैं ऑर्गेनाइजेशन ज्वाइन कर ली। हिंसा दे बदले हिंसा, किथे पहुंचांगे इस तरह से? कोई अहिंसक नहीं है इत्थे, कोई अहिंसक नहीं है, बस कहण दे ढंग वखरे वखरे ने। क्रांतिकारी कहते सन कि साडी गल मनो नहीं तो असीं तुहाडी जान ले लांगे, ते शांतिवादी कहते सन कि साडी गल मनो नहीं तो असीं अपनी जान ले लांगे। मरण वर्त रख के हिंसा हुई सी, बस रूप बदलिया होया सी। वरना हिंसक तो शेर हुंदा है मिसिस देव, जो पूरा हिरन खा के रज गया हुंदा है ते होर खाण दी उस विच कैपेसिटी नहीं हुंदी। ओह औरत जिसदा नाम शांति है, रखैल बन के रहिंदी है हथियार व्यापारियों के फार्म हाउस विच। ते इस नजायज़ रिश्ते तो मनुख नहीं, मशीनां पैदा होंदियां ने जो बरूद फकदियां ने
ਅੱਗ ਵਰਾਉਂਦੀਆਂ ਨੇ, ਲੜਦੀਆਂ ਨੇ ਅੰਨੀ ਜੰਗ। ਤੁਹਾਡੀਆਂ ਦਲੀਲਾਂ ਬਹੁਤ ਵਧੀਆ ਨੇ, ਪਰ ਜਿਨ੍ਹਾਂ ਦਲੀਲਾਂ ਨਾਲ ਤੁਸੀਂ ਆਪਣੀ ਪ੍ਰੇਮਿਕਾ ਨੂੰ ਰਾਜ਼ੀ ਨਹੀਂ ਕਰ ਸਕੇ, ਉਹਨਾਂ ਦਲੀਲਾਂ ਨਾਲ ਕਿਸੇ ਹੋਰ ਦੀ ਪ੍ਰੇਮਿਕਾ ਨੂੰ ਕਿਵੇਂ ਕਨਵਿੰਸ ਕਰੋਗੇ? ਕੋਈ ਵੀ ਔਰਤ ਖੂਨ ਖਰਾਬੇ ਨੂੰ ਬਰਦਾਸ਼ਤ ਨਹੀਂ ਕਰ ਸਕਦੀ। ਪਿਆਰ ਦਾ ਇੱਕ ਚੁੰਮਣ ਉਸ ਉੱਤੇ ਲੱਖ ਧਮਕੀਆਂ ਜਿੰਨਾ ਅਸਰ ਕਰਦਾ ਹੈ। ਪਰ ਸਾਵਧਾਨ, ਕੋਈ ਵੀ ਔਰਤ ਨੂੰ ਕਮਜ਼ੋਰ ਨਾ ਸਮਝੇ। ਲੋੜ ਪੈਣ ਤੇ ਉਹ ਕੀੜਿਆਂ ਉੱਤੇ ਜ਼ਹਿਰ ਛਿੜਕਣਾ ਵੀ ਜਾਣਦੀਆਂ ਨੇ। 5 ਦਿਨ ਤੇ 5 ਰਾਤਾਂ ਹੱਡਾਂ ਰੋੜੀ ਦੇ ਕੁੱਤੇ ਨੀਲੂ ਦੇ ਜਿਸਮ ਨੂੰ ਫਰੋਲਦੇ ਰਹੇ, ਪਰ ਉਸਦੇ ਸੀਨੇ ਵਿੱਚੋਂ ਉਸਦੇ ਪ੍ਰੇਮੀ ਦਾ ਰਾਜ਼ ਨਹੀਂ ਲੱਭ ਸਕੇ। ਉਹ ਬਹੁਤ ਕਮਿਟਡ ਸੀ, ਭਾਵੇਂ ਉਹ ਆਰਗੇਨਾਈਜੇਸ਼ਨ ਦੀ ਮੈਂਬਰ ਨਹੀਂ ਸੀ, ਪਰ ਜਿਸ ਦਿਨ ਉਹ ਮਰੀ ਕਿਸੇ ਦੇ ਸੰਗੋਂ ਬੁਰਕੀ ਨਹੀਂ ਸੀ ਲੰਗੀ। ਮਰਦ ਸਨ ਉਹ। ਮੈਂ ਦਾਅਵੇ ਨਾਲ ਕਹਿ ਸਕਦੀ ਹਾਂ ਕਿ ਉਹਨਾਂ ਦਾ ਇਹ ਵਰਤ ਇੱਕ ਦਿਨ ਵੀ ਨਹੀਂ ਚੱਲਿਆ ਹੋਣਾ। ਕੋਈ ਔਰਤ ਹੁੰਦੀ ਤਾਂ ਜਨਮਾਂ ਦੀ ਭੁੱਖ ਸਹੇੜ ਲੈਂਦੀ। ਆਰਗੇਨਾਈਜੇਸ਼ਨ ਕੋਲ ਹੋਰ ਵੀ ਬਥੇਰੇ ਕੰਮ ਨੇ। ਹਾਂ, ਜਿਵੇਂ ਕਿ ਮੇਰੇ ਪਤੀ ਦੀ ਹੱਤਿਆ। ਪਤੀ ਉਹ ਤੁਹਾਡੇ ਲਈ ਹੈ, ਆਰਗੇਨਾਈਜੇਸ਼ਨ ਲਈ ਉਹ ਸਿਰਫ ਇੱਕ ਟਾਰਗੇਟ ਹੈ। ਮੈਂ ਦਾਅਵੇ ਨਾਲ ਕਹਿ ਸਕਦੀ ਹਾਂ ਕਿ ਆਰਗੇਨਾਈਜੇਸ਼ਨ ਨੂੰ ਵੀ ਉਹ ਟਾਰਗੇਟ ਤੁਸੀਂ ਹੀ ਸੁਝਾਇਆ ਹੋਵੇਗਾ ਆਪਣੀ ਨੀਲੂ ਦਾ ਬਦਲਾ ਲੈਣ ਲਈ। ਕਿਉਂਕਿ ਨੀਲੂ ਨੇ ਆਰਗੇਨਾਈਜੇਸ਼ਨ ਲਈ ਬਹੁਤ ਵੱਡੀ ਕੁਰਬਾਨੀ ਕੀਤੀ ਸੀ। ਬੇਵਕੂਫ ਹੋ ਤੁਸੀਂ ਤੇ ਤੁਹਾਡੀ ਆਰਗੇਨਾਈਜੇਸ਼ਨ। ਨੀਲੂ ਨੇ ਜੋ ਕੀਤਾ ਤੁਹਾਡੇ ਲਈ ਕੀਤਾ, ਆਪਣੇ ਪਿਆਰ ਲਈ ਕੀਤਾ। ਵਰਨਾ ਤੁਸੀਂ ਆਪ ਕਹਿ ਚੁੱਕੇ ਹੋ ਕਿ ਨੀਲੂ ਨੂੰ ਤੁਹਾਡੇ ਹੱਥਾਂ ਵਿੱਚ ਬੰਦੂਕ ਫੜੀ ਚੰਗੀ ਨਹੀਂ ਸੀ ਲੱਗਦੀ। ਉਹ ਤਾਂ ਚਾਹੁੰਦੀ ਹੋਵੇਗੀ ਕਿ ਤੁਹਾਡੇ ਹੱਥਾਂ ਵਿੱਚ ਬੰਦੂਕ ਦੀ ਥਾਂ ਤੇ ਉਸਦੇ ਹੱਥ ਹੋਣ। ਉਹ ਚਾਹੁੰਦੀ ਹੋਵੇਗੀ ਕਿ ਤੁਹਾਡੀਆਂ ਅੱਖਾਂ ਵਿੱਚ ਉਸ ਲਈ ਬੇਪਨਾਹ ਮੁਹੱਬਤ ਹੋਵੇ। ਉਹ ਚਾਹੁੰਦੀ ਹੋਵੇਗੀ ਕਿ ਤੁਸੀਂ ਗਾਓ, ਉਸਦੇ ਸੁਹੱਪਣ ਨੂੰ ਮਾਣੋ, ਉਸਦੇ ਹਾਸੇ ਨੂੰ ਸੁਣੋ, ਉਸਦੇ ਚੜ੍ਹਦੇ ਉਤਰਦੇ ਭਾਵਾਂ ਨੂੰ। ਜੰਗਲੀ ਇਲਾਕਿਆਂ ਵਿੱਚੋਂ ਵੱਲ ਖਾ ਕੇ ਹੇਠਾਂ ਉਤਰਦੀ ਕਿਸੇ ਪਹਾੜੀ ਨਦੀ ਦੀ ਉਪਮਾ ਦਿਓ। ਹਾਂ, ਉਹ ਹੀ ਚਾਹੁੰਦੀ ਸੀ। ਉਹ ਬਹੁਤ ਪਿਆਰ ਕਰਦੀ ਸੀ ਮੈਨੂੰ। ਔਰਤ ਜਦ ਵੀ ਕਿਸੇ ਨੂੰ ਪਿਆਰ ਕਰਦੀ ਹੈ ਤਾਂ ਬਹੁਤ ਜ਼ਿਆਦਾ ਕਰਦੀ ਹੈ। ਉਸਦੀ ਕੋਈ ਹੱਦ ਨਹੀਂ ਹੁੰਦੀ। ਉਹ ਸਿਰਫ ਸ਼ੁਰੂ ਹੁੰਦਾ ਹੈ। ਆਪਣਾ ਪਿਆਰ ਸਾਬਿਤ ਕਰਨ ਲਈ ਉਹ ਆਪਣੀ ਜਾਨ ਦੇ ਵੀ ਸਕਦੀ ਹੈ ਤੇ ਕਿਸੇ ਦੀ ਜਾਨ ਲੈ ਵੀ ਸਕਦੀ ਹੈ, ਤੇ ਨੀਲੂ ਨੇ ਇਹ ਸਾਬਿਤ ਕੀਤਾ। ਤੇ ਹੁਣ ਮੇਰੀ ਵਾਰੀ ਹੈ ਕਿ ਤੁਸੀਂ ਮੇਰੇ ਨਾਲ ਇੱਕ ਸੌਦਾ ਕਰੋਗੇ। ਸੌਦਾ? ਹਾਂ, ਦੇਵ ਨੇ ਤੁਹਾਡੀ ਪ੍ਰੇਮਿਕਾ ਦੀ ਹੱਤਿਆ ਕੀਤੀ ਹੈ। ਤੁਸੀਂ ਦੇਵ ਦੀ ਪ੍ਰੇਮਿਕਾ ਦੀ ਹੱਤਿਆ ਕਰ ਦਿਓ। ਇਸ ਤਰ੍ਹਾਂ ਤੁਹਾਡਾ ਬਦਲਾ ਵੀ ਪੂਰਾ ਹੋ ਜਾਏਗਾ ਤੇ ਮੈਂ ਵੀ ਆਪਣੇ ਪਿਆਰ ਵਿੱਚ ਪੁੱਗ ਜਾਵਾਂਗੀ। ਬੋਲੋ, ਹੈ ਸੌਦਾ ਮਨਜ਼ੂਰ? ਅਜੀਬ ਹੋ ਤੁਸੀਂ ਬਹੁਤ ਅਜੀਬ ਔਰਤ ਹੋ। ਮਰਦ ਜਦੋਂ ਔਰਤ ਦੀ ਗੱਲ ਨੂੰ ਨਾ ਸਮਝਣਾ ਚਾਹੁੰਦੇ ਹੋਣ ਤਾਂ ਇਹੀ ਆਖਦੇ ਨੇ। ਬੋਲੋ, ਕਰਦੇ ਹੋ ਆਪਣੇ ਪ੍ਰੇਮਿਕਾ ਦੇ ਬਦਲੇ ਦੇਵ ਦੀ ਪ੍ਰੇਮਿਕਾ ਦੀ ਹੱਤਿਆ? ਤੁਸੀਂ ਉਸ ਬੰਦੇ ਲਈ ਆਪਣੀ ਜਾਨ ਦੇ ਦੇਣਾ ਚਾਹੁੰਦੇ ਹੋ ਮਿਸਿਸ ਦੇਵ, ਜਿਸ ਨੂੰ ਦੂਜਿਆਂ ਦੀ ਜਾਨ ਦੀ ਰੱਤੀ ਪਰਵਾਹ ਨਹੀਂ? ਨਹੀਂ ਮਿਸਿਸ ਦੇਵ, ਨਹੀਂ। ਉਹ ਇਨਸਾਨ ਇੰਨੀ ਮੁਹੱਬਤ ਦੇ ਕਾਬਿਲ ਨਹੀਂ ਹੈ। ਤੁਸੀਂ ਨੀਲੂ ਦੀ ਮੁਹੱਬਤ ਦੇ ਕਾਬਿਲ ਸੀ ਜਾਂ ਨਹੀਂ, ਇਸ ਦਾ ਫੈਸਲਾ ਨੀਲੂ ਨੇ ਕੀਤਾ। ਦੇਵ ਮੇਰੀ ਮੁਹੱਬਤ ਦੇ ਕਾਬਿਲ ਹੈ ਜਾਂ ਨਹੀਂ, ਇਸ ਦਾ ਫੈਸਲਾ ਮੈਂ ਕਰਾਂਗੀ। ਤੇ ਮੇਰਾ ਫੈਸਲਾ ਇਹ ਹੈ ਕਿ ਹਾਂ, ਦੇਵ ਇਸ ਕਾਬਿਲ ਹੈ ਕਿ ਉਸ ਲਈ ਜਾਨ ਦਿੱਤੀ ਜਾ ਸਕੇ। ਬੋਲੋ, ਹੈ ਸੌਦਾ ਮਨਜ਼ੂਰ? ਪਰ ਮੈਂ ਤੁਹਾਡੀ ਜਾਨ ਕਿਉਂ ਲਵਾਂਗਾ? ਕਿਉਂਕਿ ਦੇਵ ਨੇ ਤੁਹਾਡੀ ਪ੍ਰੇਮਿਕਾ ਦੀ ਜਾਨ ਲਈ ਹੈ। ਤਾਂ ਫਿਰ ਕੀ ਫਰਕ ਰਹਿ ਜਾਏਗਾ ਮੇਰੇ ਤੇ ਦੇਵ ਵਿਚਕਾਰ, ਉਸ ਕਮੀਨੇ ਇਨਸਾਨ ਵਿਚਕਾਰ, ਜਿਸ ਨੂੰ ਮਾਰਨ ਲਈ ਮੈਨੂੰ ਇੱਕ ਵਾਰ ਫੇਰ ਹਥਿਆਰ ਚੱਕਣੇ ਪਏ? ਨਹੀਂ ਮਿਸਿਸ ਦੇਵ, ਨਹੀਂ। ਮੇਰਾ ਫੈਸਲਾ ਹੈ ਕਿ ਮੈਂ ਤੁਹਾਡੀ ਜਾਨ ਨਹੀਂ ਲਵਾਂਗਾ। ਲੱਗਦਾ ਤੁਸੀਂ ਮੇਰੀ ਆਫਰ ਨੂੰ ਚੰਗੀ ਤਰ੍ਹਾਂ ਸਮਝੇ ਨਹੀਂ। ਤੁਹਾਡਾ ਬਹੁਤ ਅੱਛਾ ਪ੍ਰਭਾਵ ਹੈ ਮੇਰੇ ਤੇ ਮਿਸਿਸ ਦੇਵ, ਤੇ ਪਲੀਜ਼ ਇਸ ਤਰ੍ਹਾਂ ਦੀ ਬੇਵਕੂਫਾਂ ਵਰਗੀ ਗੱਲਾਂ ਕਰਕੇ ਇਸ ਨੂੰ ਖਤਮ ਨਾ ਕਰੋ। ਪੂਰੇ 5 ਸਾਲ ਤੜਪੇ ਹੋ ਤੁਸੀਂ ਆਪਣੀ ਪ੍ਰੇਮਿਕਾ ਦੀ ਜੁਦਾਈ ਵਿੱਚ। ਦੇਵ ਨੂੰ ਗੋਲੀ ਮਾਰ ਦਿਓਗੇ ਤਾਂ ਉਹ 1 ਮਿੰਟ ਨਹੀਂ ਤੜਪੇਗਾ, ਮਰ ਜਾਏਗਾ। ਪਰ ਜੇ ਤੁਸੀਂ ਮੈਨੂੰ ਮਾਰੋਗੇ ਤਾਂ ਉਹ ਜਿਉਂਦੇ ਜੀ ਮਰ ਜਾਏਗਾ। ਘੱਟੋ ਘੱਟ 5 ਸਾਲ ਤਾਂ ਉਹ ਜ਼ਰੂਰ ਤੜਪੇਗਾ। ਪਰ ਜੇ ਮੈਂ ਤੁਹਾਨੂੰ ਗੋਲੀ ਮਾਰ ਦੇਗਾ ਮਿਸਿਸ ਦੇਵ, ਤਾਂ ਮੈਂ ਸਾਰੀ ਉਮਰ ਤੜਪਾਂਗਾ। ਤੁਸੀਂ ਮੈਨੂੰ ਸਿਰਫ ਇੱਕ ਟੈਰਰਿਸਟ ਸਮਝਦੇ ਹੋ। ਹੋਰ ਕੀ ਹੋ ਤੁਸੀਂ? ਕੋਈ ਸੁਤੰਤਰਤਾ ਸੈਨਾਨੀ, ਧਰਮ ਯੋਧਾ ਜਾਂ ਕਾਮਰੇਡ? ਹੱਥ ਵਿੱਚ ਬੰਦੂਕ ਫੜੀ ਹੋਵੇ ਤਾਂ ਚੋਰਾ ਡਾਕੂਆਂ ਨੂੰ ਵੀ ਫਿਲਾਸਫੀਆਂ ਸੁੱਟਦੀਆਂ ਨੇ, ਪਰ ਇਤਿਹਾਸ ਨਿਰਾਪੁਰਾ ਸ਼ਬਦਾਂ ਦੇ ਆਸਰੇ ਨਹੀਂ ਰਚਿਆ ਜਾਂਦਾ ਮਿਸਟਰ ਟੈਰਰਿਸਟ। ਉਹਦੇ ਲਈ ਸੱਚ ਦੀ ਲੋੜ ਹੁੰਦੀ ਹੈ, ਸੱਚ ਦੀ। ਹੋਸ਼ ਹੈ ਤੁਹਾਨੂੰ ਕਿ ਤੁਸੀਂ ਕੀ ਕਰ ਰਹੇ ਹੋ? ਕੀ ਪਤਾ ਕੀ ਕਰ ਰਿਹਾ ਮੈਂ, ਮਾਰ ਰਿਹਾ ਜਾਂ ਮਰ ਰਿਹਾ,
ਮਸਤਕ ਵਿੱਚ ਇੱਕ ਕਾਲਾ ਜੰਗਲ ਮੈਂ ਨੰਗੇ ਪੈਰੀਂ ਤੁਰ ਰਿਹਾ ਮੈਂ ਨੰਗੇ ਪੈਰੀਂ ਤੁਰ ਰਿਹਾ ਇਹ ਰਾਹਾਂ ਜੋ ਮੈਨੂੰ ਤੁਸੀਂ ਦਿੱਤੀਆਂ ਇਹ ਚੌਂਕ 'ਚ ਪੁੱਜ ਕੇ ਰੁਕ ਗਈਆਂ ਮੈਂ ਦਿਸ਼ਾਹੀਣ ਹੋ ਭਟਕ ਰਿਹਾ ਚੌਂਕ 'ਚ ਲੱਗੇ ਨੋਟਿਸ ਬੋਰਡ ਤੇ ਈਸਾ ਬਣ ਕੇ ਲਟਕ ਰਿਹਾ ਇਹ ਰਾਹ ਜੋ ਹੁਣ ਮੈਂ ਚੁਣ ਲਈ ਇਸੇ ਚੌਂਕ ਚੋਂ ਹੀ ਹੈ ਉਹ ਨਿਕਲੀ ਹੁਣ ਵਕਤ ਕਰੇਗਾ ਫੈਸਲਾ ਉਹ ਗਲਤ ਹੈ ਜਾਂ ਹੈ ਸਹੀ ਕੀ ਪਤਾ ਇਸ ਅੱਗ ਦੀ ਖੇਡ 'ਚ ਮੈਂ ਮਾਰ ਰਿਹਾ ਜਾਂ ਮਰ ਰਿਹਾ ਇਹ ਵਕਤ ਕਰੇਗਾ ਫੈਸਲਾ ਕੀ ਕਰ ਰਿਹਾ ਕੀ ਕਰ ਰਿਹਾ ਮੈਨੂੰ ਵਿਸ਼ਵਾਸ ਨਹੀਂ ਆ ਰਿਹਾ ਕਿ ਮੈਂ ਉਸ ਮਰਦ ਕੋਲ ਬੈਠੀ ਹਾਂ ਜੋ ਮੇਰੇ ਘਰ ਵਿੱਚ ਮੇਰੇ ਪਤੀ ਦਾ ਕਤਲ ਕਰਨ ਆਇਆ ਮੈਨੂੰ ਵੀ ਵਿਸ਼ਵਾਸ ਨਹੀਂ ਆ ਰਿਹਾ ਕਿ ਮੈਂ ਉਸ ਔਰਤ ਕੋਲ ਬੈਠਾ ਹਾਂ ਜਿਸ ਦੇ ਘਰ ਮੈਂ ਉਸਦੇ ਪਤੀ ਨੂੰ ਮਾਰਨਾ ਹੈ ਕਰਮਿਆ ਜੰਟੇ ਓਏ ਉਹ ਕਿੱਥੇ ਮਰ ਗਏ ਸਾਰੇ ਦੇ ਸਾਰੇ ਗੇਟ ਖੁੱਲਾ ਛੱਡ ਕੇ ਇਹ ਦੇਵ ਜੀ ਵਾਸਾ ਉਹ 50 ਵਾਰੀ ਆਖਿਆ ਇਹਨਾਂ ਨੂੰ ਗੇਟ ਤੇ ਰਿਹਾ ਕਰੋ ਨਹੀਂ ਮੰਨਦੇ ਕਿਸੇ ਦੀ ਗੱਲ ਇਹ ਸਮਝ ਨਹੀਂ ਆਉਂਦੀ ਕੀ ਕਰੀਏ ਇਹਨਾਂ ਦਾ ਨਹੀਂ ਕਿੱਥੇ ਰਹਿ ਜਾਂਦੇ ਆ ਨਹੀਂ ਬਾਤ ਨਹੀਂ ਐਵੇਂ ਬਸ ਭਾਈ ਜੀ ਸਤਿ ਸ੍ਰੀ ਅਕਾਲ ਮੈਡਮ ਜੀ ਕਿੱਥੇ ਆ ਉਹ ਅੰਦਰ ਨਹਾ ਰਹੇ ਨੇ ਨਹਾ ਰਹੇ ਨੇ ਇਸ ਵੇਲੇ ਸਾਨੂੰ ਕੀ ਆ ਪੈਕਟ ਜਿਹਾ ਦੇਣਾ ਸੀ ਕਿਤਾਬਾਂ ਕਤੂਬਾਂ ਦੀਆਂ ਲੱਗਦੀਆਂ ਜਨਾਬ ਕਹਿੰਦੇ ਜ਼ਰੂਰੀ ਨਾ ਹੋਵੇ ਤੂੰ ਲੈ ਕੇ ਚੱਲ ਅਸੀਂ ਆਉਣੇ ਆ ਅੱਗੇ ਆ ਕੇ ਵੇਖਿਆ ਗੇਟ ਤੇ ਸੰਤਰੀ ਕੋਈ ਨਾ ਮੈਂ ਤਾਂ ਜੀ ਘਬਰਾ ਹੀ ਗਿਆ ਸੀ ਉਹ ਦੋਵੇਂ ਮਗਰ ਲੌਨ ਦੀ ਸਫਾਈ ਕਰ ਰਹੇ ਨੇ ਮੈਡਮ ਜੀ ਦਾ ਕੰਮ ਵਧੀਆ ਆ ਸਿਕਿਉਰਿਟੀ ਵਾਲੇ ਬਣਾਤੇ ਮਾਲੀਆਂ ਨੂੰ ਲਾਤਾ ਰੋਟੀ ਤੇ ਕੰਮ ਵਾਲੀ ਨੂੰ ਕਰਤੀ ਛੁੱਟੀ ਪਰ ਇੱਕ ਗੱਲ ਹੈ ਜੀ ਆ ਬੰਗਲਾ ਨਾ ਸਜਾ ਕੇ ਬਣਾਤਾ ਜਮਾ 5 ਸਟਾਰ ਹੋਟਲ ਵਰਗਾ ਪਹਿਲਾਂ ਤਾਂ ਜਿਹੜਾ ਭੂਤ ਬੰਗਲਾ ਲੱਗਦਾ ਸੀ ਵੇਖਿਆ ਸੀ ਪਿਛਲੇ ਸਾਲ ਮੈਡਮ ਜੀ ਦੇ ਪਿੰਡੋਂ ਆਏ ਹੋ ਬਹੁਤ ਚੰਗੇ ਮੈਡਮ ਜੀ ਹੈ ਹੋਰਾਂ ਅਫਸਰਾਂ ਦੀਆਂ ਜਨਾਨੀਆਂ ਮੁਲਾਜ਼ਮਾਂ ਨੂੰ ਬੰਦਾ ਹੀ ਨਹੀਂ ਸਮਝਦੀਆਂ ਪਰ ਮੈਡਮ ਜੀ ਤੋਂ ਬਹੁਤ ਇੱਜ਼ਤ ਮਿਲਦੀ ਹੈ ਆਪਾਂ ਨੂੰ ਬਸ ਇੱਕ ਹੀ ਗੱਲ ਮਾੜੀ ਹੈ ਮੈਡਮ ਜੀ ਦੀ ਜਿਹੜਾ ਕੰਮ ਜਿਹਾ ਕਰਨਾ ਪੈਂਦਾ ਨਾ ਉਹ ਨਹੀਂ ਥੋੜਾ ਜਿਹਾ ਪਸੰਦ ਚੰਗਾ ਬਾਈ ਜੀ ਮੈਂ ਚਾਹਦਾ ਕਿਤੇ ਮੈਨੂੰ ਨਾ ਘਾਹ ਖੋਤਨ ਤੇ ਲਾ ਦੇਣ ਚੰਗਾ ਜੀ ਪਰ ਜਦ ਕਿਸੇ ਦੇ ਘਰ ਜਾਈਦਾ ਦਰਵਾਜ਼ੇ ਤੇ ਦਸਤਕ ਦੇ ਕੇ ਜਾਈਦਾ ਓ ਯਾਰ ਸਵੇਰੇ ਗਾਲਾਂ ਪੈ ਕੇ ਹੱਡੀਆਂ ਜੇ ਤੇ ਜਿੱਦਾਂ ਦਾ ਢੂਈ ਚ ਪੀੜ ਆ ਨਾ ਦਿਮਾਗ ਹੀ ਨਹੀਂ ਕੰਮ ਕਰਦਾ ਦਿਮਾਗ ਟੂਈ ਚ ਹੁੰਦਾ ਬਹੁਤ ਮਜ਼ਾਕੀ ਹੋ ਤੁਹਾਡਾ ਵੀ ਮਿਸਿਸ ਦੇਵ ਖੁਦ ਤੁਸੀਂ ਮਜਬੂਰ ਕਰ ਮੈਨੂੰ ਚਾਹੇ ਕੁਝ ਕਰਨ ਲਈ ਕਰੋ ਜੋ ਕਰਨਾ ਮੇਰੇ ਨਾਲ ਕਰੋ ਪਰ ਰੱਬ ਦੇ ਵਾਸਤੇ ਮੇਰੇ ਦੇਵ ਦੀ ਜਾਨ ਬਖਸ਼ ਦਿਓ ਮੈਂ ਆਪਣੀ ਜਾਨ ਤੇ ਖੇਡ ਕੇ ਆਇਆ ਮੇਰੀ ਜਾਨ ਨਾਲ ਖੇਡ ਲਵੋ ਮੈਂ ਯਾਰ ਸੋਚ ਵੀ ਨਹੀਂ ਸਕਦਾ ਫਿਰ ਕਿਵੇਂ ਮਾਰੋਗੇ ਤੁਸੀਂ ਉਸ ਨੂੰ ਉਹ ਇਧਰੋਂ ਆਏਗਾ ਦਰਵਾਜ਼ੇ ਵਿੱਚੋਂ ਨੀਤ ਪੁਕਾਰਦਾ
ਇਸ ਤੋਂ ਪਹਿਲਾਂ ਕਿ ਤੁਸੀਂ ਉਸ ਉੱਤੇ ਗੋਲੀ ਚਲਾਓ ਮੈਂ ਖੜ ਜਾਵਾਂਗੀ ਤੁਹਾਡੀ ਗੋਲੀ ਤੇ ਉਸ ਦੀ ਹਿੱਕ ਵਿਚਕਾਰ। ਫਿਰ ਤਾਂ ਫਿਰ ਮੈਂ ਤੁਹਾਨੂੰ ਗੋਲੀ ਮਾਰ ਦਿਆਂਗਾ। ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਾ ਮਿਸਿਸ ਦੇਵ ਕਿ ਮੂਵਮੈਂਟ ਦੇ ਐਕਸ਼ਨ ਵਿੱਚ ਨਿੱਜੀ ਜਜ਼ਬਾਤਾਂ ਲਈ ਕੋਈ ਥਾਂ ਨਹੀਂ ਹੁੰਦੀ। ਝੂਠਾ ਹੈ ਤੂੰ, तेरे गीत झूठे ने, तेरे बोल झूठे ने, झूठा है तू। तेरे मेरा श्राप लगेगा तो I'm sorry मिसेस देव, मैं ਤੁਹਾਡੇ ਤੇ ਹੱਥ ਨਹੀਂ ਸੀ ਮਿसेस देव, ਖੁਦ ਤੁਸੀਂ ਮਜਬੂਰ ਕਰ ਰਹੇ ਮੈਨੂੰ ਜਾ I'm sorry मिसेस देव चले जाओ मेरे घरों। ये ਤਾਂ ਹਾਲੇ ਸਵਾਰ ਕੇ ਬਸਿਆ ਵੀ ਨਹੀਂ। ਮੈਂ ਕੀ ਵਿਗਾੜਿਆ ਹੈ ਤੁਹਾਡਾ? ਤਰਸ ਖਾਓ ਮੇਰੇ ਤੇ ਕਹਿ ਦਿਓ ਕਿ ਇਹ ਸਭ ਝੂਠ ਹੈ। ਕਹਿ ਦਿਓ ਕਿ ਤੁਸੀਂ ਦੇਵ ਦੇ ਦੋਸਤ ਹੋ ਤੇ ਨਾਰਾਜ਼ ਹੋ ਉਸ ਨਾਲ ਕਿਸੇ ਗੱਲੋਂ। ਜਾਂ ਕਹਿ ਦਿਓ ਕਿ ਤੁਸੀਂ ਕੋਈ ਚੋਰ ਡਾਕੂ ਹੋ। ਮੈਂ ਹੁਣੇ ਤੁਹਾਨੂੰ ਆਪਣਾ ਸਾਰਾ ਕੁਝ ਦੇ ਦਿਆਂਗੀ। ਬਹੁਤ ਸੋਹਣਾ ਹੈ ਮੇਰੇ ਕੋਲ। ਘਰ ਵਿੱਚ 20,000 ਕੈਸ਼ ਵੀ ਪਿਆ ਹੈ, ਉਹ ਵੀ ਲੈ ਜਾਓ। ਮਾਰ ਜਿੰਨਾ ਮਾਰ ਸਕਦਾ ਪਾਪੀਆ ਮਾਰ। बोल हरामजादी किथे है तेरा यार? बोल नहीं तो तेरे जिस्म ਨੂੰ ਪਾੜ ਕੇ ਕੱਢ ਲਵਾਂਗਾ ਉਸ ਕਮੀਨੇ ਨੂੰ ਬਾਹਰ ਮੈਂ। बोल तेरे जिस्म ਦੇ ਟੁਕੜੇ ਟੁਕੜੇ ਕਰ ਦਿਆਂਗਾ। मार जिन्ना मार सकदा पापिया मार। बोटी बोटी कर दे मेरे जिस्म दी, उसका पता तेनू फिर भी नहीं। बोल हरामजादी बोल किथे है तेरा यार? बोल हाँ। ਤੁਹਾਨੂੰ ਪਤਾ ਮਿਸਿਸ ਦੇਵ, ਜਦੋਂ ਮੈਂ ਪਹਿਲੀ ਵਾਰ ਐਕਸ਼ਨ ਤੇ ਗਿਆ ਤਾਂ ਬਹੁਤ ਘਬਰਾਇਆ ਹੋਇਆ ਸੀ। ਹੁੰਦੇ ਵਾਰ ਮੇਰਾ ਪੈਰ ਫਿਸਲ ਗਿਆ ਤੇ ਮੈਂ ਖੱਡੇ ਵਿੱਚ ਡਿੱਗ ਪਿਆ। ਬਹੁਤ ਸੱਟਾਂ ਵੱਜੀਆਂ। ਉਸ ਨੂੰ ਜਦੋਂ ਪਤਾ ਲੱਗਾ ਤਾਂ ਉਸ ਤੋਂ ਰਿਹਾ ਨਾ ਗਿਆ। ਅੱਧੀ ਰਾਤ ਨੂੰ ਤਿੰਨ ਮੀਲ ਜੰਗਲ ਖਾ ਕੇ ਉਹ ਮੈਨੂੰ ਮਿਲਣ ਆਏ। ਚੰਦ ਦੀ ਚਾਨਣੀ ਵਿੱਚ ਹਵਾ ਚੜਦੀ, ਫਿਰ ਉਸੇ ਚੁੰਨੀ ਵਿੱਚ ਲਿਪਟੀ। ਚੰਦ ਦੀ ਚਾਨਣੀ ਵਿੱਚ ਉਸ ਰਾਤ ਸਾਰੀ ਦੁਨੀਆ ਸੁਰਮਈ ਹੋ ਗਈ ਸੀ। ਅੱਧੀ ਚਿੱਟੀ ਅੱਧੀ ਕਾਲੀ। ਇੱਥੋਂ ਤੱਕ ਦਰਖਤਾਂ ਦੇ ਪੱਤੇ, ਨਦੀਆਂ ਤੇ ਕੰਢਿਆਂ ਤੇ ਬੰਬੂਲ ਤੇ ਸਾਰੇ ਜੰਗਲੀ ਫੁੱਲ। ਸ੍ਰਿਸ਼ਟੀ 'ਚ ਉਸ ਘੜੀ ਕੋਈ ਰੰਗ ਬਚਿਆ ਸੀ ਤਾਂ ਸਿਰਫ ਫਿਰੋਜ਼ੀ। ਮੈਂ ਉਸ ਨਾਲ ਨਾਰਾਜ਼ ਹੋਇਆ। पुलिस मेरे पीछे सी तो अपनी जान ते खेड रही सी। मिसिस देव वो मेरे लिए अपनी जान ते खेड रही सी। आधी रात नूं पूरा 3 मील जंगल गा के वो मैनू हल्दी वाला दुध पिलाण आई सी। झाड़ां चों निकलदे उसदा सारा पिंडा छिलिया जा चुका सी। पर उसनूं तां फिकर सी मेरे अंदर दे जख्मां दी। हाँ, हल्दी जदों दुध विच पैंदी है ਤਾਂ ਦੁੱਧ ਨਹੀਂ ਰਹਿੰਦਾ, ਦਾਰੂ ਬਣ ਜਾਂਦਾ। ਇਹ ਦਾਰੂ ਤੇਰੇ ਅੰਦਰ ਜਾਏਗੀ ਤਾਂ ਤੇਰੇ ਅੰਦਰਲੇ ਸਾਰੇ ਖੱਪੇ ਭਰ ਜਾਣਗੇ। ਲੈ ਡੀਕ ਲਾ ਕੇ ਪੀ ਲੈ ਇਸ ਦੁੱਧ ਨੂੰ। ਅੱਤ ਦੇ ਭਿਆਨਕ ਉਸ ਜੰਗਲ ਵਿੱਚ ਰਹਿ ਕੇ ਗੋਲੀਆਂ ਛੁੱਟਦੀਆਂ ਸਨ, ਪਰ ਉਹ ਨਿਸ਼ਚਿੰਤ ਸੀ। ਹੋਂਠਾਂ ਤੇ ਅੱਖਾਂ ਦੇ ਕੋਨਿਆਂ ਚੋਂ ਮੁਸਕਾਨਾਂ ਡੁੱਲਦੀ। मैं तो रिया ना गया ते मैं अगे वध के मिसेस देव ਤੁਸੀਂ ਅੱਗੇ ਵੱਧ ਕੇ ਉਸ ਦਾ ਮੂੰਹ ਚੁੰਮ ਲਿਆ। ਇਹ ਕੀ ਕਰ ਰਹੇ ਮਿਸੇਸ ਦੇਵ? ਤੁਹਾਨੂੰ ਤੁਹਾਡੀ ਮੁਹੱਬਤ ਨਾਲ ਪੜੀ ਹੋ ਘੜੀ ਯਾਦ ਦਿਵਾ ਰਹੀ ਹਾਂ ਜਦੋਂ ਨੀਲੂ ਤੁਹਾਡੇ ਨਾਲ ਸੀ। ਸਾਰਾ ਜੰਗਲ ਗਾ ਕੇ ਜਦੋਂ ਤੁਹਾਡੇ ਲਈ ਹਲਦੀ ਵਾਲਾ ਦੁੱਧ ਲੈ ਕੇ ਆਈ ਸੀ। ਨੀਲੂ ਚਲੇਗੀ ਤੁਹਾਡੇ ਅੰਦਰ ਇੱਕ ਹੋਰ ਵੱਡਾ ਜ਼ਖਮ ਹੋ ਗਿਆ। ਮੈਂ ਨੀਲੂ ਨਹੀਂ, ਪਰ ਆਓ ਕੁਝ ਪਲਾਂ ਲਈ ਮੈਂ ਨੀਲੂ ਬਣ ਜਾਂਦੀ ਹਾਂ। ਮੇਰੇ ਬਾਹਰ ਨਹੀਂ ਪਰ ਮੇਰੇ ਅੰਦਰ ਅੱਜ ਚਾਨਣੀ ਰਾਤ ਸੁਲਗਦੀ ਹੈ ਜਿਸ ਵਿੱਚ ਮੇਰੀ ਸਾਰੀ ਦੁਨੀਆ ਸਰਮਾਈ ਹੋ ਗਈ ਹੈ। ਅੱਧੀ ਚਿੱਟੀ ਤੇ ਅੱਧੀ ਕਾਲੀ। ਕੋਈ ਦਰਖਤ ਨਹੀਂ ਬਚਿਆ। ਕਿੰਨੇ ਸਾਰੇ ਬਬੂਲ ਤੇਰੇ ਅੰਦਰ ਉਗਾਏ ਨੇ ਤੇ ਇੱਕ ਨਦੀ ਮੇਰੇ ਅੰਦਰ ਵਹਿ ਰਹੀ ਹੈ
ਚਾਰੇ ਪਾਸੇ ਸੋਚਾਂ ਦਾ ਵੀਰਾਨ ਜੰਗਲ ਹੈ। ਡਰ ਦੇ ਝਾੜਾਂ ਚੋਂ ਲੰਘਦਿਆਂ ਮੇਰਾ ਸਾਰਾ ਪਿੰਡਾ ਚਰੀਟਿਆ ਜਾ ਚੁੱਕਾ ਹੈ, ਪਰ ਮੈਨੂੰ ਪਰਵਾਹ ਹੈ ਤਾਂ ਸਿਰਫ ਤੇਰੇ ਜ਼ਖਮਾਂ ਦੀ। ਆਪਣੇ ਅੰਦਰਲੇ ਬਬੂਲ ਸਾਰੇ ਪੁੱਟ ਕੇ ਮੇਰੇ ਅੰਦਰਲੀ ਨਦੀ ਵਿੱਚ ਸੁੱਟ ਦੇ। ਚੰਨ ਦੀ ਚਾਨਣੀ ਧੋਤੀ ਜਾਏਗੀ, ਸਾਰਾ ਕਾਲਾ ਰੰਗ ਵਹਿ ਜਾਏਗਾ ਤਾਂ ਪਿੱਛੇ ਬਚੇਗਾ ਸਿਰਫ ਇੱਕ ਫਿਰੋਜ਼ੀ ਰੰਗ, ਤੇ ਉਸ ਫਿਰੋਜ਼ੀ ਰੰਗ ਵਿੱਚ ਤੂੰ ਤੇ ਤੇਰੀ ਪ੍ਰੇਮਿਕਾ। ਮਿਸਿਸ ਦੇਵ, ਇਹ ਕਰੋ, ਤੁਸੀਂ ਮੈਨੂੰ ਮੇਰੇ ਮਿਸ਼ਨ ਤੋਂ ਭਟਕਾ ਰਹੇ ਹੋ। ਮੈਂ ਤੁਹਾਨੂੰ ਤੁਹਾਡੀ ਨੀਲੂ ਦਾ ਵਾਸਤਾ ਦੇ ਰਹੀ ਹਾਂ। ਉਹ ਮਰ ਚੁੱਕੀ ਹੈ। ਸਮਝ ਲਓ ਉਹ ਮੁੜ ਆਈ ਹੈ। ਸਿਰਫ ਇੱਕ ਫਿਰੋਜ਼ੀ ਚੁੰਨੀ ਪਾਉਣ ਨਾਲ ਕੋਈ ਔਰਤ ਨੀਲੂ ਨਹੀਂ ਬਣ ਜਾਂਦੀ। ਤਾਂ ਫਿਰ ਲੈ ਚਲੋ ਮੈਨੂੰ ਉਸ ਜੰਗਲ ਵਿੱਚ, ਜਿੱਥੇ ਮੀਲਾਂ ਮੀਲ ਤੁਰਦਿਆਂ ਮੈਂ ਤੁਹਾਡੇ ਨਾਲ ਤੁਰਦੀ ਜਾਵਾਂਗੀ, ਆਪਣਾ ਪਿੰਡਾ ਚਰੀਟਦੀ, ਆਪ ਨਦੀ ਦੇ ਹਰ ਉਸ ਕੰਢੇ ਤੱਕ ਜਿੱਥੇ ਜਾ ਕੇ ਤੁਸੀਂ ਇਹ ਹਲਦੀ ਵਾਲਾ ਦੁੱਧ ਪੀ ਸਕੋ। ਮਿਸਿਸ ਦੇਵ, ਤੁਸੀਂ ਨੀਲੂ ਦੇ ਕਰੈਕਟਰ ਨੂੰ ਬਹੁਤ ਘਟਾ ਕੇ ਦੇਖ ਰਹੇ ਹੋ। ਤੁਸੀਂ ਉਸ ਨੂੰ ਸਿਰਫ ਇੱਕ ਪ੍ਰੇਮਿਕਾ ਸਮਝ ਰਹੇ ਹੋ, ਜਦ ਕਿ ਉਸ ਤੋਂ ਵੱਧ ਕੇ ਬਹੁਤ ਕੁਝ ਸੀ। ਉਹ ਸਿਰਫ ਮੈਨੂੰ ਹੀ ਨਹੀਂ, ਮੇਰੀ ਮੂਵਮੈਂਟ ਨੂੰ ਵੀ ਪਿਆਰ ਕਰਦੀ ਸੀ। ਜੀ ਉਹ ਜਦ ਵੀ ਮੈਨੂੰ ਮਿਲਦੀ ਪੁੱਛਦੀ ਕੀ ਬਣਿਆ ਤੇਰੀ ਮੂਵਮੈਂਟ ਦਾ, ਉਸਦੇ ਹੱਥ ਮੇਰੇ ਹਥਿਆਰਾਂ ਨੂੰ ਇਸ ਤਰ੍ਹਾਂ ਸਲਾਉਂਦੇ ਜਿਵੇਂ ਕਿ ਮੇਰੇ ਹੱਥ ਹੋਣ। ਜੇ ਮੈਂ ਵੀ ਤੁਹਾਡੀ ਮੂਵਮੈਂਟ ਨੂੰ ਪਿਆਰ ਕਰਨ ਲੱਗ ਪਵਾਂ, ਤੁਹਾਡੇ ਲਈ ਤੁਹਾਡੀ ਆਰਗੇਨਾਈਜੇਸ਼ਨ ਜੁਆਇਨ ਕਰ ਲਵਾਂ, ਮੈਂ ਵੀ ਤੁਹਾਡੇ ਹਥਿਆਰਾਂ ਨੂੰ ਉਸੇ ਤਰ੍ਹਾਂ ਸਹਿਲਾਉਂਗੀ ਜਿਵੇਂ ਨੀਲੂ ਸਹਿਲਾਉਂਦੀ ਸੀ। ਫਿਰ ਤਾਂ ਆਪਣਾ ਬਦਲਾ ਭੁੱਲ ਜਾਓਗੇ ਨਾ। ਨਹੀਂ, ਉਹ ਜਿਸ ਘੜੀ ਮੇਰੇ ਸਾਹਮਣੇ ਆਏਗਾ ਮੈਂ ਉਸ ਨੂੰ ਗੋਲੀ ਮਾਰ ਦਿਆਂਗਾ। ਉਸ ਤੋਂ ਪਹਿਲਾਂ ਮੈਂ ਤੈਨੂੰ ਗੋਲੀ ਮਾਰ ਦਿਆਂਗੀ। ਇਸ ਲਈ ਮੈਂ ਕਹਿ ਰਿਹਾ ਸਾਂ ਮਿਸਿਸ ਦੇਵ ਕਿ ਸਿਰਫ ਇੱਕ ਫਿਰੋਜ਼ੀ ਚੁੰਨੀ ਪਾਉਣ ਨਾਲ ਕੋਈ ਔਰਤ ਨੀਲੂ ਨਹੀਂ ਬਣ ਜਾਂਦੀ। ਜੇ ਤੁਹਾਡੀ ਥਾਂ ਤੇ ਅੱਜ ਇੱਥੇ ਨੀਲੂ ਹੁੰਦੀ ਤਾਂ ਉਹ ਵੀ ਇਹੀ ਕਰਦੀ। ਆਪਣਾ ਪਿਆਰ ਖੋਇਆ ਜਾਣਾ ਕੋਈ ਵੀ ਔਰਤ ਬਰਦਾਸ਼ਤ ਨਹੀਂ ਕਰ ਸਕਦੀ। ਨਾਲੇ ਤੁਸੀਂ ਕੀ ਸੋਚਦੇ ਹੋ, ਤੁਹਾਡੀਆਂ ਗੱਲਾਂ ਸੁਣ ਕੇ ਮੈਂ ਦੇਵ ਨੂੰ ਮਾਰ ਦਿਆਂਗੀ? ਬਿਲਕੁਲ। ਲੈਨਿਨ ਤਾਂ ਤੁਹਾਡੇ ਕੋਲੋਂ ਇਹੀ ਉਮੀਦ ਕਰਦਾ। ਤੁਸੀਂ ਭੁੱਲ ਰਹੇ ਹੋ ਮਿਸਟਰ ਟੈਰਰਿਸਟ ਕਿ ਮੈਂ ਅਨੀਤ ਹਾਂ, ਡੀਐਸਪੀ ਦੇਵ ਦੀ ਪਤਨੀ, ਤੁਹਾਡੀ ਆਰਗੇਨਾਈਜੇਸ਼ਨ ਦੀ ਮੈਂਬਰ ਨਹੀਂ। ਪਰ ਤੁਸੀਂ ਪਿਆਰ ਵੀ ਤਾਂ ਕਰਦੇ ਹੋ। ਹਾਂ, ਦੇਵ ਨੂੰ, ਤੁਹਾਨੂੰ ਨਹੀਂ। ਪਰ ਹੁਣੇ ਤਾਂ ਤੁਸੀਂ ਨੀਲੂ ਬਣ ਗਏ ਸੀ। ਸਿਰਫ ਆਪਣੇ ਦੇਵ ਨੂੰ ਬਚਾਉਣ ਲਈ। ਖਤਮ। ਤੁਹਾਡਾ ਸਾਰਾ ਪ੍ਰਭਾਵ ਖਤਮ ਜੋ ਹੁਣ ਤੱਕ ਮੇਰੇ ਤੇ ਪਿਆ ਸੀ। ਮੈਂ ਪਤਾ ਨਹੀਂ ਤੁਹਾਨੂੰ ਕੀ ਕੁਝ ਸਮਝਦਾ ਰਿਹਾ, ਪਰ ਤੁਸੀਂ ਵੀ ਆਮ ਔਰਤਾਂ ਵਾਂਗ ਇੱਕ ਔਰਤ ਨਿਕਲੇ, ਇੱਕ ਪਤਨੀ ਜਿਸ ਦੀ ਜ਼ਿੰਦਗੀ ਆਪਣੇ ਪਤੀ ਤੋਂ ਸ਼ੁਰੂ ਹੁੰਦੀ ਹੈ ਤੇ ਆਪਣੇ ਪਤੀ ਤੇ ਆ ਕੇ ਖਤਮ ਹੋ ਜਾਂਦੀ ਹੈ, ਭਾਵੇਂ ਉਸ ਦਾ ਪਤੀ ਸਮਾਜ ਵਿੱਚ। ਖੈਰ, ਤੁਹਾਨੂੰ ਤਾਂ ਮੇਰੇ ਤੇ ਯਕੀਨ ਨਹੀਂ ਹੈ ਨਾ। ਮੈਂ ਜਿਸ ਨੂੰ ਪਿਆਰ ਕਰਦੀ ਹਾਂ, ਯਕੀਨ ਵੀ ਉਸੇ ਤੇ ਕਰਾਂਗੀ ਨਾ। ਤੁਹਾਡੇ ਕੋਲੋਂ ਇਹ ਉਮੀਦ ਨਹੀਂ ਸੀ। ਤੁਹਾਨੂੰ ਤਾਂ ਮੇਰੇ ਕੋਲੋਂ ਇਹ ਵੀ ਉਮੀਦ ਨਹੀਂ ਹੋਣੀ ਕਿ ਮੈਂ ਤੁਹਾਡੇ ਉੱਤੇ ਗੋਲੀ ਚਲਾ ਸਕਦੀ ਹਾਂ। ਉਹ ਤਾਂ ਖੈਰ ਹੁਣ ਵੀ ਨਹੀਂ ਹੈ। ਤੁਹਾਨੂੰ ਸਿਰਫ ਮੂਵਮੈਂਟ ਬਾਰੇ ਪਤਾ ਹੈ, ਔਰਤ ਦੇ ਮਨ ਬਾਰੇ ਕੁਝ ਨਹੀਂ ਪਤਾ ਤੁਹਾਨੂੰ। ਪਰ ਇਹਨਾਂ ਹਥਿਆਰਾਂ ਬਾਰੇ ਮੈਨੂੰ ਤੁਹਾਡੇ ਨਾਲੋਂ ਜ਼ਿਆਦਾ ਪਤਾ ਹੈ ਮਿਸਿਸ ਦੇਵ। ਇਸ ਨੂੰ ਚਲਾਉਣ ਤੋਂ ਪਹਿਲਾਂ ਇਸ ਤੋਂ ਇੱਕ ਸੇਫਟੀ ਕੈਪ ਹਟਾਉਣਾ ਪੈਂਦਾ ਹੈ, ਇਸ ਤਰ੍ਹਾਂ। ਡਰ ਗਏ? ਮੇਰੀ ਨੀਲੂ ਇਸ ਤਰ੍ਹਾਂ ਡਰਦੀ ਵੀ ਨਹੀਂ ਸੀ। ਮੈਨੂੰ ਸਿਰਫ ਸ਼ੋਰ ਸ਼ਰਾਬੇ ਤੋਂ ਡਰ ਲੱਗਦਾ ਹੈ। ਇਸ ਦੀ ਨਾਲ ਤੇ ਇੱਕ ਸਾਇਲੈਂਸਰ ਲੱਗਿਆ ਹੋਇਆ ਹੈ ਜਿਸ ਨਾਲ ਚੱਲਣ ਮੌਕੇ ਆਵਾਜ਼ ਨਹੀਂ ਕਰਦੀ, ਇਸ ਤਰ੍ਹਾਂ। ਤੱਕੇ ਦੇਵ ਨੂੰ ਪਤਾ ਵੀ ਨਹੀਂ ਲੱਗੇਗਾ ਗੋਲੀ ਚੱਲੇਗਾ। ਉਹ ਇਸ ਦਰਵਾਜ਼ੇ ਵਿੱਚੋਂ ਆਏਗਾ, ਅਨੀਤ ਪੁਕਾਰਦਾ ਤੇ ਕਮੀਨਾ ਛੁਪ ਕੇ ਉਸ ਤੇ ਬਾਹਰ ਕਰ ਦੇਗਾ ਤੇ ਉਹ ਬਸ ਆਪਣੀ ਵਰਦੀ ਵਿੱਚ ਲਹੂ ਦੀ ਤੇਰੀ ਵਗਦੀ ਵੇਖੇਗਾ। ਕੋਈ ਨਹੀਂ ਹੈ ਨੇੜੇ ਤੇੜੇ। ਹਾਏ ਰੱਬਾ, ਮੈਂ ਕੀ ਕਰਾਂ? ਦੇਵ ਹਰ ਰੋਜ਼ ਘਰੋਂ ਬਾਹਰ ਜਾਂਦਾ ਤਾਂ ਮੈਨੂੰ ਅੱਛ ਵੀ ਲੱਗੀ ਰਹਿੰਦੀ ਹੈ ਕਿ ਦੇਵ ਗੋਲੀਆਂ ਦੇ ਸ਼ਹਿਰ ਵਿੱਚ ਘੁੰਮ ਰਿਹਾ। ਜਦੋਂ ਘਰੇ ਆਉਂਦਾ ਤਾਂ ਮੈਨੂੰ ਲੱਗਦਾ ਕਿ ਮੇਰੇ ਕੋਲ ਆ ਕੇ ਦੇਵ ਮਹਿਫੂਜ਼ ਹੈ, ਪਰ ਅੱਜ ਸਭ ਕੁਝ ਉਲਟਾ ਹੋ ਰਿਹਾ ਹੈ। ਦੇਵ ਗੋਲੀਆਂ ਦੇ ਸ਼ਹਿਰ ਵਿੱਚ ਮਹਿਫੂਜ਼ ਹੈ ਤੇ ਇੱਥੇ ਘਰ ਵਿੱਚ ਮੌਤ ਉਸਦਾ ਇੰਤਜ਼ਾਰ ਕਰ ਰਹੀ ਹੈ। ਮੇਰੇ ਰੋਕਿਆਂ ਵੀ ਨਹੀਂ ਰੁਕਦੀ। ਕਿ ਕੋਈ ਤਰੀਕਾ, ਕੋਈ ਸ਼ਰਤ, ਕੋਈ ਗੱਲ ਤਾਂ ਹੋਏਗੀ ਜਿਸ ਕਰਕੇ ਤੁਸੀਂ ਆਪਣਾ ਇਹ ਬਦਲਾ ਭੁੱਲ ਜਾਵੋ। ਨਹੀਂ, ਨੀਲੂ ਦੇ ਨਾਂ ਤੇ ਵੀ ਨਹੀਂ, ਉਸਦੇ ਪਿਆਰ ਦੇ ਨਾਂ ਤੇ, ਫਿਰੋਜ਼ੀ ਚੁੰਨੀ ਦੇ ਨਾਂ ਤੇ। ਤੁਸੀਂ ਮੇਰੀ ਕਮਿਟਮੈਂਟ ਨੂੰ ਨਹੀਂ ਸਮਝ ਰਹੇ ਮਿਸਿਸ ਦੇਵ। ਤੁਸੀਂ ਮੇਰੇ ਪਿਆਰ ਨੂੰ ਨਹੀਂ ਸਮਝ ਰਹੇ ਮਿਸਟਰ ਟੈਰਰਿਸਟ। ਪਰ ਮੈਂ ਤਾਂ ਇਹ ਸਾਬਿਤ ਕਰਨਾ ਹੈ, ਮੈਂ ਆਪਣੀਆਂ ਅੱਖਾਂ ਦੇ ਸਾਹਮਣੇ ਦੇਵ ਨੂੰ ਹਰਗਿਜ਼ ਨਹੀਂ ਮਰਨ ਦਿਆਂਗੀ। ਮੈਂ ਦੇਵ ਨੂੰ ਮਾਰਨ ਤੋਂ ਪਹਿਲਾਂ ਤੁਹਾਨੂੰ ਮੇਰੇ ਸੀਨੇ ਵਿੱਚ ਬਾਰੂਦ ਖਿਲਾਰਨਾ ਪਏਗਾ। ਮਾਰੋ ਗੋਲੀ। ਮੈਂ ਤੁਹਾਨੂੰ ਪਹਿਲਾਂ ਵੀ ਕਹਿ ਚੁੱਕਿਆ ਮਿਸਿਸ ਦੇਵ ਕਿ ਮੈਂ ਅਜਿਹਾ ਕੋਈ ਕੰਮ ਨਹੀਂ ਕਰਾਂਗਾ ਜਿਸ ਲਈ ਮੇਰੇ ਸਿਧਾਂਤ ਮੈਨੂੰ ਇਜਾਜ਼ਤ ਨਾ ਦਿੰਦੇ ਹੋਣ। ਕਰਨਾ ਪਏਗਾ, ਆਪਣੇ ਸਿਧਾਂਤਾਂ ਨੂੰ ਮਾਰ ਕੇ ਕਰਨਾ ਪਏਗਾ। ਇੱਕ ਔਰਤ ਦੀ ਹੱਤਿਆ ਦਾ ਬੋਝ ਤੈਨੂੰ ਆਪਣੇ ਮਨ ਤੇ ਲੈ ਕੇ ਜੀਣਾ ਪਏਗਾ। ਮਾਰ ਗੋਲੀ, ਮਾਰ ਦੇ ਕਮੀਨਾ, ਮਾਰ ਦੇ ਮੇਰੇ ਸੀਨੇ ਵਿੱਚ ਗੋਲੀ।
ਇਸ ਵਿੱਚ ਦੇਵ ਦੀ ਜਾਨ ਅਟਕੀ ਹੋਈ ਹੈ। ਮਾਰ ਦੇ ਕਮੀਨਿਆ। ਲਿਆ ਮਾਰ। ਮਾਰ ਕਮੀਨਿਆ ਮਾਰ। जिन्ना मार सकता है पापिया मार। ਉਹ ਹਰਾਮਜ਼ਾਦੀ ਕਿੱਥੇ ਹੈ ਤੇਰਾ ਯਾਰ? ਉਹਨੇ ਤਾਂ ਤੇਰੇ ਜਿਸਮ ਨੂੰ ਪਾੜ ਕੇ ਕੱਢ ਲਵਾਂਗਾ ਉਸ ਕਮੀਨੇ ਨੂੰ ਬਾਹਰ ਮੈਂ। ਉਹ ਤੇਰੇ ਜਿਸਮ ਦੇ ਟੁਕੜੇ ਟੁਕੜੇ ਕਰ ਦਿਆਂਗਾ। मार जिन्ना मार सकता है पापिया मार। बोटी बोटी कर दे मेरे जिस्म दी, उसका पता तेन फिर भी नहीं। ਬੋਲ ਬੋਲ ਹਰਾਮਜ਼ਾਦੀ, ਬੋਲ ਕਿੱਥੇ ਹੈ ਤੇਰਾ ਯਾਰ? ਬੋਲ। Mrs. Dev! Mrs. Dev! I'm sorry. ਸਾਹਿਬ ਜੀ ਬਚਾਅ ਹੋ ਗਿਆ ਜੀ। ਮੈਂ ਤਾਂ ਕਿਹਾ ਜੀ ਤੁਹਾਡੇ ਵਾਲਾ ਮਤਲਬ, ਮੇਰਾ ਮਤਲਬ ਸਰ ਬਹੁਤ ਬਚਾਅ ਹੋਇਆ ਜੀ। ਜਿਵੇਂ ਸਾਲਾ 2 ਸਿਕਿਉਰਿਟੀ ਵਾਲਿਆਂ ਨੂੰ ਲੰਮੇ ਪਾ ਕੇ ਘਰ ਦੇ ਅੰਦਰ ਤੱਕ ਆ ਗਿਆ, ਕੁਝ ਵੀ ਹੋ ਸਕਦਾ ਸੀ ਜੀ। ਮਸਾਂ ਹੋਸ਼ 'ਚ ਲਿਆਂਦੇ ਆ ਜੀ ਦੋਵੇਂ। ਹਾਲੇ ਵੀ ਪਤਾ ਨਹੀਂ ਡੌਰ ਭੋਰ ਜੇ ਹੋਏ ਕੀ ਹਵਾ ਤਵਾ ਭੁੱਲੀ ਜਾਂਦੇ ਆ। ਵੈਸੇ ਡਾਕਟਰ ਦਾ ਕੀ ਹਾਲ ਹੈ? ਮੈਡਮ ਜੀ ਕੀ ਕਹਿੰਦੇ? ਮੇਰਾ ਮਤਲਬ ਜੀ ਡਾਕਟਰ ਕੀ ਕਹਿ ਗਿਆ? ਕੀ ਹਾਲ ਹੈ ਮੈਡਮ ਜੀ ਦਾ ਹੁਣ? ਸਿਰ 'ਚ ਕੁਝ ਭਾਰੀ ਚੀਜ਼ ਵੱਜਣ ਨਾਲ ਬੇਹੋਸ਼ ਹੋ ਗਏ ਨੇ। ਠੀਕ ਨੇ, ਥੋੜੀ ਦੇਰ ਵਿੱਚ ਹੋਸ਼ 'ਚ ਆ ਜਾਏਗਾ। ਬਾਕੀ ਹੁਣ ਜੀ ਪੂਰੀ ਗੱਲ ਤਾਂ ਫਿਰ ਮੈਡਮ ਜੀ ਦੱਸਣਗੇ। ਜਦੋਂ ਮੈਂ ਆਇਆ ਨਾ ਜੀ ਘਰੇ, ਇੱਥੇ ਬੈਠਾ ਸੀ ਜੀ, ਘਰ ਦਾ ਮਾਲਕ ਬਣਿਆ। ਮੇਰੇ ਤਾਂ ਜੀ ਢੂਈ 'ਚ ਪੀੜ ਜੀ ਸੀ, ਦਿਮਾਗ ਹੀ ਨਹੀਂ ਕੰਮ ਕੀਤਾ। ਮੈਂ ਤਾਂ ਇੱਥੇ ਹੀ ਨੱਪ ਲੈਂਦਾ ਸਾਲੇ ਨੂੰ। ਸਵਾਲ ਤਾਂ ਇਹ ਹੈ ਗੁਰਨਾਮ ਕਿ ਜਦੋਂ ਮੈਂ ਆਇਆ ਉਦੋਂ ਉਹ ਕਿੱਥੇ ਸੀ? 2 ਸਿਕਿਉਰਿਟੀ ਵਾਲਿਆਂ ਨੂੰ ਬੇਹੋਸ਼ ਕਰਕੇ ਆਪਣੀ ਜਾਨ ਤੇ ਖੇਡ ਕੇ ਘਰ ਤੱਕ ਘਰ ਦੇ ਅੰਦਰ ਤੱਕ ਰਪੜ ਗਿਆ, ਪਰ ਉਹ ਕੰਮ ਤਾਂ ਕਰਕੇ ਨਹੀਂ ਗਿਆ ਜਿਹੜਾ ਉਹ ਕਰਨ ਆਇਆ ਸੀ। ਸ਼ਾਇਦ ਜਨਾਬ ਉਹਨੇ ਸੋਚਿਆ ਹੋਵੇ ਵੀ ਇੰਨੀ ਸਿਕਿਉਰਿਟੀ ਦੇ ਹੁੰਦੇ ਉਹ ਤੁਹਾਡੇ ਤੇ ਹਮਲਾ ਕਰਕੇ ਬਚ ਕੇ ਜਾ ਨਾ ਸਕੇ। ਨਹੀਂ ਗੁਰਨਾਮ, ਉਹ ਆਤਮਘਾਤੀ ਹਮਲੇ ਤੇ ਆਇਆ ਸੀ। ਜੇ ਉਹਨੂੰ ਆਪਣੀ ਜਾਨ ਦੀ ਪਰਵਾਹ ਹੁੰਦੀ ਤਾਂ ਮੇਰੇ ਤੇ ਰਾਤ ਬਰਾਤੇ ਆਉਂਦੇ ਜਾਂਦੇ ਤੇ ਹਮਲਾ ਕਰਕੇ ਮਾਰਦਾ। ਹੈ ਜਿੱਦਾਂ ਦਿਹਾੜੇ ਬੰਗਲੇ ਤੇ ਆਉਣ ਦੀ ਹਿੰਮਤ ਨਾ ਕਰਦਾ। ਗੱਲ ਤਾਂ ਜਨਾਬ ਤੁਹਾਡੀ ਸੋਚਣ ਵਾਲੀ ਹੈ ਜੀ, ਪਰ ਮੇਰੇ ਤਾਂ ਜੀ ਫਿਰ ਮੈਡਮ ਜੀ ਆ ਗਏ ਜੀ। ਦੇਵ ਤੁਸੀਂ ਠੀਕ ਹੋ ਨਾ ਦੇਵ? ਮੈਂ ਠੀਕ ਆ, ਨਹੀਂ ਦੇਖ ਦੇਖ ਮੈਨੂੰ ਕੁਝ ਨਹੀਂ ਹੋਇਆ। ਦੇਵ ਉਹ ਬੰਦਾ ਬੜਾ ਖਤਰਨਾਕ ਸੀ, ਉਹ ਤੁਹਾਨੂੰ ਮਾਰਨ ਲਈ ਆਇਆ ਸੀ। ਮੈਂ ਉਹਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਟਸ ਤੋਂ ਮਸ ਨਹੀਂ ਹੋਇਆ। ਹਾਰ ਕੇ ਮੈਂ ਉਸ ਨਾਲ ਹੱਥੋਂ ਪਾਈ ਹੋ ਗਈ। ਦੇਵ ਤੂੰ ਸੱਤਵਾਦੀ ਨਾਲ ਹੱਥਾਪਾਈ ਕੀਤੀ? ਵਾਹ ਮੈਡਮ ਜੀ, ਤੁਸੀਂ ਤਾਂ ਕਮਾਲ ਹੀ ਕਰਤੀ ਜੀ। ਬੜੇ ਬਹਾਦਰ ਨਿਕਲੇ ਜੀ ਤੁਸੀਂ ਤਾਂ। ਬਾਹਰ ਜਾ ਕੇ ਦੇਖ ਕੀ ਹੋਇਆ। ਜੀ ਸਰ, ਜੀ ਸਰ। ਕੀ ਲੋੜ ਸੀ ਤੈਨੂੰ ਬੇਵਕੂਫ? ਜੇ ਤੈਨੂੰ ਕੁਝ ਹੋ ਜਾਂਦਾ ਤੇ? ਦੇਵ ਉਹ ਤੁਹਾਨੂੰ ਮਾਰਨ ਲਈ ਆਇਆ ਸੀ। ਥੈਂਕਸ ਮੈਨੂੰ ਇੱਕ ਹੋਰ ਜਨਮ ਦੇਣ ਲਈ। ਕਿੰਨੇ ਕੁ ਵਜੇ ਆਇਆ ਸੀ ਉਹ? 4 ਵਜਣ ਤੋਂ ਕੁਝ ਹੀ ਮਿੰਟ ਪਹਿਲਾਂ। ਸ਼ਾਇਦ ਉਸ ਨੂੰ ਪਤਾ ਸੀ ਕਿ ਤੁਸੀਂ ਹਰ ਰੋਜ਼ ਇਸ ਵੇਲੇ ਘਰ ਆਉਂਦੇ ਹੋ। ਇਸ ਦਾ ਮਤਲਬ ਉਹ 2 ਘੰਟੇ ਤੋਂ ਵੀ ਜ਼ਿਆਦਾ ਇਸ ਘਰ ਵਿੱਚ ਰਹੇ ਤੇ ਮੈਨੂੰ ਪਤਾ ਤੱਕ ਨਹੀਂ ਲੱਗਾ। ਤੇਰੀ ਆਪਣੀ ਗਲਤੀ ਵੀ ਹੈ। ਨਹੀਂ ਤੈਨੂੰ 1000 ਵਾਰ ਕਿਹਾ ਕਿ ਤੂੰ ਦੇਵ ਸਿਕਿਉਰਿਟੀ। ਮੈਂ ਅੱਜ ਉਹਨਾਂ ਨੂੰ ਕੁਝ ਨਹੀਂ ਕਿਹਾ, ਉਹ ਤਾਂ ਬਾਹਰ ਹੀ ਸਨ। ਪਰ ਉਹ ਤਾਂ ਦੋਵੇਂ ਬੇਹੋਸ਼ ਪਿਛਲੇ ਲੌਨ ਵਿੱਚੋਂ ਮਿਲੇ ਨੇ। ਲੋਨ ਵਿੱਚੋਂ? ਪਰ ਮੈਨੂੰ ਨਹੀਂ ਪਤਾ। ਬਸ 2 ਘੰਟੇ 'ਚ ਸਿਰਫ ਉਹ ਇੰਤਜ਼ਾਰ ਕਰਦਾ ਰਿਹਾ ਮੇਰਾ। ਹਾਂ ਦੇਵ, ਉਹ ਇੱਥੇ ਦਰਵਾਜ਼ੇ ਵਿੱਚ ਹੀ ਖੜਾ ਰਿਹਾ। ਉਸ ਨੂੰ ਲੱਗਦਾ ਸੀ ਕਿ ਤੁਸੀਂ ਬੇਧਿਆਨੇ ਅੰਦਰ ਆਓਗੇ ਤੇ ਤੁਹਾਨੂੰ ਦਰਵਾਜ਼ੇ ਵਿੱਚ ਹੀ। ਪਰ ਜਦੋਂ ਮੈਂ ਅੰਦਰ ਆਇਆ ਨਹੀਂ ਤੂੰ ਕਿਤੇ ਨਹੀਂ ਸੀ। ਮੈਂ ਤੈਨੂੰ ਬਾਹਰੋਂ ਆਵਾਜ਼ਾਂ ਦਿੱਤੀਆਂ, ਇਸ ਕਮਰੇ ਵਿੱਚ ਦੇਖਿਆ, ਫਿਰ ਤੈਨੂੰ ਉੱਪਰ ਵੀ ਆਵਾਜ਼ਾਂ ਦਿੱਤੀਆਂ, ਫਿਰ ਇੱਥੇ ਤੈਨੂੰ ਬੇਹੋਸ਼ ਪਈ ਨੂੰ ਵੇਖਿਆ, ਪਰ ਉਹ ਕਿਤੇ ਨਹੀਂ ਸੀ ਅਨੀਤ। ਦੇਵ ਉਹ ਇੱਥੇ ਸੀ।
ਮੈਨੂੰ ਬੇਹੋਸ਼ ਹੁੰਦਾ ਧੁੰਦਲਾ ਜਿਹਾ ਯਾਦ ਆ ਰਿਹਾ ਉਸਦੇ ਇੱਕ ਹੱਥ ਵਿੱਚ ਤੇ ਪਿਸਤੌਲ ਸੀ ਤੇ ਦੂਜੇ ਹੱਥ ਵਿੱਚ ਸ਼ਾਇਦ ਕੋਈ ਕਿਤਾਬ। किताब? ਹਾਂ ਦੇਵ, ਉਹ ਬੰਦਾ ਬੜਾ ਹੀ साहब जी मैं जरा हुणे आया नहीं। ਕਿੱਥੇ ਜਾ ਰਹੇ ਹੋ ਦੇਵ? ये जो अटैक होया मेरे ते उस नाल जुड़े कुछ सवाल ने अनीत जिन्हां दा जवाब लभण मैं बाहर जा रहा। ਦੇਵ, ਅਟੈਕ ਘਰ ਵਿੱਚ ਹੋਇਆ ਤੇ ਜਵਾਬ ਲੱਭਣ ਤੁਸੀਂ ਬਾਹਰ ਜਾ ਰਹੇ ਹੋ? सवाल जे बाहरों अंदर आया तो उसका जवाब लभण लई अंदरों बाहर तो जाना ही पवेगा ना अनीत। मैं वेखना चाहुंदा आखिर ये सवाल आया तां आया कित्थों आ। ਮੈਨੂੰ ਡਰ ਸੀ ਕਿ ਕਿਤੇ ਤੁਹਾਡੇ ਕਰਕੇ ਮੇਰਾ ਉਹ ਕੰਮ ਅਧੂਰਾ ਨਾ ਰਹਿ ਜਾਏ, ਜਿਸ ਲਈ ਮੈਂ ਤੁਹਾਡੇ ਘਰ ਆਇਆ ਸਾਂ। ਤੇ ਦੇਖ ਲਓ ਮਿਸਿਸ ਦੇਵ, ਮੇਰਾ ਡਰ ਸੱਚਾ ਸਾਬਿਤ ਹੋ ਗਿਆ ਹੈ। ਮੈਨੂੰ ਅਫਸੋਸ ਹੈ ਕਿ ਮੈਂ ਆਪਣੀ ਆਰਗੇਨਾਈਜੇਸ਼ਨ ਨੂੰ ਪਿੱਠ ਦਿਖਾ ਕੇ ਜਾ ਰਿਹਾ, ਪਰ ਉਸ ਘੜੀ ਮੈਨੂੰ ਇਹੀ ਲੱਗਾ ਇੱਕ ਦੇਵ ਦੇ ਮਰਨ ਨਾਲੋਂ ਇੱਕ ਅਨੀਤ ਦਾ ਜ਼ਿੰਦਾ ਰਹਿਣਾ ਜ਼ਿਆਦਾ ਜ਼ਰੂਰੀ ਹੈ। ਇੱਕ ਦੇਵ ਮਰ ਜਾਏਗਾ ਤਾਂ ਆਰਗੇਨਾਈਜੇਸ਼ਨ ਨੂੰ ਬਹੁਤਾ ਫਰਕ ਨਹੀਂ ਪਏਗਾ, ਪਰ ਇੱਕ ਅਨੀਤ ਜ਼ਿੰਦਾ ਰਹੇਗੀ ਤਾਂ ਦੁਨੀਆ ਨੂੰ ਬਹੁਤ ਫਰਕ ਪਏਗਾ। ਘੱਟੋ ਘੱਟ ਫੁੱਲਾਂ ਦੀਆਂ ਜੜ੍ਹਾਂ ਨੂੰ ਲੱਗੇ ਕੀੜੇ ਤਾਂ ਮਰਦੇ ਰਹਿਣਗੇ। ਕੁਝ ਪਲ ਨੀਲੂ ਬਣ ਕੇ ਜ਼ਿੰਦਗੀ ਦੇ ਖੂਬਸੂਰਤ ਪਲ ਯਾਦ ਦਿਵਾਉਣ ਲਈ ਬਹੁਤ ਸ਼ੁਕਰੀਆ। अपना ध्यान रखना। पता नहीं क्यों मैनू इंज लगता है कि तुसी इस दुनिया लिए बहुत महत्वपूर्ण हो। थैंक यू मिस्टर टेररिस्ट, थैंक यू। मैं ही देके गया सी। ओ यार नॉक करना सॉरी मैडम जी, आप भांडे रखने सी। मैनू दे दो। गुरनाम, कौन सी हो टेररिस्ट? ओहो ਉਹੀ ਸੀ ਜੀ ਜਿਹੜਾ ਤੁਹਾਡੇ ਤੇ ਅਟੈਕ ਕਰਨ ਆਇਆ ਸੀ। ਬਾਜ਼ਾਰ ਵਾਲੇ ਨਾਕੇ ਤੇ ਘਿਰ ਗਿਆ। ਫੇਰ ਕੀ ਜੀ, ਪੰਗਾ ਹੀ ਪਾਤਾ ਸਾਲੇ ਨੇ। ਸਾਰੇ ਬਾਜ਼ਾਰ ਦੇ ਸਾਹਮਣੇ ਆਤਮ ਸਮਰਪਣ ਕਰਤਾ। ਇਹਦੇ ਵਿੱਚ ਪੰਗੇ ਵਾਲੀ ਕਿਹੜੀ ਗੱਲ ਹੈ? ਚੰਗਾ ਹੀ ਹੋਇਆ ਨਾ, ਕੋਈ ਖੂਨ ਖਰਾਬਾ ਨਹੀਂ ਹੋਇਆ। ਨਹੀਂ ਮੈਡਮ ਜੀ, ਤੁਹਾਨੂੰ ਨਹੀਂ ਪਤਾ, ਬਹੁਤ ਵੱਡੀ ਪ੍ਰੋਬਲਮ ਹੈ। ਇਹ ਹਾਰਡਕੋਰ ਟੈਰਰਿਸਟ ਹੈ ਜੀ। ਲੱਖਾਂ ਰੁਪਏ ਦਾ ਨਾਮ ਸੀ ਇਹਦੇ ਤੇ। ਇਹਨੂੰ ਤਾਂ ਅਸੀਂ ਕਾਗਜ਼ਾਂ 'ਚ ਕਈ ਸਾਲ ਪਹਿਲਾਂ ਹੀ ਮਾਰ ਚੁੱਕੇ ਆ। ਇਸੇ ਨੂੰ ਮਾਰ ਕੇ ਤਾਂ ਆਪਣੇ ਸਾਹਿਬ ਜੀ ਬਣੇ ਆ। ਪਹਿਲਾਂ ਤਾਂ ਸਾਡੇ ਅੱਗੇ ਸੀ। ਮਤਲਬ ਹੁਣ ਦੇਖ ਲਓ ਜੀ, ਪਤਾ ਨਹੀਂ ਕਿੱਥੋਂ ਕਬਰਾਂ 'ਚ ਉੱਠ ਕੇ ਆ ਗਿਆ। ਹੁਣ ਤੁਸੀਂ ਦੱਸੋ ਜੀ, ਵੀ ਮਰੇ ਬੰਦੇ ਦੀ ਗ੍ਰਿਫਤਾਰੀ ਕਿੱਥੋਂ ਪਾਈਏ? ਉੱਤੋਂ ਆਤਮ ਸਮਰਪਣ ਵੀ ਕੰਜਰ ਦੇ ਨੇ ਭਰੇ ਬਾਜ਼ਾਰ ਦੇ ਸਾਹਮਣੇ ਕੀਤਾ। ਆਹ ਪ੍ਰੋਬਲਮ ਹੈ ਜੀ। ਫੇਰ ਕੀ ਕਰੋਗੇ ਹੁਣ? ਭੋਲੇ ਹੋ ਤੁਸੀਂ ਵੀ, ਕਰਨਾ ਕੀ ਆ? ਲਿਜਾ ਕੇ ਪਹਾੜਾ ਪੂੜਾ 'ਚ ਕਰ ਦਿਆਂਗੇ ਠੂਠਾ। ਦੇਵ, ਗੁਰਨਾਮ ਕਹਿ ਰਿਹਾ ਸੀ ਕਿ ਉਹ ਅੱਤਵਾਦੀ ਪੂਰੇ 5 ਸਾਲ ਬਾਅਦ ਐਕਸ਼ਨ ਤੇ ਆਇਆ ਤੇ ਸਿੱਧਾ ਸਾਡੇ ਘਰ
ਕੋਈ ਖਾਸ ਕਾਰਨ ਹੈ ਇਸ ਦਾ? ਇੱਕ ਪੁਰਾਣੇ ਟੈਰਰਿਸਟ ਕੋਲ ਇੱਕ ਪੁਲਿਸ ਅਫਸਰ ਨੂੰ ਮਾਰਨ ਦੇ ਹਜ਼ਾਰ ਕਾਰਨ ਹੋ ਸਕਦੇ ਨੇ ਅਨੀਕ, ਪਰ ਮੈਂ ਤਾਂ ਉਸ ਕਾਰਨ ਬਾਰੇ ਸੋਚ ਰਿਹਾ ਜਿਸ ਕਰਕੇ ਉਸਨੇ ਮੈਨੂੰ ਨਹੀਂ ਮਾਰਿਆ। ਆਪਣੀ ਜਾਨ ਤੇ ਖੇਡ ਕੇ 2 ਸਿਕਿਉਰਿਟੀ ਵਾਲਿਆਂ ਨੂੰ ਬੇਹੋਸ਼ ਕਰਕੇ ਉਹ ਘਰ ਦੇ ਅੰਦਰ ਤੱਕ ਰਪੜ ਗਿਆ। 2 ਘੰਟੇ ਇਸ ਦਰਵਾਜ਼ੇ ਤੇ ਸੇਧ ਲਾ ਕੇ ਬੈਠਾ ਰਿਹਾ ਕਿ ਕਦੋਂ ਮੈਂ ਆਵਾਂ ਤੇ ਕਦੋਂ ਮੈਨੂੰ ਗੋਲੀ ਮਾਰੇ, ਪਰ ਜਦੋਂ ਮੈਂ ਆਇਆ ਉਦੋਂ ਉਹ ਚਲਾ ਗਿਆ। ਕਿਸ ਲਈ? ਹੋ ਸਕਦਾ ਹੈ ਉਹਨੇ ਆਪਣਾ ਇਰਾਦਾ ਬਦਲ ਦਿੱਤਾ ਹੋਵੇ। ਇਹੀ ਸੋਚ ਕੇ ਤਾਂ ਮੈਂ ਪਰੇਸ਼ਾਨ ਹਾਂ। ਕਿਉਂ? ਤੁਸੀਂ ਇਹ ਸੋਚ ਕੇ ਕਿਉਂ ਪਰੇਸ਼ਾਨ ਹੁੰਦੇ ਹੋ ਦੇਵ? ਇੰਨਾ ਘੱਟ ਹੈ ਕਿ ਉਸਨੇ ਤੁਹਾਨੂੰ ਨਹੀਂ ਮਾਰਿਆ। ਮੈਂ ਤਾਂ ਸਗੋਂ ਸ਼ੁਕਰਗੁਜ਼ਾਰ ਹਾਂ ਉਸਦੀ ਕਿ ਮੈਂ ਤੁਹਾਡੇ ਕੋਲ ਹਾਂ, ਤੁਹਾਡੇ ਇੰਨਾ ਕਰੀਬ। ਦੇਵ, ਗੁਰਨਾਮ ਕਹਿ ਰਿਹਾ ਸੀ ਕਿ ਉਹ ਪੁਲਿਸ ਰਿਕਾਰਡ ਵਿੱਚ ਪਹਿਲਾਂ ਹੀ ਮਾਰਿਆ ਜਾ ਚੁੱਕਾ ਹੈ। ਉਹ ਇਹ ਵੀ ਕਹਿ ਰਿਹਾ ਸੀ ਕਿ ਤੁਸੀਂ ਟੈਕਨੀਕਲੀ ਉਸਦੀ ਕੋਈ ਗ੍ਰਿਫਤਾਰੀ ਵੀ ਨਹੀਂ ਪਾ ਸਕਦੇ। ਇਹ ਸਭ ਡਿਪਾਰਟਮੈਂਟਲ ਪ੍ਰੋਬਲਮਸ ਨੇ। ਤੂੰ ਇਹਨਾਂ ਬਾਰੇ ਸੋਚ ਕੇ ਕਿਉਂ ਪਰੇਸ਼ਾਨ ਹੋ ਰਹੀ ਹੈ? ਮੈਂ ਪਰੇਸ਼ਾਨ ਹਾਂ ਦੇਵ, ਮੈਂ ਪਰੇਸ਼ਾਨ ਹਾਂ। ਗੁਰਨਾਮ ਕਹਿ ਰਹੇ ਸੀ ਕਿ ਤੁਸੀਂ ਹੁਣ ਕੋਈ ਮੁਕਾਬਲਾ ਵਗੈਰਾ ਦਿਖਾ ਕੇ ਉਸ ਨੂੰ ਮਾਰ ਦਿਓਗੇ। ਹੋਰ ਕੀ ਕਰਾਂਗੇ ਇਸ ਤੋਂ? ਪਰ ਇਹ ਗਲਤ ਹੈ ਦੇਵ, ਗੈਰ ਕਾਨੂੰਨੀ ਹੈ। ਕਾਨੂੰਨ? ਉਹ ਕਿਹੜਾ ਕਿਸੇ ਕਾਨੂੰਨ ਨੂੰ ਮੰਨਦੇ ਨੇ ਜੋ ਕਾਨੂੰਨ ਲਾਗੂ ਕੀਤੇ ਜਾਣ ਉਹਨਾਂ ਤੇ? ਜੇ ਕੋਈ ਕਾਨੂੰਨ ਨੂੰ ਨਹੀਂ ਮੰਨਦਾ ਤਾਂ ਇਸ ਦਾ ਮਤਲਬ ਇਹ ਤਾਂ ਨਹੀਂ ਕਿ ਉਸ ਲਈ ਕੋਈ ਕਾਨੂੰਨ ਹੀ ਨਹੀਂ ਹੈ। ਤੁਸੀਂ ਉਸ ਨੂੰ ਗ੍ਰਿਫਤਾਰ ਕੀਤਾ ਹੈ, ਚਾਹੀਦਾ ਤਾਂ ਇਹੀ ਹੈ ਨਾ ਕਿ ਤੁਸੀਂ ਉਸ ਨੂੰ ਜੇਲ੍ਹ ਵਿੱਚ ਭੇਜ ਦਿਓ, ਉਸ ਤੇ ਮੁਕੱਦਮਾ ਚਲਾ ਦਿਓ। ਮੁਕੱਦਮਾ? ਕੌਣ ਗਵਾਹੀ ਦੇਵੇਗਾ ਉਸ ਦੇ ਖਿਲਾਫ? ਗਵਾਹਾਂ ਨੂੰ ਡਰਾ ਲਿਆ ਜਾਏਗਾ ਤੇ ਵਕੀਲਾਂ ਨੂੰ ਧਮਕਾ ਲਿਆ ਜਾਏਗਾ ਤੇ ਜੱਜਾਂ ਦੇ ਰਿਸ਼ਤੇਦਾਰਾਂ ਨੂੰ ਕਿਡਨੈਪ ਕਰਕੇ ਉਹਨਾਂ ਨੂੰ ਫੈਸਲੇ ਬਦਲਣ ਲਈ ਮਜਬੂਰ ਕਰ ਦਿੱਤਾ ਜਾਵੇਗਾ ਤੇ ਫਿਰ 15 ਦਿਨਾਂ 'ਚ ਬਰੀ ਹੋ ਕੇ ਆ ਜਾਵੇਗਾ ਬਾਹਰ ਤੇ ਫਿਰ ਹੋਰ ਵੀ ਜ਼ੋਰ ਸ਼ੋਰ ਨਾਲ ਸ਼ੁਰੂ ਕਰ ਦੇਵੇਗਾ ਹੱਤਿਆਵਾਂ ਮਾਸੂਮਾਂ ਤੇ ਦੋਸ਼ਾਂ ਦੀਆਂ। ਨਹੀਂ ਦੇਵ, ਨਹੀਂ, ਉਹ ਇਹੋ ਜਿਹਾ ਬਿਲਕੁਲ ਨਹੀਂ ਕਰੇਗਾ। ਸਿਰਫ ਮੈਂ ਜਾਣਦੀ ਹਾਂ ਇਹ ਗੱਲ। ਤੁਸੀਂ ਉਹਨੂੰ ਸਿਰਫ ਇੱਕ ਟੈਰਰਿਸਟ ਸਮਝ ਰਹੇ ਹੋ। ਹੋਰ ਕੀ ਹੋ? ਦੇਵ, ਉਹ ਵੀ ਸਾਡੇ ਵਾਂਗ ਹੀ ਇੱਕ ਆਮ ਇਨਸਾਨ ਹੈ। ਉਹ ਕਈ ਗੱਲਾਂ ਵਿੱਚ ਤਾਂ ਸਾਡੇ ਨਾਲੋਂ ਵੀ ਕਿਤੇ ਵੱਧ ਹੈ। ਕੋਈ ਸਲੀਕੇ ਨਾਲ ਉਸਦੀ ਗੱਲ ਸੁਣੇ ਤਾਂ ਉਹ ਇੱਕ ਬਹੁਤ ਸ਼ਾਨਦਾਰ ਵਿਅਕਤੀ ਹੈ ਦੇਵ। ਇਹ ਗੱਲ ਤੂੰ ਕਹਿ ਰਹੀ ਹੈ ਉਸ ਸ਼ਖਸ ਬਾਰੇ ਜੋ ਤੇਰੇ ਪਤੀ ਨੂੰ ਮਾਰ ਲਈ ਤੇਰੇ ਘਰ ਤੇ ਕਰ ਪੜ ਗਿਆ? ਪਰ ਉਹਨੇ ਤਾਂ ਤੁਹਾਨੂੰ ਇੱਕ ਚਰੀਟ ਵੀ ਨਹੀਂ ਮਾਰੀ ਦੇਵ। ਇਹ ਤਾਂ ਮੈਂ ਜਾਣਨਾ ਚਾਹੁੰਦਾ, ਕਿਉਂ ਨਹੀਂ ਮਾਰਿਆ ਉਸਨੇ ਮੈਨੂੰ? 1000 ਗੋਲੀਆਂ ਚੱਲਦੀਆਂ ਨੇ ਬਾਹਰ ਤੇ ਹਰੇਕ ਗੋਲੀ ਦੇ ਚੱਲਣ ਦਾ ਕੋਈ ਨਾ ਕੋਈ ਮਕਸਦ ਹੁੰਦਾ ਹੈ। ਨਹੀਂ, ਆਖਿਰ ਉਹ ਕਿਹੜੀ ਗੋਲੀ ਹੈ ਜਿਸ ਦਾ ਮਕਸਦ ਤਾਂ ਹੈ ਪਰ ਉਹ ਚੱਲੀ ਨਹੀਂ? ਦੇਵ, ਦੇਵ, ਇਹ ਕੀ ਕਰ ਰਹੇ ਤੁਸੀਂ? ਹੱਥ ਅੰਦਰ ਕਰੋ ਦੇਵ। ਸਾਰਾ ਦਿਨ ਇਹਨਾਂ ਗੋਲੀਆਂ 'ਚ ਕੰਤਾ ਆ ਗਈ। ਮੈਨੂੰ ਇਹਨਾਂ ਤੋਂ ਡਰ ਨਹੀਂ ਲੱਗਦਾ। ਹਵਾਵਾਂ ਸਰਸਰਾ ਕੇ ਮੇਰੇ ਚਿਹਰੇ ਦੇ ਕੋਲੋਂ ਵੀ ਲੰਘ ਜਾਂਦੀਆਂ ਨੇ ਤਾਂ ਵੀ ਨਹੀਂ। ਪਰ ਅੱਜ ਮੈਂ ਡਰਿਆ ਹੋਇਆ ਹਾਂ ਉਸ ਗੋਲੀ ਕੋਲੋਂ ਜਿਹੜੀ ਬਗੈਰ ਚੱਲੇ ਮੇਰੇ ਸੀਨੇ ਵਿੱਚ ਖੁੱਭ ਗਈ ਹੈ। ਆਖਿਰ ਕਿਉਂ ਨਹੀਂ ਚੱਲੀ ਉਹ ਗੋਲੀ? ਕਿਉਂਕਿ ਦੇਵ, ਉਸ ਗੋਲੀ ਤੇ ਤੁਹਾਡੇ ਵਿਚਕਾਰ ਇੱਕ ਔਰਤ ਖੜੀ ਸੀ। ਹਾਂ ਦੱਸ ਚੁੱਕੀ ਤੂੰ ਮੈਨੂੰ ਕਿ ਤੂੰ ਮੇਰੀ ਜਾਨ ਬਚਾਉਣ ਲਈ ਉਸ ਸਤਵਤੀ ਨਾਲ ਗੁੱਥਮ ਗੁੱਥਾ ਹੋ ਗਈ ਸੀ। ਦੇਵ, ਉਹ ਔਰਤ ਮੈਂ ਨਹੀਂ, ਨੀਲੂ ਸੀ, ਉਸ ਟੈਰਰਿਸਟ ਦੀ ਪ੍ਰੇਮਿਕਾ। ਤੂੰ ਉਸ ਪਹਾੜਨ ਕੁੜੀ ਦੀ ਗੱਲ ਕਰ ਰਹੀ ਹੈ ਜੋ ਆਪਣੇ ਕੱਪੜਿਆਂ 'ਚ ਗੋਲਾ ਬਰੂਦ ਛਪਾ ਕੇ ਸਪਲਾਈ ਕਰਿਆ ਕਰਦੀ ਸੀ ਇਹਨਾਂ ਗਰੁੱਪਾਂ ਨੂੰ? ਕਾਸ਼ ਤੁਸੀਂ ਉਸ ਕੁੜੀ ਨੂੰ ਮਿਲੇ ਹੁੰਦੇ ਤਾਂ ਉਹਦੇ ਬਾਰੇ ਇਹ ਗੱਲ ਕਦੇ ਨਾ ਆਖਦੇ ਦੇਵ। ਤੂੰ ਮਿਲੀ ਹੋਈ ਆ? ਜਾਣਦੀ ਆ ਉਸ ਨੂੰ? ਹਾਂ, ਮਿਲੀ ਵੀ ਆ ਤੇ ਜਾਣਦੀ ਵੀ ਆ। ਕਦੋਂ? ਕਿੱਥੇ? ਹੁਣੇ, ਥੋੜੀ ਦੇਰ ਪਹਿਲਾਂ। ਉਸਦੇ ਪ੍ਰੇਮੀ ਦੀਆਂ ਨਜ਼ਰਾਂ ਵਿੱਚ, ਉਸਦੀਆਂ ਸੋਚਾਂ ਵਿੱਚ, ਉਸਦੇ ਜਜ਼ਬਾਤਾਂ ਵਿੱਚ। ਦੇਵ, ਉਹ ਤਾਂ ਸਗੋਂ ਨਫ਼ਰਤ ਕਰਦੀ ਸੀ ਅੱਗ ਦੀ ਇਸ ਖੇਡ ਨੂੰ, ਰੋਕਦੀ ਸੀ ਆਪਣੇ ਪ੍ਰੇਮੀ ਨੂੰ ਵੀ। ਸਗੋਂ ਤੁਹਾਡੀ ਪੁਲਿਸ ਨੇ ਉਸ ਉੱਤੇ ਜ਼ਿਆਦਤੀ ਕੀਤੀ ਹੈ ਦੇਵ। ਕੀ ਜ਼ਿਆਦਤੀ ਕੀਤੀ ਪੁਲਿਸ ਨੇ ਉਸ ਤੇ? ਕੀ ਬਹਿਕਾ ਗਿਆ ਉਹ ਟੈਰਰਿਸਟ ਤੈਨੂੰ? ਗਲਤੀਆਂ ਹਰ ਇਨਸਾਨ ਕੋਲੋਂ ਹੁੰਦੀਆਂ ਨੇ ਦੇਵ। ਉਹ ਵੀ ਸਮਾਜ ਨਾਲੋਂ ਨਾਰਾਜ਼ ਹੋ ਕੇ ਕਿਸੇ ਗਰੁੱਪ ਵਿੱਚ ਸ਼ਾਮਲ ਹੋ ਗਿਆ ਸੀ ਤੇ ਨੀਲੂ ਨੇ ਉਸ ਨੂੰ ਬਹੁਤ ਰੋਕਣ ਦੀ ਕੋਸ਼ਿਸ਼ ਕੀਤੀ। ਚਾਹੀਦਾ ਤਾਂ ਇਹੀ ਸੀ ਨਾ ਕਿ ਨੀਲੂ ਦੀਆਂ ਉਹਨਾਂ ਕੋਸ਼ਿਸ਼ਾਂ ਵਿੱਚ ਉਸ ਦਾ ਸਾਥ ਦਿੱਤਾ ਜਾਂਦਾ। ਸਗੋਂ ਤੁਹਾਡੀ ਪੁਲਿਸ ਨੇ ਉਸ ਉੱਤੇ ਇੰਨਾ ਤਸ਼ੱਦਦ ਕੀਤਾ ਕਿ ਉਹ ਇਹ ਅਪਮਾਨ ਨਾ ਸਹਿੰਦੀ ਹੋਈ ਛੱਤ ਨਾਲ ਫਾਹਾ ਲੈ ਕੇ ਮਰ ਗਈ। ਉਹ ਇੱਕ ਟੈਰਰਿਸਟ ਦੀ ਪ੍ਰੇਮਿਕਾ ਸਾਬਿਤ ਹੋਣ ਦੀ ਨਮੋਸ਼ੀ ਵਿੱਚ ਫਾਹਾ ਲੈ ਕੇ ਮਰੀ ਸੀ।
ਝੂਠ ਨਾ ਬੋਲੋ ਦੇਵ। ਮੈਂ ਤੁਹਾਡੀ ਬਹੁਤ ਇੱਜ਼ਤ ਕਰਦੀ ਹਾਂ। ਉਸ ਕੁੜੀ ਦਾ ਮੈਡੀਕਲ ਹੋਇਆ ਸੀ ਤੇ ਰਿਪੋਰਟ ਵਿੱਚ ਸਾਫ਼ ਲਿਖਿਆ ਸੀ ਕਿ ਝੂਠ ਹੈ। ਬਹਿਕਾ ਗਿਆ ਉਹ ਟੈਰਰਿਸਟ ਤੈਨੂੰ ਮੇਰੇ ਤੇ ਮੇਰੇ ਪੁਲਿਸ ਡਿਪਾਰਟਮੈਂਟ ਬਾਰੇ। ਤਾਂ ਕੀ ਇਹ ਅਖਬਾਰਾਂ ਦੀਆਂ ਕਟਿੰਗਸ ਵੀ ਝੂਠ ਨੇ, ਬਹਿਕਾ ਰਹੀਆਂ ਨੇ ਮੈਨੂੰ। ਉਹ ਤਾਂ ਟੈਰਰਿਸਟ ਮੈਨੂੰ ਫਿਜ਼ੀਕਲੀ ਨਹੀਂ, ਜਿਉਂਦੇ ਜੀ ਮੇਰੀ ਬੀਵੀ ਦੀਆਂ ਨਜ਼ਰਾਂ ਵਿੱਚ ਗਿਰਾ ਕੇ ਮਾਰਨਾ ਚਾਹੁੰਦਾ ਸੀ। ਪਰ ਹੈਰਾਨੀ ਮੈਨੂੰ ਇਸ ਗੱਲ ਦੀ ਹੋ ਰਹੀ ਹੈ ਕਿ ਮੇਰੀ ਬੀਵੀ ਇੱਕ ਟੈਰਰਿਸਟ ਦੀਆਂ ਗੱਲਾਂ ਚਾਹ ਕੇ ਮੇਰੇ ਨਾਲ ਉਸ ਦੇ ਹੱਕ ਵਿੱਚ ਬਹਿਸ ਕਰ ਰਹੀ ਹੈ ਤੇ ਮੇਰੇ ਤੇ ਸ਼ੱਕ ਕਰ ਰਹੀ ਹੈ। ਨਹੀਂ ਦੇਵ ਨਹੀਂ, ਮੈਂ ਤੁਹਾਡੇ ਤੇ ਕੋਈ ਸ਼ੱਕ ਨਹੀਂ ਕਰ ਰਹੀ। ਮੈਂ ਸਿਰਫ ਤੁਹਾਡੀ ਮਿਹਨਤ ਕਰ ਰਹੀ ਹਾਂ ਕਿ ਤੁਸੀਂ ਉਸ ਨੂੰ ਮਾਰੋ ਨਾ, ਉਸ ਨੂੰ ਜੇਲ੍ਹ ਭੇਜ ਦਿਓ, ਉਸ ਤੇ ਮੁਕੱਦਮਾ ਚਲਾ ਦਿਓ, ਪਰ ਪਲੀਜ਼ ਉਸ ਨੂੰ ਮਾਰੋ ਨਾ ਦੇਵ। ਕਿਉਂ? ਤੈਨੂੰ ਉਸ ਨਾਲ ਇੰਨੀ ਹਮਦਰਦੀ ਕਿਉਂ? ਕੀ ਸਾਂਝਾ ਤੇਰੀ ਉਸ ਨਾਲ? ਸਾਂਝ ਹੈ ਦੇਵ, ਸਾਡੀ ਮੁਹੱਬਤ ਦੀ ਸਾਂਝ ਹੈ। ਅਸੀਂ ਦੋਵੇਂ ਮੁਹੱਬਤ ਕਰਦੇ ਹਾਂ, ਉਹ ਆਪਣੀ ਨੀਲੂ ਨੂੰ ਤੇ ਮੈਂ ਆਪਣੇ ਦੇਵ ਨੂੰ। ਇਸੇ ਮੁਹੱਬਤ ਦੀ ਸਾਂਝ ਦੇ ਨਾਂ ਤੇ ਉਸਨੇ ਤੁਹਾਡੀ ਜਾਨ ਬਖਸ਼ੀ ਹੈ ਦੇਵ, ਵਰਨਾ ਮਾਰ ਸਕਦਾ ਸੀ ਤੁਹਾਨੂੰ ਉਹ। ਇਸੇ ਸਾਂਝ ਦੇ ਨਾਂ ਤੇ ਮੈਂ ਤੁਹਾਡੀ ਮਿੰਨਤ ਕਰਦੀ ਹਾਂ ਦੇਵ, ਤੁਸੀਂ ਉਸ ਨੂੰ ਨਾ ਮਾਰੋ, ਉਸ ਨੂੰ ਛੱਡ ਦਿਓ। ਉਹ ਚਲਾ ਜਾਏਗਾ ਕਿਤੇ ਦੂਰ ਪਹਾੜਾਂ ਵਿੱਚ, ਮੁੜ ਕੇ ਦੁਬਾਰਾ ਹਥਿਆਰ ਨਹੀਂ ਚੁੱਕੇਗਾ ਦੇਵ, ਗੁਜ਼ਾਰ ਦੇਗਾ ਆਪਣੀ ਬਾਕੀ ਦੀ ਜ਼ਿੰਦਗੀ ਨੀਲੂ ਦੀਆਂ ਯਾਦਾਂ ਵਿੱਚ। ਉਹ ਤਾਂ ਇਸ 2 ਘੰਟੇ ਦੀ ਸਾਂਝ ਵਿੱਚ ਇੰਨਾ ਜਾਣ ਲਿਆ ਤੂੰ ਉਸ ਨੂੰ। ਕਿਸੇ ਨੂੰ ਜਾਣਨਾ ਹੋਵੇ ਤਾਂ 2 ਪਲ ਵੀ ਬਹੁਤ ਹੁੰਦੇ ਨੇ ਦੇਵ, ਨਾ ਜਾਣਨਾ ਹੋਵੇ ਤਾਂ 2 ਜਨਮ ਵੀ ਕੁਝ ਨਹੀਂ ਹੁੰਦੇ। ਹਾਂ, ਵਿਆਹ ਦੇ 4 ਮਹੀਨਿਆਂ ਚੋਂ 2 ਮਹੀਨੇ ਤਾਂ ਮੈਂ ਤੇਰੇ ਨਾਲ ਗੁਜ਼ਾਰੇ ਹੀ ਨਹੀਂ ਨਾ, ਪਰ ਕਿੰਨਾ ਕੁ ਜਾਣ ਪਾਇਆ ਹੁਣ ਤੈਨੂੰ। ਅੱਜ ਮੈਨੂੰ ਪਤਾ ਲੱਗਿਆ ਕਿ ਮੇਰੀ ਬੀਵੀ ਤਾਂ ਤ੍ਰਿਕਾਲਦਰਸ਼ੀ ਹੈ। ਸਿਰਫ ਕੁਝ ਕੁ ਪਲਾਂ ਦੀ ਮੁਲਾਕਾਤ ਵਿੱਚ ਉਹ ਕਿਸੇ ਦਾ ਭੂਤ ਭਵਿੱਖ ਤੇ ਵਰਤਮਾਨ ਸਭ ਕੁਝ ਜਾਣ ਲੈਂਦੀ ਹੈ। ਅੱਜ ਮੈਨੂੰ ਪਤਾ ਲੱਗਿਆ ਕਿ ਉਹ ਮੈਨੂੰ ਇੰਨਾ ਪਿਆਰ ਕਰਦੀ ਹੈ ਕਿ ਮੇਰੀ ਜਾਨ ਬਚਾਉਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ। ਕਿ ਮੈਂ ਜਾਣ ਸਕਦਾ ਹਾਂ ਮੇਰੀ ਬੀਵੀ ਨੂੰ ਮੇਰੀ ਜਾਨ ਬਚਾਉਣ ਲਈ ਉਸ ਟੈਰਰਿਸਟ ਨਾਲ ਕਿਸ ਹੱਦ ਤੱਕ ਜਾਣਾ ਪਿਆ। ਦੇਵ, ਇਹ ਕੀ ਸਵਾਲ ਕਰ ਰਹੇ ਹੋ ਤੁਸੀਂ? ਅੱਜ ਮੈਂ ਕਰ ਰਿਹਾ, ਕੱਲ ਇਹੀ ਸਵਾਲ ਸਾਰਾ ਸ਼ਹਿਰ ਕਰੇਗਾ। ਇੱਕ ਹਾਰਡਕੋਰ ਟੈਰਰਿਸਟ ਡੀਐਸਪੀ ਦੇਵਰਾਜ ਸਿੰਘ ਦੇ ਬੰਗਲੇ ਤੇ ਆਉਂਦਾ ਹੈ, 2 ਘੰਟੇ ਉੱਥੇ ਰੁਕਦਾ ਹੈ ਤੇ ਫਿਰ ਬਗੈਰ ਡੀਐਸਪੀ ਨੂੰ ਨੁਕਸਾਨ ਪਹੁੰਚਾਏ ਵਾਪਸ ਚਲਾ ਜਾਂਦਾ ਹੈ। ਕੀ ਜਵਾਬ ਦਿਆਂਗਾ ਲੋਕਾਂ ਨੂੰ ਮੈਂ? ਹਾਏ ਰੱਬਾ, ਮੈਂ ਕੀ ਸੁਣ ਰਹੀ ਹਾਂ? 5 ਸਾਲ, ਪੂਰੇ 5 ਸਾਲ ਉਹ ਕਿਤੇ ਨਹੀਂ ਸੀ ਮੇਰੀ ਜ਼ਿੰਦਗੀ ਵਿੱਚ। ਸਿਰਫ 10 ਦਿਨ ਪਹਿਲਾਂ ਤੂੰ ਆਈ, ਤੇਰੇ ਪਿੱਛੇ ਹੀ ਉਹ ਆ ਗਿਆ। ਕੰਮ ਵਾਲੀ ਨੂੰ ਛੁੱਟੀ ਦੇ ਦਿੱਤੀ ਗਈ, ਸਿਕਿਉਰਿਟੀ ਗਾਰਡਾਂ ਨੂੰ ਬੇਹੋਸ਼ ਕਰ ਦਿੱਤਾ ਗਿਆ। 1 ਘੰਟੇ ਬਾਅਦ ਅਚਾਨਕ 1 ਘੰਟੇ ਬਾਅਦ ਕਰਨਾਮ ਆਉਂਦਾ ਹੈ ਬਗੈਰ ਦਸਤਕ ਦਿੱਤਿਆਂ। ਤੇਰੀ ਚੁੰਨੀ ਇੱਥੇ ਜ਼ਮੀਨ ਤੇ ਰੋਲ ਰਹੀ ਹੈ ਤੇ ਤੂੰ ਸ਼ਾਮ ਦੇ 5:30 ਵਜੇ ਨਹਾ ਰਹੀ ਹੈ ਤੇ ਉਹ ਪੂਰੀ ਆਜ਼ਾਦੀ ਨਾਲ ਤੇਰੇ ਰੈਕ ਵਿੱਚੋਂ ਕਿਤਾਬਾਂ ਫਰੋਲ ਰਿਹਾ ਹੈ। ਹੋਰ ਕੌਣ ਆਉਂਦਾ ਇਸ ਤਰ੍ਹਾਂ ਆਪਣੇ ਘਰ ਵਿੱਚ? ਕੋਈ ਬਹੁਤਾ ਆਪਣਾ ਹੀ ਨਾ। ਚੋਰ ਡਾਕੂ ਤੇ ਕਾਤਲ ਵੀ ਇਸੇ ਤਰ੍ਹਾਂ ਆਉਂਦੇ ਨੇ ਦੇਵ। ਪਰ ਟੈਰਰਿਸਟ ਨਹੀਂ ਆਉਂਦੇ। ਪੜ੍ਹਦੀਆਂ ਨਾ ਰੋਜ਼ ਅਖਬਾਰਾਂ ਵਿੱਚ ਉਹ ਧੂਆਂ ਖਿਲਾਰਦੇ ਆਉਂਦੇ ਨੇ ਤੇ ਬਰੂਦ ਖਿਲਾਰ ਕੇ ਚਲੇ ਜਾਂਦੇ ਨੇ ਅਗਲੇ ਦੇ ਸੀਨੇ ਵਿੱਚ। 2 ਮਿੰਟ ਨਹੀਂ ਲੱਗਦੇ ਅਨੀਤ, ਪਰ ਉਸ ਨੂੰ ਤਾਂ ਪੂਰੇ 2 ਘੰਟੇ ਲੱਗ ਗਏ। ਦੇਵ, ਤੁਸੀਂ ਕਹਿਣਾ ਚਾਹੁੰਦੇ ਹੋ ਕਿ ਉਹ ਟੈਰਰਿਸਟ ਤੁਹਾਨੂੰ ਮਾਰਨ ਲਈ ਨਹੀਂ, ਮੈਨੂੰ ਮਿਲਣ ਲਈ ਆਇਆ ਸੀ? ਮੈਂ ਨਹੀਂ, ਹਾਲਾਤ ਇਹ ਸਭ ਕਹਿ ਰਹੇ ਨੇ। ਤੁਸੀਂ ਉਹਨਾਂ ਹਾਲਾਤਾਂ ਨੂੰ ਕੀ ਜਾਣਦੇ ਹੋ ਦੇਵ, ਜਿਨ੍ਹਾਂ ਚੋਂ ਮੈਂ ਲੱਗੀ ਆ ਪੂਰੇ 2 ਘੰਟੇ? ਉਸਨੇ ਮੈਨੂੰ ਡਰਾਇਆ, ਧਮਕਾਇਆ, ਮੈਨੂੰ ਮਾਰਿਆ, ਮੇਰਾ ਸਿਰ ਪੱਟ ਦਿੱਤਾ। ਪਰ ਤੇਰੇ ਸਿਰ ਦੀ ਚੁੰਨੀ ਇੱਥੇ ਜ਼ਮੀਨ ਤੇ ਰੋਲ ਰਹੀ ਸੀ। 1000 ਵੱਟ ਨੇ ਉਸ ਵਿੱਚ ਅਨੀਤ, ਹਾਲੇ ਵੀ ਕਿਵੇਂ ਪੈ ਗਏ? ਦੇਵ, ਮੈਂ ਤੁਹਾਡੀ ਜਾਨ ਬਚਾਉਣ ਲਈ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ। ਉਸਦੀ ਪਿਸਤੌਲ ਦੀ ਨੋਕ ਤੇ ਆਪਣਾ ਜਿਸਮ ਵਿਛਾ ਦਿੱਤਾ ਤੇ ਤੁਸੀਂ ਕਹਿ ਰਹੇ ਹੋ ਕਿ ਉਹ ਟੈਰਰਿਸਟ ਮੈਨੂੰ ਮਿਲਣ ਲਈ ਆਇਆ ਸੀ? ਕਹਾਣੀ ਇਹ ਕਹਾਣੀ 36 ਕਹਾਣੀਆਂ ਸੁਣਦਾ ਰੋਜ਼ ਸਵੇਰ ਤੋਂ ਸ਼ਾਮ ਤੱਕ ਆਪਣੇ ਦਫ਼ਤਰ 'ਚ ਮੈਂ। ਮੈਨੂੰ ਨਹੀਂ ਯਕੀਨ ਤੇਰੀ ਇਸ ਕਹਾਣੀ ਤੇ। ਹਾਏ ਰੱਬਾ, ਇਹ ਕੀ ਕਹਿ ਰਹੇ ਹੋ ਤੁਸੀਂ? ਮੈਂ ਕਦੇ ਸੋਚ ਵੀ ਨਹੀਂ ਸੀ ਸਕਦੀ ਕਿ ਤੁਸੀਂ ਇਹ ਰੋਣ ਧੋਣ ਦਾ ਨਾਟਕ ਬਹੁਤ ਵੇਖ ਚੁੱਕਾ ਇਸ ਜੰਗ ਵਿੱਚ ਮੈਂ। ਇਹ ਟੈਰਰਿਸਟਾਂ ਦੀਆਂ ਔਰਤਾਂ ਬਦਲਾ ਵਾਂਗ ਵਰਦੀਆਂ ਨੇ ਆਪਣੇ ਪ੍ਰੇਮੀਆਂ ਤੇ। ਉਹਨਾਂ ਦੇ ਰਾਜ਼ ਛੁਪਾਉਣ ਲਈ ਖੂਨ ਵਹਾਉਂਦੀਆਂ ਨੇ ਤੇ ਉਹਨਾਂ ਦੇ ਜ਼ਖਮਾਂ ਨੂੰ ਧੋਣ ਲਈ ਧੁੱਤ ਡੋਲਦੀਆਂ ਨੇ ਤੇ ਜਦੋਂ ਉਹ ਗ੍ਰਿਫਤਾਰ ਹੋ ਜਾਂਦੇ ਨੇ ਉਹਨਾਂ ਦੀ ਬੇਗੁਨਾਹੀ ਦਾ ਸਬੂਤ ਦੇਣ ਲਈ ਹੰਝੂ ਵਹਾਉਂਦੀਆਂ ਨੇ। ਮੇਰੇ ਤੇ ਨਹੀਂ ਅਸਰ ਤੇਰੇ ਇਹਨਾਂ ਹੰਝੂਆਂ ਦਾ। ਮੈਂ ਤੁਹਾਡੀ ਅਨੀਤ ਹਾਂ ਦੇਵ, ਤੁਹਾਡੀ ਅਨੀਤ। ਪਰ ਉਹ ਟੈਰਰਿਸਟ ਕਿਵੇਂ ਖੜਾ ਹੈ ਤੇਰੇ ਤੇ ਮੇਰੇ ਵਿਚਕਾਰ? ਯਕੀਨ ਕਰੋ ਦੇਵ, ਉਹ ਕਿਤੇ ਨਹੀਂ ਹੈ, ਉਹ ਤੁਹਾਨੂੰ ਮਾਰਨ ਲਈ ਆਇਆ ਸੀ ਦੇਵ। ਕਹਾਣੀ ਇਹ
मैं इस कहानी का वर्का वर्का कर सुटांगा एक एक शब्द नूं लीरो लीर कर देंगा ते कढ लवांगा सच नूं बाहर गुरनाम जी सर। ले जा उसनूं ते तूंबा कर दे उसदा होंद मिटा दे इस धरती तो उसदी जिथे मैं हाले होर जीना है। पर सर हाले तो दिन खड़ा है तू जी। उसनूं गोली मार दे रात अपने आप हो जाएगी। जी सर। देव ਤੁਸੀਂ ਕੀ ਕਰ ਰਹੇ ਹੋ ਦੇਵ? होंद मिटा रहे अपने घर विच उसदी ਦੇਵ ਉਹ ਇੱਥੇ ਕਿਤੇ ਨਹੀਂ ਹੈ, ਸਿਰਫ ਤੁਹਾਡੇ ਸ਼ੱਕ ਵਿੱਚ ਹੈ ਦੇਵ। वो मिट जाएगा तो मेरा शक भी मिट जाएगा। ਆਪਣਾ ਸ਼ੱਕ ਮਿਟਾਉਣ ਲਈ ਨਹੀਂ, ਆਪਣਾ ਗੁਨਾਹ ਛੁਪਾਉਣ ਲਈ ਮਾਰ ਰਹੇ ਹੋ ਤੁਸੀਂ ਉਸ ਨੂੰ। ਤੁਸੀਂ ਉਸ ਨੂੰ ਇਸ ਲਈ ਗ੍ਰਿਫਤਾਰ ਨਹੀਂ ਕਰ ਸਕਦੇ ਕਿਉਂਕਿ ਕਾਗਜ਼ਾਂ ਵਿੱਚ ਮਰਿਆ ਸਾਬਿਤ ਕਰਕੇ ਤੁਸੀਂ ਇਸ ਅਹੁਦੇ ਤੇ ਪਹੁੰਚੇ ਹੋ ਮਿਸਟਰ ਡੀਐਸਪੀ। ਲੱਖਾਂ ਰੁਪਏ ਦੇ ਇਨਾਮ ਟਕਾਰੇ ਨੇ ਤੁਸੀਂ ਤੇ ਤੁਹਾਡੇ ਡਿਪਾਰਟਮੈਂਟ ਨੇ ਆਪਣੇ ਮੋਢੇ ਤੇ ਸਟਾਰ ਟੰਗੇ ਨੇ। ਤੁਸੀਂ ਉਸ ਨੂੰ ਰਾਤ ਦੇ ਹਨੇਰੇ ਵਿੱਚ ਇਸ ਕਰਕੇ ਮਾਰ ਕੇ ਖਪਾ ਦੇਣਾ ਚਾਹੁੰਦੇ ਹੋ ਕਿਉਂਕਿ ਸਵੇਰੇ ਕਿਸੇ ਨੂੰ ਇਹ ਨਾ ਪਤਾ ਲੱਗੇ ਕਿ ਉਹ ਟੈਰਰਿਸਟ ਤੁਹਾਨੂੰ ਇਸ ਲਈ ਇੱਥੇ ਮਾਰਨ ਲਈ ਆਇਆ ਸੀ ਕਿ ਉਸ ਦੀ ਪ੍ਰੇਮਿਕਾ ਦੇ ਅਪਮਾਨ ਵਿੱਚ ਤੁਸੀਂ ਖੁਦ ਵੀ ਸ਼ਾਮਿਲ ਸੀ। शट अप मैं यह जिहा कुछ नहीं कीता। ਕਿਸ ਨੂੰ ਝੂਠ ਬੋਲ ਰਹੇ ਹੋ ਦੇਵ? ਆਪਣੇ ਆਪ ਨੂੰ? ਤੁਹਾਡੇ ਚਿਹਰੇ ਉੱਤੇ ਸਾਫ਼ ਨਜ਼ਰ ਆ ਰਿਹਾ ਦੇਵ, ਸੱਚ ਸਾਫ਼ ਨਜ਼ਰ ਆ ਰਿਹਾ ਹੈ। ਵਰਨਾ ਜਿਸ ਬੰਦੇ ਨੇ ਤੁਹਾਡੀ ਜਾਨ ਬਖਸ਼ ਦਿੱਤੀ ਹੋਵੇ ਉਸ ਨੂੰ ਮਾਰਨ ਦਾ ਤੁਹਾਨੂੰ ਕੀ ਹੱਕ ਹੈ? ਪੂਰੇ 5 ਦਿਨ ਤੇ 5 ਰਾਤਾਂ ਉਸ ਦੀ ਪ੍ਰੇਮਿਕਾ ਤੁਹਾਡੇ ਕਬਜ਼ੇ ਵਿੱਚ ਰਹੀ, ਉਹ ਫਿਰ ਵੀ ਤੁਹਾਨੂੰ ਮਾਫ ਕਰਕੇ ਚਲਾ ਗਿਆ। ਸਿਰਫ 2 ਘੰਟੇ ਤੁਹਾਡੀ ਬੀਵੀ ਉਸ ਦੇ ਕਬਜ਼ੇ ਵਿੱਚ ਰਹੀ ਤਾਂ ਤੁਸੀਂ ਉਸ ਦਾ ਨਾਮੋ ਨਿਸ਼ਾਨ ਮਿਟਾ ਦੇਣਾ ਚਾਹੁੰਦੇ ਹੋ ਇਸ ਦੁਨੀਆ ਤੋਂ। तो तू उस टेररिस्ट नाल मेरा कंपैरिजन कर रही है? ਨਹੀਂ ਦੇਵ ਨਹੀਂ, ਕਰਾਂ ਵੀ ਕਿੱਦਾਂ? ਉਸ ਨੇ ਆਪਣੀ ਵੀਲੂ ਵਾਸਤੇ ਮੈਨੂੰ ਮੇਰਾ ਸੁਹਾਗ ਬਖਸ਼ ਦਿੱਤਾ ਤੇ ਤੁਸੀਂ ਮੇਰੇ ਲਈ ਮਾਰ ਰਹੇ ਹੋ ਉਸ ਨੂੰ। ਕਿੱਦਾਂ ਕਰਾਂ ਮੈਂ ਕੰਪੈਰੀਜ਼ਨ? तो तेरी नजर विच मैं एक टेररिस्ट तो भी क्या गुजरा इंसान हाँ? ਟੈਰਰਿਸਟ ਕੌਣ ਹੁੰਦਾ ਹੈ ਦੇਵ? ਜੋ ਟੈਰਰ ਪੈਦਾ ਕਰਦਾ ਹੈ, ਭਾਵੇਂ ਉਹ ਕਾਨੂੰਨ ਨੂੰ ਤੋੜਨ ਲਈ ਹੋਵੇ ਤੇ ਭਾਵੇਂ ਉਸ ਨੂੰ ਕਾਇਮ ਕਰਨ ਲਈ। ਟੈਰਰ ਤਾਂ ਸਿਰਫ ਟੈਰਰ ਹੁੰਦਾ ਹੈ, ਦਹਿਸ਼ਤ ਜੋ ਇੱਕ ਤਲਵਾਰ ਵਾਂਗ ਵੱਜਦੀ ਹੈ ਬੰਦੇ ਦੇ ਸਿਰ ਵਿੱਚ ਤੇ ਚੀਰਦੀ ਚਲੇ ਜਾਂਦੀ ਹੈ ਜ਼ਮੀਨ ਤੱਕ ਸਭ ਕੁਝ, ਤਨ ਮਨ ਆਤਮਾ ਸਭ ਕੁਝ। ਕਦੇ ਕਿਸੇ ਦਹਿਸ਼ਤਜ਼ਦਾ ਆਦਮੀ ਦੀ ਅੱਖਾਂ ਵਿੱਚ ਦੇਖਿਆ ਦੇ? ਮੌਤ ਨੱਚਦੀ ਹੈ ਉੱਥੇ, ਮੌਤ। ਜ਼ਿੰਦਗੀ ਦੇ ਅਰਥ ਭੁੱਲ ਜਾਂਦਾ ਉਹ, ਵਿਸ਼ਵਾਸ ਕਰਨਾ ਭੁੱਲ ਜਾਂਦਾ। ਟੈਰਰ ਬੰਦੇ ਨੂੰ ਮਸ਼ੀਨ ਬਣਾ ਦਿੰਦਾ ਤੇ ਜਿਸ ਵਿੱਚ ਕੋਈ ਜਜ਼ਬਾਤ ਨਹੀਂ ਹੁੰਦੇ, ਕੋਈ ਰਿਸ਼ਤਾ ਨਹੀਂ ਹੁੰਦਾ। ਉਹ ਖੁਦ ਇੱਕ ਦਹਿਸ਼ਤ ਬਣ ਜਾਂਦਾ ਹੈ, ਟੈਰਰਿਸਟ। ਤੁਸੀਂ ਮੇਰੇ ਅੰਦਰ ਦਹਿਸ਼ਤ ਪੈਦਾ ਕਰ ਰਹੇ ਹੋ ਦੇਵ। तो तेरी नजर विच मैं एक आतंकवादी हाँ? कोई फर्क नहीं है, कोई फर्क नहीं है देव। बकवास कर दिया हरामजादी, बकवास कर दिया। तू आपदे ਇਹੋ ਜਿਹੇ ਚਰਿੱਤਰ ਨਾਲ ਹੋਰ ਕਿਸੇ ਨੂੰ ਬੇਵਕੂਫ ਬਣਾ ਸਕਦੀ ਹੈ, ਮੈਨੂੰ ਨਹੀਂ। ਮੈਂ ਤੇਰਾ ਸੱਚ ਜਾਣ ਗਿਆ ਹਾਂ। इस खाते अंदर छुपया है तेरा सच, इस खाते अंदर बंद है तेरा सच। कुछ पल नीलू बन के जिंदगी दे खूबसूरत पल याद दवाने लई तेरा बहुत शुक्रिया। किने 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 नाजुक ते खूबसूरत शब्द ने ना। कुछ पल नीलू बन के हार पार दसदा है इन्हां शब्दां दे। सारे रिश्तियां दी शर्म है आदि चुन्नी छिके टंग के एक टेररिस्ट ना रंग रड़ियां मनाउंदी एक पुलिस अफसर दी बीवी। सिर्फ अपना बेशरम चेहरा नजर आ रहा है तेनू इन्हां शीशे वर्गे शब्दां विचों। हाँ अपना चेहरा नजर आ रहा मैनू, शर्म नाल झुकिया ते मजबूर चेहरा। बोल बोल तेरा उस टेररिस्ट नाल की संबंध है? बोल नहीं तो मैं तेरी जान कट देवांगा। बोल आराम कर, बोल तेरा उस टेररिस्ट नाल की संबंध? बोल नहीं तो मैं तेरी जान कट देवांगा। बोल तेरा उस टेररिस्ट नाल की संबंध है? मैं तेरे जिस्म दे चितरे चितरे कर देंगा। बोल बोल
बोल तेरा और तेरे से ना की संबंध है? बोल तेरा, बोल बोल, नहीं तो चिथड़े चिथड़े कर देगा तेरे जिस्म पे मैं। कोई फर्क नहीं है। बोल। कोई फर्क नहीं है देव, कोई फर्क नहीं है। ओए अपमान, ओए गाला, ओए दर्द। शायद एक घड़ी हर प्रेमिका दी जिंदगी विच आउंदी है ते कदे उसदे प्रेमी लई सौगात बन के ते कदे उस नहीं प्रेमी वल्लों सौगात बन के। बस दे। बोल बोल, तेरा की संबंध है? बस दे, थक गए। मैनू तो अजे रोना भी नहीं आया दे। मैं तो अखबार में पढ़िया सी कि तुसी उस कुड़ी उत्ते इन्ना तशद्दद किया कि वो आत्म हत्या करने लिए मजबूर हो गई। तू भी हो जाती, तू भी हो जाती हरामजादी, जे तू मेरी बीवी ना होंदी ते। जी मैं तो हटी बीवी ना होंदी तो की करदे तुसी मेरे नाल? होई होई जो उस टेररिस्ट की प्रेमिका नाल कीता सी, उधेड़ के रख दी सी सारी दी सारी। पहला उसके कपड़े, फिर उसकी इज्जत, फिर उसकी शर्म ते फिर उसे दी लाश नू उसे दी चुंडी नाल बन के लटका दिता सी पक्के दे नाल। जी मैं तो हटी बीवी ना होंदी तो ही सब कुछ करते मेरे नाल। गोली मार दिंदा तैनू मैं, गोली मार दिंदा हरामजादी। मेरी बीवी होके खुशियां दे पल गैरां नू वड़दी फिरदी है, गोली मार दिंदा तैनू मैं। जिवें 5 भैणां दे भरा ते एक विधवा दे पुत्तर नू मारी सी। हाँ मारी सी, कोई अफसोस नहीं मैनू उस गोली दा कि ओह बेकसूर सी। ਇਹ नहीं मारते बेकसूरां नू, बाजारां विच बंब चला दिंदे ने, हवाई जहाज उड़ा दिंदे ने, ते कोई अफसोस नहीं मैनू उस गोली दा, क्योंकि उसे एक गोली करके अज मैं DSP हाँ। ये लाखां रुपए दा बैंक बैलेंस, ये शानो शौकत ते बंगला सिर्फ उसे एक गोली करके है। तो फिर आ लो फड़ो चुन्नी ते पा लो मेरे गल विच ते भर लो अपना पिस्तौल गोलियां दे नाल ते तैयार हो जाओ ये सब कुछ करन लई, क्योंकि हुण मैं तुहाडी बीवी नहीं हाँ। हाँ हुण मैं तुहाडी बीवी नहीं हाँ। करो जिन्ना टॉर्चर मैनू कर सकदे हो तुसी। मेरे घर विच रहन वाली, मेरे टुकड़ियां ते पलन वाली वाहियात औरत, और है कि तू मेरी? कुछ भी नहीं। अतवार ने पैदा किए इन्हां सवालों ने सारे रिश्ते खत्म कर दिते ने। हुण मैं किसी दी कुछ भी नहीं हाँ। हुण मैं कुछ होण ते ना होण दी हद दे ऐन विचकार खड़ी हाँ। कदे मैं डोली विच बैठ के तेरे घर आई सा ते अनु तो अनेक हो गई सा, पर हुण तू मेरे ते शक कीता है ते मैं अनीत तो नीलू हो गई हाँ। पर अज मैं तेनू तेरियां सारियां दित्तियां पछाणा वापस मोड़ दियां। इस घड़ी मैं अनु भी नहीं, अनीत भी नहीं ते नीलू भी नहीं। इस घड़ी मैं कुछ भी नहीं। मैं एक कोरा कागज हाँ। कोई नाम नहीं, कोई पहचान नहीं, कोई अतीत नहीं, कोई भविष्य नहीं। तू जो समझना चाहे समझ ले, और याद रहे जेड़ा एक रूप तू चुनेगा सिर्फ वही बचेगा, बाकी के 2 रूप मर जाएंगे। मैं तेरे नाल वादा करती हाँ कि जेड़ा रूप तू चुनेगा मैं पूरी ईमानदारी नाल उस रूप विच वट जावांगी, पर उस रूप नाल जुड़ी होनी अनहोनी दा तू खुद जिम्मेवार होवेगा। जेड़ा रूप मैं चुनूंगा वही रूप बचेगा, बाकी 2 रूप मार जाएंगे। इंटरेस्टिंग, वेरी वेरी इंटरेस्टिंग। जी मैं तेनू अनु समझ लवां फिर मैं तेरी डोली विच बैठ के तेरे घर आवांगी, तेरी दित्ती पछाण दी मोहताज बन के जीवांगी।
ਤੇਰੇ ਟੁਕੜਿਆਂ ਤੇ ਪਰਨ ਵਾਲੀ, ਤੇਰੇ ਘਰ ਵਿੱਚ ਕੰਮ ਵਾਲੀ, ਤੇਰੇ ਘਰ ਦੀ ਸ਼ਰਨਾਰਥੀ। ਤੇ ਜੇ ਮੈਂ ਤੈਨੂੰ ਅਨੀਤ ਸਮਝ ਲਵਾਂ ਫਿਰ ਮੈਂ ਤੇਰਾ ਸਾਰਾ ਕਿਹਾ ਸੁਣਿਆ ਮਾਫ ਕਰ ਦਿਆਂਗੀ, ਭੁੱਲ ਜਾਵਾਂਗੀ ਸਭ ਕੁਝ ਇੱਕ ਖੂਬਸੂਰਤ ਹਾਦਸੇ ਵਾਂਗ। ਤੇਰੇ ਘਰ ਵਿੱਚ ਜੀਵਾਂਗੀ, ਤੇਰੇ ਨਾਮ ਦੇ ਵਾਰਿਸ ਪੈਦਾ ਕਰਾਂਗੀ ਤੇ ਉਹਨਾਂ ਲਈ ਜਰਾਬਾਂ ਪੁਣਿਆ ਕਰਾਂਗੀ। ਜੇ ਕੋਈ ਅੱਤਵਾਦੀ ਤੈਨੂੰ ਮਾਰਨ ਲਈ ਆਏਗਾ ਤਾਂ ਬੇਖੌਫ ਆਪਣੀ ਜਾਨ ਦੇ ਦਿਆਂਗੀ। ਜੇ ਤੂੰ ਮਰ ਵੀ ਜਾਏਗਾ ਤਾਂ ਸਾਰੀ ਉਮਰ ਤੇਰੀ ਵਿਧਵਾ ਬਣ ਕੇ ਤੇਰੀਆਂ ਯਾਦਾਂ ਵਿੱਚ ਗੁਜ਼ਾਰ ਦਿਆਂਗੀ। ਨਹੀਂ ਨਹੀਂ, ਇਹਨਾਂ ਤਾਂ ਯਕੀਨ ਨਹੀਂ ਕਰਦਾ ਮੈਂ ਤੇਰੇ ਤੇ ਜੇ ਮੈਂ ਤੈਨੂੰ ਨੀਲੂ ਸਮਝ ਲਵਾਂ ਤਾਂ ਫਿਰ ਮੈਂ ਉਸਦੀ ਪ੍ਰੇਮਿਕਾ ਬਣ ਜਾਵਾਂਗੀ ਤੇ ਉਸਦੇ ਅਧੂਰਾ ਰਹਿ ਗਏ ਮਿਸ਼ਨ ਨੂੰ ਪੂਰਾ ਕਰਾਂਗੀ। ਤੂੰ ਮਾਰੇਗੀ ਮੈਨੂੰ? ਉਹ ਮਾਰਨ ਆਇਆ ਸੀ ਮੈਨੂੰ ਟੈਰਰਿਸਟ ਬਣ ਕੇ, ਤੇ ਤੂੰ ਮਾਰੇਗੀ? ਮਾਰ, ਚੱਲ ਮਾਰ ਮੈਨੂੰ, ਮਾਰ ਮੈਨੂੰ। ਜਿਉਣਾ ਵੀ ਸਾਲਾ ਕੌਣ ਚਾਹੁੰਦਾ ਹੈ ਆਪਣੀ ਬੀਵੀ ਨੂੰ ਹੋਰ ਕਿਸੇ ਨਾਲ ਰੰਗ ਰਲੀਆਂ ਮਨਾਉਂਦੇ ਵੇਖ ਕੇ? ਤੂੰ ਮਾਰ ਮੈਨੂੰ, ਮਾਰੋ। ਬਣ ਪੜੇ ਪਿੰਡੇ ਵਾਲੀ ਸ਼ਾਨਦਾਰ ਪਹਾੜਨ ਬਣ। ਕਿਆ ਹਾਲਤ ਸੀ ਉਹ। ਸਲਾਮ ਕਰਦਾ ਮੈਂ ਉਸ ਔਰਤ ਦੀ ਮੁਹੱਬਤ ਨੂੰ। ਲੀਰੋ ਲੀਰ ਹੋ ਗਈ, ਪਰ ਆਪਣੇ ਪ੍ਰੇਮੀ ਦਾ ਰਾਜ਼ ਆਪਣੇ ਹੋਂਠਾਂ ਤੇ ਨਹੀਂ ਆਉਣ ਦਿੱਤਾ। ਤੂੰ ਬਣ ਨੀਲੂ, ਬਣ ਗਈ ਉਹ ਅਨੂ, ਜਿਸ ਦੀ ਮਾਸੂਮੀਅਤ ਤੇ ਸਾਦਗੀ ਤੇ ਫਿਦਾ ਹੋ ਕੇ ਜਿਸ ਨਾਲ ਮੈਂ ਵਿਆਹ ਕਰਵਾਇਆ ਸੀ। ਤੇ ਅਨੀਤ, ਨਫ਼ਰਤ ਹੈ ਮੈਨੂੰ ਇਸ ਨਾਂ ਤੋਂ। ਭਰ ਦਿੱਤਾ ਹੈ ਅੰਦਰ ਤੱਕ ਕੰਟਿਆਂ ਨਾਲ ਇਸ ਨਾਂ ਨੇ ਮੇਰਾ। ਤੂੰ ਪਾ ਨੀਲੂ ਤੇ ਲਿਆ ਕੇ ਡੋਲ ਹਲਦੀ ਵਾਲਾ ਦੁੱਧ ਮੇਰੇ ਇਹਨਾਂ ਜ਼ਖਮਾਂ ਤੇ। ਹਲਾ ਚੱਕ ਨੀਲੂ ਦੀ ਫਰੋਜ਼ੀ ਚੁੰਨੀ। ਚੱਲੀ ਕਿੱਧਰ? ਮਾਰੇਗੀ ਨਹੀਂ ਮੈਨੂੰ? ਆਪਣੇ ਯਾਰ ਦੇ ਅਧੂਰੇ ਰਹਿ ਗਏ ਮਿਸ਼ਨ ਨੂੰ ਪੂਰਾ ਨਹੀਂ ਕਰੇਂਗੀ? ਮੇਰਾ ਬਰੂਦ ਵਾਲਾ ਘੋੜਾ ਇੱਧਰ ਹੈ। ਚਲਾਣਾ ਤੇ ਆਉਂਦਾ ਹੈ ਨਾ, ਪਾਰਾ ਹੈ। उधर किधर जा रही हैं? दसदा नहीं? मैं इधर खड़ा। अन्नी जंग है, अन्नी जंग। किसी नू कुछ नहीं दिसता। हर कोई लड़ता है, मरता है या मारता है। किसी नू दुश्मन दा नहीं पता, किसी नू दोस्त दा नहीं पता। रिश्तियां दियां परिभाषावां देण वाले सारे शब्द मर गए ने इस जंग विच। ते अर्थ इन्हां दियां लाशां विचों लहू बन के बह गए ने। देव
बाहर गोलियां चल रही ने देव, हवा विच बारूद की पो फैली हुई है। इन्हां ही पहाड़ों दे विच किसे सुनसान थां दे उत्ते छुपाया क्या होवेगा वो भी पिछे हथ बन के गोटियां पर ने आखिरी वारी अपनी नीलू नू याद करदियां अधूरा रह के मिशन दी टीस मन विच लैके, पर उन्होंने कौन दसे कि ना तो उसकी प्रेमिका मरी है ते ना ही उसका मिशन अधूरा रहा। जाओ ते जाके आख दो उसनू कि मैं अपना वादा पुगा दिता है। मेरे करके जिहड़ा ओदा मिशन अधूरा रह गया सी मैं वो पूरा कर दिता है। केड़ा मिशन, केड़ा वादा? मारन आया सी ओदा, मैं नीलू बन के तेरे ते उसदे विचकार खड़ गई सी, क्योंकि मैं साबित करना चाहती सा कि मैं तेनू बहुत प्यार करती। प्यार दे उन्हां चंद पलां दे नां ते तेरी जान बख्श गया। उन्हें की पता सी कि प्यार दे वो चंद पल किन्ने झूठे सन। मेरे पिंडे ते बेशक फिरोजी रंग सी, पर मेरे मन दा रंग अनीत सी। मेरा तन मन अनीत सी। फिरोजी रंग झूठा सी, चंद दी चाननी झूठी सी, हल्दी वाला दुध भी झूठा सी। उस दुध विच हल्दी नहीं देव, जहर सी। की? जो मैं पिछले 10 दिनों तो अपने लॉन विच छिड़कदी आ रही हूं, कीड़े मार दवाई। तू की कह रही है अनीत? कौन अनीत? केड़ी अनीत? अपने हथी मारिया तू अनु ते अनीत नु मिस्टर DSP। मैं हुन नीलू हां, उस टेररिस्ट दी प्रेमिका। तू क्या कर रही है हरामजादी? की पता की कर रहा मैं, मार रहा जा मर रहा। मस्तक विच एक काला जंगल, मैं नंगे पैरी तुर रहा। मैं नंगे पैरी तुर रहा। ए राहां जो मैनू तुसी दित्तियां, ये चौंक च पुज के रुक गईयां।
मैं दिशाहीन हो भटक रिहा चौंक च लगे नोटिस बोर्ड ते ईसा बन के लटक रिहा ए राह जो हुण मैं चुन लई इसे चौंक चों ही है ओ निकली